ਜਿਹੜੇ ਹਾਲਾਤ ਬਣੇ ਹੋਏ ਨੇ ਬੜੀ ਚਿੰਤਾ ਦੀ ਸਥਿਤੀ ਦੇ ਵਿੱਚੋਂ ਪੰਜਾਬ ਲੰਘ ਰਿਹਾ ਹੈਗਾ। ਪੰਜਾਬ ਦੇ ਵਿੱਚ ਨਿਤ ਦਿਨ ਕ੍ਰਾਈਮ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ। ਕਹਾਵਤ ਹੈ ਕਿ ਕਾਬੁਲ ਦੇ ਜੰਮਿਆਂ ਨੂੰ ਨਿਤ ਮਹਿਮ। ਪ੍ਰੀ ਇੰਡੀਪੈਂਡੈਂਸ ਟਾਈਮ ਦੇ ਵਿੱਚ ਵੀ 400 ਸਾਲ ਦਾ ਸੰਘਰਸ਼ ਘੱਲੂਘਾਰੇ ਬਾਗੀਪੁਣਾ ਖੂਨ ਚ ਹੈ। ਐਕਚੁਅਲੀ ਪਾਰਟੀਸ਼ਨ ਕੰਟਰੀ ਦਾ ਨਹੀਂ ਹੋਇਆ, ਪਾਰਟੀਸ਼ਨ ਪੰਜਾਬ ਤੇ ਬੰਗਾਲ ਦਾ ਹੋਇਆ। 70% ਐਂਡ ਛੱਡਤੀ, 30% ਮਿਲੀ ਸਿਰਫ ਉਹਦੇ ਵਿੱਚ, ਉਹ ਵੀ ਬੰਜਰ ਟਿੱਬੇ ਮਿਲੇ। ਵੈਸਟ ਦੇ ਪਿੱਛੇ ਲੱਗ ਕੇ, ਵੈਸਟ ਦੇ ਦਬਾਅ ਦੇ ਨੀਚੇ ਲੱਗ ਕੇ ਹਿੰਦੁਸਤਾਨ ਦੀ ਸਰਕਾਰ ਨੇ NDPS ਐਕਟ ਲੈ ਕੇ ਦੇ ਵਰ ਫੋਰਸਡ ਟੂ ਬ੍ਰਿੰਗ NDPS। ਸਾਡੀ ਪਰ ਕੈਪੀਟਾ ਇਨਕਮ ਪੂਰੀ ਕੰਟਰੀ ਚੋਂ ਬੈਸਟ ਸੀ, ਇਕੱਲੇ ਮਹਾਰਾਸ਼ਟਰ ਤੋਂ ਪਿੱਛੇ ਸੀ ਅਸੀਂ। ਅੱਜ ਅਸੀਂ ਹਿਮਾਚਲ ਤੋਂ ਵੀ ਪਿੱਛੇ ਹਾਂ। ਐਂਡ ਉਹ ਪਾਰਟੀਸ਼ਨ ਕਰਕੇ ਜਿਹੜਾ ਸਾਡਾ ਨੈਚੁਰਲ ਪੋਰਟ ਸੀ ਕਰਾਚੀ ਦਾ, ਉਹਦੇ ਤੋਂ ਸਾਡਾ ਰਾਹ ਬੰਦ ਹੋ ਗਿਆ, ਸਾਡੀ ਟ੍ਰੇਡ ਬੰਦ ਹੋ ਗਈ। ਸਿਆਸਤ ਨੇ ਵੀ ਕੁਝ ਇਦਾਂ ਦਾ ਰੋਲ ਅਦਾ ਕੀਤਾ ਜਿਹਦੇ ਕਰਕੇ ਪੰਜਾਬ ਦਾ ਨੁਕਸਾਨ ਜ਼ਿਆਦਾ ਹੋਇਆ। ਅੰਗਰੇਜ਼ਾਂ ਨੇ ਡੇਰਾਵਾਦ ਪੈਦਾ ਕੀਤਾ, ਰਿਟਾਇਰਡ ਆਰਮੀ ਦੇ ਕਰਮਚਾਰੀਆਂ ਨੂੰ ਹੈਡਸ ਬਣਾਇਆ। ਸਾਰੇ ਦੇਖ ਲਓ ਡਿਜ਼ਾਈਨਡ ਪਲਾਨ, ਫਿਰ ਇਹ ਡਿਜ਼ਾਈਨਡ ਪਲਾਨ ਸਕਸੈਸਿਵ ਗਵਰਨਮੈਂਟਸ ਨੇ ਵੀ ਚਲਾਇਆ। ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਪਾੜ ਪਾਇਆ ਜਾਵੇ ਤਾਂ ਉਸ ਦਾ ਬਾਅਦ ਵਿੱਚ ਰਾਜਨੀਤਿਕ ਫਾਇਦਾ ਲਿਆ ਜਾਵੇ। ਜੋ ਹਾਲਾਤ 1975 to 1995 ਹੋਏ, ਦੈਟ ਇਜ਼ ਰਿਪੀਟਿੰਗ। ਸੈਂਟਰ ਹੈ, ਉਹਨੂੰ ਸਟਰੋਂਗ ਕਰਕੇ ਗ੍ਰਿਪ ਕਰ ਲਈਏ ਸਟੇਟਸ ਨੂੰ ਨੱਪ ਲਈਏ ਕਿ ਇਟ ਇਜ਼ ਅ ਵਨ ਕੰਟਰੀ। ਉਹਦੇ ਨਾਲ ਜਿਹੜੀਆਂ ਸਟੇਟ ਦੀਆਂ ਐਂਬੀਸ਼ਨਸ ਹੈ ਉਹ ਡੈਮੇਜ ਹੁੰਦੀਆਂ, ਡੈਮੇਜ ਹੋ ਕੇ ਫਿਰ ਸੈਪਰੇਟਿਜ਼ਮ ਸ਼ੁਰੂ ਹੁੰਦਾ। ਸਰਕਾਰਾਂ ਨਵੀਆਂ ਆਪਣੇ ਪੈਰਾਂ ਤੇ ਬਣਨੀਆਂ ਸ਼ੁਰੂ ਹੋਈਆਂ। ਕਿਹੜੀਆਂ ਪਾਲਿਸੀਜ਼ ਤੁਹਾਨੂੰ ਇਦਾਂ ਦੀਆਂ ਲੱਗੀਆਂ ਜਿਹੜੀਆਂ ਪੰਜਾਬ 'ਚ ਹੋਈਆਂ, ਲਿਆਂਦੀਆਂ ਗਈਆਂ, ਜਿਨ੍ਹਾਂ ਨੇ ਪੰਜਾਬ ਦਾ ਭਲਾ ਤਾਂ ਕੀ ਕਰਨਾ ਸੀਗਾ, ਉਲਟਾ ਨੁਕਸਾਨ ਕੀਤਾ? ਹਰ ਸਕਸੈਸਿਵ ਗਵਰਨਮੈਂਟ ਜਿਹੜੀ ਪੰਜਾਬ 'ਚ ਆਈ ਹੈ, ਉਹਨੇ ਕਦੇ ਪੰਜਾਬ ਨੂੰ ਬਿਲਡ ਕਰਨ ਦਾ ਪ੍ਰਯਾਸ ਨਹੀਂ ਕੀਤਾ। ਫ੍ਰੀ ਵਾਈਬਸ ਆਰ ਨਾਟ ਸੂਟੇਬਲ, ਬਟ ਹੁਣ ਪੋਲੀਟੀਕਲ ਵੈਪਨ ਹੀ ਰਹਿ ਗਿਆ। ਅਕਾਲੀ ਦਲ ਨੇ ਵੀ ਦਿੱਤੀਆਂ, ਕਾਂਗਰਸ ਨੇ ਵੀ ਦਿੱਤੀਆਂ, ਹੁਣ ਆਮ ਆਦਮੀ ਪਾਰਟੀ ਵੀ ਉਸੇ ਆਧਾਰ ਤੇ ਸਾਰਿਆਂ ਨੇ। ਆਈ ਡੋਂਟ ਸਪੇਅਰ ਪਾਰਟੀਜ਼। ਤੁਸੀਂ ਫ੍ਰੀ ਵਾਈਬਸ ਨਹੀਂ ਦੇ ਸਕਦੇ। ਇਸ ਨੂੰ ਐਜ਼ ਅ ਟੂਲ ਟੂ ਵਿਨ ਵੋਟਸ ਯੂਜ਼ ਕਰੋਗੇ, ਯੂ ਆਰ ਅ ਐਨੀਮੀ ਆਫ ਸਟੇਟ। ਪੰਜਾਬ ਨੂੰ ਇੰਡਸਟਰੀ ਲੇਬਰ ਨਹੀਂ ਮਿਲਦੀ, ਯੂਪੀ ਬਿਹਾਰ 'ਚ ਬੰਦੇ ਆਣੇ ਬੰਦ ਹੋ ਗਏ। ਉਹਨਾਂ ਨੂੰ ਉੱਥੇ ਨਾਲੇ ਨਰੇਗਾ ਮਿਲ ਗਈ ਤੇ ਨਾਲੇ ਉਹਨਾਂ ਨੂੰ ਮੁਫਤ ਦਾਣੇ ਮਿਲ ਗਏ। ਫਿਰ ਤੁਸੀਂ ਮੁਫਤ ਦਾਣੇ ਨਹੀਂ ਖਤਮ ਕਰਦੇ, ਫਿਰ ਤੁਸੀਂ ਮਿਡ ਡੇ ਮੀਲ ਸ਼ੁਰੂ ਕਰਤੀ ਲੁਭਾਉਣ ਨੂੰ, ਵੋਟਾਂ ਲੁਭਾਉਣ ਨੂੰ। ਹੁਣ ਮਨਰੇਗਾ ਇਜ਼ ਅ ਡਿਜ਼ਾਸਟਰ। ਵਿਧਾਨ ਸਭਾ ਤਾਂ ਹੀ ਹੁੰਦੀ ਹੈ, ਉਹਦੇ ਵਿੱਚ ਬੈਠੇ ਜਿਹੜੇ ਲੋਕ ਹੁੰਦੇ ਨੇ, ਜਿਹੜੇ ਨੀਤੀ ਘਾੜੇ ਹੁੰਦੇ ਨੇ, ਉਹਨਾਂ ਦੀ ਨੀਤੀ ਘੜਨੀ ਹੁੰਦੀ ਹੈ। ਵਿਧਾਨ ਸਭਾ ਤਾਂ ਹੁਣ ਇਸ ਲਈ ਰਹਿ ਗਈ, ਇੱਕ ਅਖਬਾਰ ਦੀ ਕਟਿੰਗ ਲੈ ਆਓ, ਰੌਲਾ ਪਾਓ, ਖਬਰ ਬਣਾਓ, ਬਾਹਰ ਆ ਜਾਓ, ਵਾਕ ਆਊਟ, ਹੋਏ 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 ਕਰ ਦਿਓ। ਯੂਨੀਵਰਸਿਟੀ ਤਾਂ ਇੱਕ ਪ੍ਰੋਫਿਟ ਦੇ ਅਦਾਰੇ ਬਣਾਤੇ। ਹੁਣ ਇਹ ਕਸੂਰ ਕਿਹਦਾ? ਕਸੂਰ ਸੂਬੇ ਦੀ ਸਰਕਾਰ ਦਾ। ਕਹਿੰਦੇ ਕਿ ਹੁਣ ਅਦਾਲਤਾਂ ਦੇ ਵਿੱਚ ਕੇਸ ਇਦਾਂ ਦੇ ਹੁੰਦੇ ਕਿ ਬੰਦਾ ਪਹਿਲਾਂ ਦੋ ਵਾਰੀ ਸੋਚਦਾ ਕਿ ਇਹ ਕੇਸ ਹੈ ਕੀ। ਕੋਈ NRI ਨਹੀਂ ਜਿਹਨੇ ਆਪਣੀ ਜ਼ਮੀਨ ਛੱਡ ਗਿਆ ਤੇ ਉਹਦੇ ਰਿਸ਼ਤੇਦਾਰਾਂ ਨੇ ਨੱਪੀ ਨਾ ਹੋਵੇ, ਕੋਈ ਨਹੀਂ। ਜਾਲੀ ਵਸੀਤਾਂ ਬਣਾਉਂਦਾ, ਮਤਲਬ ਬੇਈਮਾਨ। ਐਂਡ ਜਿੰਨੇ ਤੁਹਾਡੇ ਇਹਨਾਂ ਦੇ ਪੁਲਿਸ ਦੇ ਅਫਸਰ ਲਾਏ ਹੈ NDPS ਕੰਟਰੋਲ ਕਰਨ, ਦੇ ਆਰ ਮਲਟੀ ਮਿਲੀਅਨਰਸ। ਬਿਕੋਜ਼ ਇਸ ਦੇ ਵਿੱਚ ਇੰਨਾ ਪੈਸਾ ਇਨਵੋਲਡ ਹੈ, ਇੰਨੀ ਕਮਾਈ ਇਨਵੋਲਡ ਹੈ। ਉਹ ਜਿਹੜੇ ਬਣੇ ਹੋਏ ਨਾ ਐਕਸਪਰਟਸ ਕਿ ਜੀ ਇਹ ਨਸ਼ੇ ਫੜਦੇ ਬੜੇ ਹੈ, ਜਿੰਨਾ ਫੜਨ ਵਾਲਾ ਐਕਸਪਰਟ ਹੈ ਉਨਾ ਹੀ ਉਹ ਬੇਈਮਾਨ। ਮੁੱਖ ਮੰਤਰੀ, ਮਿਨਿਸਟਰਸ, ਹਾਈ ਕੋਰਟ ਜੱਜਿਸ, ਹਾਈ ਪੁਲਿਸ ਅਫਸਰਸ, IAS ਅਫਸਰਸ, ਇਹਨਾਂ ਦੇ ਟੈਲੀਫੋਨ ਸਦਾ ਟੈਪ ਕਿਉਂ ਨਹੀਂ ਹੋਣੇ ਚਾਹੀਦੇ? ਇੱਕ ਏਜੰਸੀ ਬਣਨੀ ਚਾਹੀਦੀ ਹੈ ਕੰਟਰੀ 'ਚ, ਉਹਨਾਂ ਦਾ ਟੈਲੀਫੋਨ ਟੈਪ ਕਰਨ ਦੀ ਮੂਵਮੈਂਟ ਟੈਪ ਕਰੋ। ਭ੍ਰਿਸ਼ਟਾਚਾਰ ਇਹਨਾਂ 'ਚੋਂ ਤਾਂ ਨਿਕਲਦਾ ਹੈ ਕਿੱਥੇ? ਤੁਸੀਂ ਕੀ ਸੋਚਦੇ ਹੋ ਕਿ ਸਾਰੇ ਇਮਾਨਦਾਰ ਹੈ? ਜਦ ਸੋਨਾ ਮੰਗਿਆ ਗਿਆ ਪੰਜਾਬੀਆਂ ਤੋਂ ਕਿ ਸਾਨੂੰ ਚਾਹੀਦੀ ਆ ਆਰਮੀ ਬਿਲਡ ਕਰਨੀ ਆਫਟਰ ਪਾਰਟੀਸ਼ਨ, ਤੁਹਾਨੂੰ ਪਤਾ 80% ਸੋਨਾ ਪੰਜਾਬ ਦਾ, ਪੂਰੀ ਕੰਟਰੀ ਦਾ ਸਭਿਅਤਾ। ਵੀ ਹੈਵ ਬੀਨ ਕੰਟਰੀਬਿਊਟਿੰਗ। ਹੱਲ ਕੀ ਹੈਗਾ ਤੁਹਾਡੇ ਸਾਹਮਣੇ? ਕੀ ਹੋਣਾ ਕੀ ਚਾਹੀਦਾ ਹੈ? ਕਿ ਜਿਹੜੇ ਸਟੇਟ ਦੇ ਪੈਰੋਕਾਰ, ਜਿਹੜੇ ਸਾਡੇ ਪੋਲੀਟੀਕਲ ਲੀਡਰਸ, ਉਹਨਾਂ ਨੂੰ ਸਟੇਟਸਮੈਨ ਬਣਨਾ ਚਾਹੀਦਾ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਅਫਸਰਸ਼ਾਹ ਨਿਊਜ਼ ਓਨਲੀ ਤੇ ਲੈ ਕੇ ਹਾਜ਼ਰ ਹਾਂ। ਤੇ ਅੱਜ ਇੱਕ ਐਸੇ ਮਸਲੇ ਤੇ ਗੱਲ ਕਰਨੀ ਹੈ ਕਿਉਂਕਿ ਅਸੀਂ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ, ਬੜੀ ਚਿੰਤਾ ਦੀ ਸਥਿਤੀ ਦੇ ਵਿੱਚੋਂ ਪੰਜਾਬ ਲੰਘ ਰਿਹਾ ਹੈਗਾ। ਤਾਂ ਪਿਛਲੇ ਸਮੇਂ ਦੇ ਵਿੱਚ ਕਿਹੜੀਆਂ ਅਜਿਹੀਆਂ ਚੀਜ਼ਾਂ ਹੋਈਆਂ ਉਹਨਾਂ ਨੂੰ ਖੰਗਾਲਣ ਦੀ, ਉਹਨਾਂ ਨੂੰ ਪਰਖਣ ਦੀ, ਉਹਨਾਂ ਨੂੰ ਦੇਖਣ ਦੀ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਇਸ ਪ੍ਰੋਗਰਾਮ ਦੇ ਜ਼ਰੀਏ।
ਵੱਖ-ਵੱਖ ਅਫਸਰਾਂ ਤੱਕ ਵੱਖ-ਵੱਖ ਤਜਰਬੇਕਾਰ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ ਕਿ ਉਹਨਾਂ ਦੇ ਤਜਰਬੇ ਤੋਂ ਸਮਝ ਸਕੀਏ ਕਿ ਆਖਰਕਾਰ ਪਿਛਲੇ ਸਮੇਂ ਦੇ ਵਿੱਚ ਅਜਿਹੀਆਂ ਕਿਹੜੀਆਂ ਨੀਤੀਆਂ ਘੜੀਆਂ ਗਈਆਂ ਜਿਹੜੀਆਂ ਪੰਜਾਬ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਲੈ ਆਈਆਂ ਕਿ ਅੱਜ ਪੰਜਾਬ ਦਾ ਯੂਥ ਕਿਸੇ ਨਾ ਕਿਸੇ ਕਾਰਨ ਕਰਕੇ ਇੱਥੋਂ ਮਾਈਗ੍ਰੇਟ ਕਰ ਰਿਹਾ। ਪੰਜਾਬ ਦੇ ਵਿੱਚ ਨਿਤ ਦਿਨ ਕ੍ਰਾਈਮ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ। NDPS ਐਕਟ ਦੇ ਜਿਹੜੇ ਕੇਸ ਨੇ ਲਗਾਤਾਰ ਵਧਦੇ ਜਾ ਰਹੇ ਨੇ। ਅੱਜ ਸਾਡੇ ਨਾਲ ਸੀਨੀਅਰ ਵਕੀਲ ਹਰੀਸ਼ ਰਾਏ ਟਾਂਡਾ ਹੋਣਗੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਸਮਝਾਂਗੇ। ਟਾਂਡਾ ਸਾਹਿਬ ਦੇ ਨਾਲ ਗੱਲਬਾਤ ਕਰਕੇ ਇਹ ਚੀਜ਼ ਸਮਝਣੀ ਹੈਗੀ ਕਿ ਇਹਨਾਂ ਨੇ ਪੂਰੇ ਆਪਣੇ ਤਜਰਬੇ ਤੋਂ ਹੁਣ ਤੱਕ ਦੇ ਤੋਂ ਕੀ ਸਮਝਿਆ ਹੈਗਾ, ਕਿਉਂਕਿ ਲੰਮਾ ਸਮਾਂ ਹੋ ਗਿਆ ਵਕਾਲਤ ਕਰਦਿਆਂ ਨੂੰ। ਕਿਉਂਕਿ ਇੱਕ ਵਕੀਲ ਜਿਹੜਾ ਹੁੰਦਾ ਉਹ ਲੋਕਾਂ ਦੇ ਨਾਲ ਵੀ ਜੁੜਿਆ ਹੁੰਦਾ ਤੇ ਸਿਸਟਮ ਨੂੰ ਵੀ ਨਾਲ ਦੀ ਨਾਲ ਦੇਖਦਾ ਹੁੰਦਾ ਕਿ ਸਿਸਟਮ ਦੇ ਵਿੱਚ ਕੀ ਚੱਲ ਰਿਹਾ ਹੈਗਾ। ਟਾਂਡਾ ਸਾਹਿਬ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਧੰਨਵਾਦ ਸਰ, ਥੈਂਕ ਯੂ। ਟਾਂਡਾ ਸਾਹਿਬ, ਪੰਜਾਬ ਇਹਨਾਂ ਹਾਲਾਤਾਂ ਦੇ ਵਿੱਚ ਹੈ। ਹਰੇਕ ਬੰਦਾ ਜਿਹੜਾ ਇਸ ਵੇਲੇ ਪੰਜਾਬ ਦੇ ਬਾਰੇ ਸੋਚ ਰਿਹਾ ਹੈਗਾ, ਉਹਦੇ ਮਨ ਦੇ ਵਿੱਚ ਚਿੰਤਾ ਹੈਗੀ ਕਿ ਅਸੀਂ ਕਿਹਨਾਂ ਹਾਲਾਤਾਂ 'ਚ ਪਹੁੰਚ ਚੁੱਕੇ ਹਾਂ। ਇਹਨਾਂ ਹਾਲਾਤਾਂ 'ਚ ਪਹੁੰਚੇ ਕਿਉਂ? ਤੁਹਾਨੂੰ ਨਜ਼ਰ ਕੀ ਆ ਰਿਹਾ ਇਸ ਵੇਲੇ? ਬਹੁਤ ਵੱਡਾ ਬੈਕਗਰਾਉਂਡ ਹੈ। ਲੋਕੀ ਇਹ ਕਹਾਵਤ ਹੈ ਕਿ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮ। ਇਨਫੈਕਟ ਤੁਸੀਂ ਜੇ ਕਾਬਲ ਨੂੰ ਜੋੜਦੇ ਹੋ, ਪੰਜਾਬ ਤੱਕ ਪਹੁੰਚ ਆਊਗੀ। ਇਹ ਕਬੀਲਿਆਂ 'ਚੋਂ ਪੰਜਾਬ ਪੈਦਾ ਹੋਇਆ ਹੈ। ਪ੍ਰੀ ਇੰਡੀਪੈਂਡੈਂਸ ਟਾਈਮ ਦੇ ਵਿੱਚ ਵੀ 400 ਸਾਲ ਦਾ ਸੰਘਰਸ਼ ਘੱਲੂਘਾਰੇ ਉਹ ਵੀ ਪੰਜਾਬੀਆਂ ਨੇ ਹੰਡਾਏ। ਬਾਗੀਪੁਣਾ ਖੂਨ 'ਚ ਹੈ। ਕਿਸੇ ਦੀ ਸਬੋਰਡੀਨੇਸ਼ਨ ਬਰਦਾਸ਼ਤ ਨਹੀਂ ਕਰਨੀ। ਅਤੇ ਪਾਰਟੀਸ਼ਨ ਵੀ ਇੱਕ ਬਹੁਤ ਵੱਡਾ ਧੱਕਾ ਪੰਜਾਬ ਨੂੰ ਲੱਗਿਆ। ਜਦ ਮੁਹੰਮਦ ਅਲੀ ਜਿਨ੍ਹਾਂ ਜੀ ਨੇ 2 ਨੇਸ਼ਨ ਥਿਊਰੀ ਐਕਸੈਪਟ ਕੀਤੀ, ਫਿਰ ਉਹਨਾਂ ਨੇ ਕਿਹਾ ਪੰਜਾਬ ਐਂਡ ਬੰਗਾਲ। ਫਿਰ ਸਿਚੁਏਸ਼ਨ ਆਈ ਕਿ ਵੰਡਿਆ ਜਾਊਗਾ। ਫਿਰ ਉਹ ਵੰਡੇ ਜਾਣ 'ਤੇ ਪਲੈਬਸਾਈਟ ਵਰਗਾ ਤਰੀਕਾ ਹੋਇਆ। ਡਿਸਟ੍ਰਿਕਟਸ ਨੂੰ ਵੰਡ ਦਿੱਤਾ ਗਿਆ ਪੰਜਾਬ ਤੇ ਪੰਜਾਬ ਨੂੰ। ਜਿੱਥੇ ਮੁਸਲਿਮ ਡੋਮੀਨੇਟਡ ਸੀ ਉਹਨਾਂ ਦੀ ਅਲੱਗ ਕਰਾਈ, ਹਿੰਦੂ ਡੋਮੀਨੇਟਡ ਦੀ ਅਲੱਗ ਕਰਾਈ, ਹਿੰਦੂ ਸਿੱਖ ਡੋਮੀਨੇਟਡ ਦੀ। ਮੁਸਲਿਮ ਡੋਮੀਨੇਟ ਨੇ ਕਿਹਾ ਕਿ ਨਹੀਂ, ਵੀ ਵਾਂਟ ਸੈਪਰੇਟ ਸਟੇਟ, ਅਤੇ ਦੂਜਿਆਂ ਨੇ ਕਿਹਾ ਨੋ, ਜੇ ਸੈਪਰੇਟ ਸਟੇਟ ਹੈ ਸਾਨੂੰ ਪਾਰਟੀਸ਼ਨ ਕਰ ਦਿਓ। ਐਕਚੁਅਲੀ ਪਾਰਟੀਸ਼ਨ ਕੰਟਰੀ ਦਾ ਨਹੀਂ ਹੋਇਆ, ਪਾਰਟੀਸ਼ਨ ਪੰਜਾਬ ਤੇ ਬੰਗਾਲ ਦਾ ਹੋਇਆ। ਇਹਨੂੰ ਕਿਹਾ ਤਾਂ ਕੰਟਰੀ ਦਾ ਪਾਰਟੀਸ਼ਨ ਜਾਂਦਾ, ਇਟਸ ਅ ਪਾਰਟੀਸ਼ਨ ਆਫ ਪੰਜਾਬ। ਫਿਰ ਉਹਦੇ ਬਾਅਦ ਜੋ ਬਲੱਡ ਸ਼ੈਡ ਹੋਇਆ, ਕਿੱਥੋਂ ਕਿਸ ਤਰ੍ਹਾਂ ਸ਼ੁਰੂ ਕੀਤਾ, ਅਤੇ ਜਿਵੇਂ ਕਾਲ ਦਿੱਤੀ ਉਹਨਾਂ ਨੇ, ਡਾਇਰੈਕਟ ਐਕਸ਼ਨ ਕਾਲ ਜਿਨ੍ਹਾਂ ਨੇ, ਉਹਦੇ ਨਾਲ ਪਹਿਲਾਂ ਬੰਗਾਲ 'ਚ ਬਲੱਡ ਸ਼ੈਡ ਹੋਇਆ, ਫਿਰ ਪੰਜਾਬ 'ਚ ਬਲੱਡ ਸ਼ੈਡ ਹੋਇਆ, ਫਿਰ ਪੰਜਾਬੀਆਂ ਨੇ ਰਿਐਕਟ ਕੀਤਾ। ਫਿਰ ਦੇਖੋ ਤੁਸੀਂ, ਜਿੱਡੇ ਪੰਜਾਬ ਦੇ ਜਿਹੜੀ ਫਰਟਾਈਲ ਲੈਂਡ ਸੀ, ਸਾਰੀ ਫਰਟਾਈਲ ਲੈਂਡ, ਉਹ ਸਾਰੀ ਪਰਲੇ ਪਾਕਿਸਤਾਨ ਸੀ, ਲਹਿੰਦੇ ਪਾਕਿਸਤਾਨ 'ਚ, ਪੰਜਾਬ 'ਚ। ਉਹ ਫਰਟਾਈਲ ਲੈਂਡ ਛੱਡ ਕੇ ਟੋਟਲ ਮੁੜ ਵਸੇਵਾਂ ਹੋਇਆ ਸਕ੍ਰੈਚ ਤੋਂ। 70% ਲੈਂਡ ਛੱਡਤੀ, 30% ਮਿਲੀ ਸਿਰਫ ਉਹਦੇ ਵਿੱਚ। ਉਹ ਵੀ ਬੰਜਰ ਟਿੱਬੇ ਮਿਲੇ। ਇਹ ਪੂਰੇ ਮਾਲਵੇ ਦੀ ਮੇਨਲੀ ਪ੍ਰੋਪਰਟੀ ਇਹ ਮਿਲੀ ਮਾਲਵੇ ਦੀ ਉਹਨਾਂ ਨੂੰ। ਐਂਡ ਉਹਨੂੰ ਫੇਰ ਲੈਂਡ ਰਿਫਾਰਮਸ ਪੰਜਾਬ 'ਚ ਆਏ। ਕੈਰੋਂ ਦੀ ਬਹੁਤ ਵੱਡੀ ਦੇਣ ਹੈ ਕਿ ਲੈਂਡ ਰਿਫਾਰਮਸ ਕੀਤੇ। ਫਿਰ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ ਆਇਆ, ਜਿਹਦੇ 'ਤੇ ਸੀਲਿੰਗ ਲੱਗੀ, ਟਿਲਰਸ ਨੂੰ ਰਾਈਟ ਦਿੱਤੇ ਗਏ। ਫਿਰ ਗ੍ਰੀਨ ਰੈਵੋਲੂਸ਼ਨ ਆਈ, ਪੰਜਾਬ ਫਿਰ ਰਾਈਜ਼ ਕੀਤਾ, ਫਿਰ ਉੱਠਿਆ। ਐਂਡ ਚਲਦੇ ਹੁਣ ਜਿਹੜਾ ਸਿਚੁਏਸ਼ਨ ਬਣੀ ਹੈ, ਜਿਹਦੇ 'ਚ ਲੈਂਡਸ ਹੋਲਡਿੰਗਸ ਛੋਟੀਆਂ ਹੋ ਗਈਆਂ, ਵੰਡੀਆਂ ਗਈਆਂ। ਫਿਰ ਇੱਕ ਜਿਹੜਾ ਲੇਟੈਸਟ ਲਾਅ ਆਇਆ ਜਿਹਦੇ ਵਿੱਚ ਕੁੜੀਆਂ ਨੂੰ ਬਰਾਬਰ ਦਾ ਹੱਕ ਦੇ ਦਿੱਤਾ ਪ੍ਰੋਪਰਟੀ 'ਚ, ਉਹਨੇ ਹੋਰ ਡੈਮੇਜ ਕਰਤਾ ਪੰਜਾਬ ਦਾ ਫਾਈਬਰ। ਕਿਉਂਕਿ ਕੁੜੀਆਂ ਕਦੇ ਜ਼ਮੀਨ ਬੰਦੀਆਂ ਤਾਂ ਹੈ ਨਹੀਂ, ਸਿਰਕਾਂ ਨੂੰ ਵੇਚ ਕੇ ਜਾਂਦੀਆਂ, ਉਹ ਰਾਈਟਸ ਮੰਗਣੇ ਸ਼ੁਰੂ ਹੋ ਗਏ। ਐਂਡ ਉਸ ਦੇ ਵਿੱਚ ਨਾਲ ਦੀ ਨਾਲ ਪਾਕਿਸਤਾਨ ਨੇ ਓਪਨ ਫਾਇਦਾ ਉਠਾਇਆ, ਨਸ਼ੇ ਸੁੱਟੇ, ਅਤੇ ਵੈਸਟ ਦੇ ਪਿੱਛੇ ਲੱਗ ਕੇ, ਵੈਸਟ ਦੇ ਦਬਾਅ ਦੇ ਨੀਚੇ ਲੱਗ ਕੇ ਹਿੰਦੁਸਤਾਨ ਦੀ ਸਰਕਾਰ ਨੇ NDPS ਐਕਟ ਲੈ ਕੇ ਆਈ। ਦੇ ਵਰ ਫੋਰਸਡ ਟੂ ਬ੍ਰਿੰਗ NDPS ਐਕਟ, ਅਨਮਾਈਂਡਫੁਲ ਕਿ ਇੰਡੀਅਨ ਸਰਕਮਸਟਾਂਸਿਸ ਲਈ ਐਕਟ ਸੂਟੇਬਲ ਨਹੀਂ ਹੈ। ਉਹਨੂੰ ਲਿਆ ਕੇ ਜਦ ਕਿਤੇ 6 ਮਹੀਨੇ ਦੀ ਅਤੇ 2 ਸਾਲ ਦੀ ਸਜ਼ਾ ਹੁੰਦੀ ਸੀ, ਉਦੋਂ ਇੰਨਾ ਫਲੋ ਇਨਫਲਕਸ ਆਫ ਡਰੱਗਸ ਨਹੀਂ ਸੀ। ਜਦ ਤੁਸੀਂ ਇਹਨੂੰ ਹਾਰਡ ਸਟੰਟ ਕਰਤਾ, ਉਮਰ ਕੈਦ ਕਰਤੀ। ਤੁਸੀਂ ਦੇਖੋ ਨਾ, ਰੇਪ ਵਰਗੇ ਸੰਗੀਨ ਜ਼ੁਲਮ ਦੇ ਵਿੱਚ 10 ਸਾਲ ਅਤੇ ਇਹਦੇ ਵਿੱਚ ਉਮਰ ਕੈਦ ਹੋਵੇ। ਉਹਦੇ ਬਾਅਦ ਬੰਦੇ ਫੜੇ ਜਾਣੇ ਸ਼ੁਰੂ ਹੋ ਗਏ। ਐਂਡ ਇਹ ਇੰਨਾ ਸਕੇਅਰਸ ਹੋ ਗਿਆ ਨਸ਼ਾ ਅਤੇ ਮਹਿੰਗਾ ਹੋ ਗਿਆ ਕਿ ਇਹਦੇ 'ਚ ਪਲੇਅਰਸ ਬੜੇ ਆ ਗਏ। ਹੁਣ ਜਿਹੜੇ ਫੜੇ ਜਾਂਦੇ ਉਹ ਤਾਂ ਪੌਨਸ ਫੜੇ ਜਾਂਦੇ, ਪਲੇਅਰਸ ਤਾਂ ਫੜੇ ਹੀ ਨਹੀਂ ਜਾਂਦੇ। ਉਹਨਾਂ ਨੂੰ ਕਦੇ ਤੁਸੀਂ ਇਫੈਕਟਿਵਲੀ ਕਨੈਕਟ ਨਹੀਂ ਕਰ ਸਕੋਗੇ ਕ੍ਰਾਈਮ ਦੇ ਨਾਲ, ਬਿਕੋਜ਼ ਇੰਨਾ ਇਹ ਪੋਸ਼ੀਦਾ ਲੁਕਵੇਂ ਤਰੀਕੇ ਨਾਲ ਹੁੰਦਾ ਕ੍ਰਾਈਮ। ਉਹਨੇ ਪੰਜਾਬ ਉਜਾੜ ਦਿੱਤਾ। ਐਂਡ ਪੰਜਾਬ ਉਜੜਨ ਦੀ ਫਿਰ ਸਾਡੇ 'ਚ ਟੈਰਰਿਜ਼ਮ ਆਇਆ। ਐਂਡ ਉਹ ਟੈਰਰਿਜ਼ਮ ਦੇ ਟਾਈਮ ਅਸੀਂ ਬਿਲਕੁਲ ਹੀ ਪਿੱਛੇ ਚਲੇ ਗਏ। ਜਿਹੜਾ ਉਹ ਟਾਈਮ ਸੀਗਾ ਫੇਸ, ਜਿਸ ਟਾਈਮ ਪੰਜਾਬ ਵਾਜ਼ ਫਸਟ ਸਟੇਟ ਆਫ ਦ ਕੰਟਰੀ, ਸਾਡੀ ਪਰ ਕੈਪੀਟਾ ਇਨਕਮ ਪੂਰੀ ਕੰਟਰੀ 'ਚੋਂ ਬੈਸਟ ਸੀ, ਇਕੱਲੇ ਮਹਾਰਾਸ਼ਟਰ ਤੋਂ ਪਿੱਛੇ ਸੀ ਅਸੀਂ। ਅੱਜ ਅਸੀਂ ਹਿਮਾਚਲ ਤੋਂ ਵੀ ਪਿੱਛੇ ਹਾਂ, ਜੰਮੂ ਕਸ਼ਮੀਰ ਦੇ ਬਰਾਬਰ ਹਾਂ ਅਸੀਂ, ਹਰਿਆਣਾ ਸਾਡੇ ਤੋਂ ਕਿਤੇ ਅੱਗੇ ਲੰਘ ਗਿਆ। ਹੁਣ ਉਹ ਜਿਹੜਾ ਟਾਈਮ ਸੀਗਾ ਪੀਰੀਅਡ, ਜਿਹਦੇ 'ਚ ਅਸੀਂ
ਕਰੈਕਟਿਵ ਮੈਜਰਸ ਕਰ ਸਕਦੇ ਸੀ। ਪੰਜਾਬ ਦੀ ਜਿਹੜੀ ਬਿਜ਼ਨਸ ਸੀਗੀ, ਇੰਡਸਟਰੀ ਸੀਗੀ, ਜਿਹੜੀ ਅਸੀਂ ਲੋ ਵੈਲਿਊ ਪ੍ਰੋਡਕਟਸ ਬਣਾਉਂਦੇ ਸੀ, ਉਹਦੇ 'ਚੋਂ ਸ਼ਿਫਟ ਕਰਕੇ ਹਾਈ ਵੈਲਿਊ ਪ੍ਰੋਡਕਟ 'ਚ ਜਾਈਏ ਅਸੀਂ, ਤਾਂ ਕਿ ਜਿਹੜੀ ਸਾਡੀ ਲੌਜਿਸਟਿਕ ਕਾਸਟਸ ਹੈ ਉਹਦਾ ਇੰਪੈਕਟ ਘੱਟ ਜਾਵੇ। ਕਿਉਂਕਿ ਕੱਚਾ ਮਾਲ ਸਾਡਾ ਜਿਹੜਾ ਆਉਣਾ, ਦੇਖੋ ਕਿੱਥੋਂ ਆਉਣਾ, ਤੁਸੀਂ ਉੱਧਰ ਬੰਬੇ ਤੋਂ ਆਊਗਾ ਜਾਂ ਗੁਜਰਾਤ ਤੋਂ ਆਊਗਾ, ਇੱਧਰ ਉੜੀਸਾ ਤੋਂ ਆਊਗਾ, ਪ੍ਰਾਦੀਪ, ਕਾਂਡਲਾ, ਨਵਾਂ ਸ਼ਿਵਾ। ਹੁਣ ਇਹਦੇ ਤੋਂ ਆ ਕੇ ਉੱਥੋਂ ਆਉਣਾ ਕੱਚਾ ਮਾਲ ਅਤੇ ਪੱਕਾ ਜਾਣਾ, ਉੱਥੋਂ ਐਕਸਪੋਰਟ ਹੋਣਾ, ਇਹ ਲੌਜਿਸਟਿਕ ਕਾਸਟ ਇੰਨੀ ਜ਼ਿਆਦਾ ਜਿਹਦੀ ਕਿਸੇ ਵੀ ਗਵਰਨਮੈਂਟ ਆਫ ਇੰਡੀਆ ਨੇ ਕਦੇ ਧਿਆਨ ਨਹੀਂ ਕੀਤਾ ਕਿ ਜਿਵੇਂ ਤੁਸੀਂ ਹਿਲ ਸਟੇਟਸ ਨੂੰ ਰਹਿਤ ਦਿੱਤੀ ਹੈ ਕਿ ਪੰਜਾਬ ਵੀ ਇਹਦਾ ਹੱਕਦਾਰ ਬਣਦਾ ਹੈ। ਇਹ ਮਤਲਬ ਰਿਅਲਾਈਜ਼ ਹੀ ਨਹੀਂ ਕੀਤਾ, ਕਿਉਂਕਿ ਪਾਰਟੀਸ਼ਨ ਅਸੀਂ ਤਾਂ ਨਹੀਂ ਕੀਤਾ, ਪਾਰਟੀਸ਼ਨ ਇਸ ਮੁਲਕ ਦੇ ਬੰਦਿਆਂ ਨੇ ਕੀਤਾ। ਐਂਡ ਉਹ ਪਾਰਟੀਸ਼ਨ ਕਰਕੇ ਜਿਹੜਾ ਸਾਡਾ ਨੈਚੁਰਲ ਪੋਰਟ ਸੀ ਕਰਾਚੀ ਦਾ, ਉਹਦੇ ਤੋਂ ਸਾਡਾ ਰਾਹ ਬੰਦ ਹੋ ਗਿਆ, ਸਾਡੀ ਟ੍ਰੇਡ ਬੰਦ ਹੋ ਗਈ। ਤੁਸੀਂ ਦੇਖੋ ਨਾ, ਟ੍ਰੇਡ ਤੁਹਾਡੀ ਚਾਈਨਾ ਨਾਲ ਚੱਲਦੀ ਹੈ, ਤੁਹਾਡੀ ਬੰਗਲਾਦੇਸ਼ ਨਾਲ ਚੱਲਦੀ ਹੈ। ਪੰਜਾਬ ਦੀ ਟ੍ਰੇਡ ਟੋਟਲ ਬੰਦ ਪਾਕਿਸਤਾਨ ਨਾਲ ਨਹੀਂ ਹੋਈ, ਸਾਡੀ ਇਰਾਨ ਨਾਲ ਵੀ ਬੰਦ ਹੋ ਗਈ, ਅਫਗਾਨਿਸਤਾਨ ਨਾਲ ਵੀ ਬੰਦ ਹੋ ਗਈ, ਰਸ਼ੀਆ ਨਾਲ ਵੀ ਬੰਦ ਹੋ ਗਈ। ਸਾਡੀ ਮਤਲਬ ਟੋਟਲ ਜਿਹੜਾ ਸਿਲਕ ਰੂਟ ਸੀ ਇਸ ਪਾਸੇ ਦਾ, ਉਹ ਸਿਲਕ ਰੂਟ ਕਲੋਜ਼ ਹੋ ਗਿਆ ਸਾਰਾ, ਜਿੱਥੋਂ ਸਾਡੀ ਟ੍ਰੈਡੀਸ਼ਨਲ ਟ੍ਰੇਡ ਚੱਲਦੀ ਸੀ। ਅਸੀਂ ਤਾਂ ਬਚਪਨ 'ਚ ਪਠਾਨਾਂ ਨੂੰ ਇੱਥੇ ਆਉਂਦੇ ਦੇਖਿਆ, ਪਠਾਨ ਆ ਕੇ ਇੱਥੇ ਮਾਲ ਕਿਸ਼ਮਿਸ਼ ਕਾਜੂ ਵੇਚ ਕੇ ਜਾਂਦੇ ਰਹੇ ਆ। ਸਾਡਾ ਚਮਨ ਦਾ ਅੰਗੂਰ ਆਉਂਦਾ ਰਿਹਾ, ਮਤਲਬ ਕਿ ਕੀ ਨਹੀਂ ਆਉਂਦਾ ਰਿਹਾ। ਸਾਡੀ ਸਿਲਕ ਆਉਂਦੀ ਰਹੀ ਹੈ, ਚਾਈਨੀਜ਼ ਸਿਲਕ ਇੱਥੇ ਆਉਂਦੀ ਰਹੀ ਹੈ ਇਸੇ ਰੂਟ ਤੋਂ। ਹੁਣ ਸਾਰੇ ਬੰਦ ਹੋ ਗਏ। ਇਹ ਦੱਸੇ ਜਦ ਤੁਸੀਂ ਟ੍ਰੇਡ ਦੇ ਰੂਟਸ ਬੰਦ ਕਰ ਦੋਗੇ ਫਿਰ ਉੱਜੜ ਨਹੀਂ ਆ ਸਟੇਟ। ਟਾਂਡਾ ਸਾਹਿਬ, ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਤੁਹਾਡਾ ਲੰਮਾ ਸਮਾਂ ਹੋ ਗਿਆ ਵਕਾਲਤ ਕਰਦਿਆਂ ਨੂੰ। 1982 ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਸੀਗੀ ਆਪਣੀ ਪ੍ਰੈਕਟਿਸ। ਜਦੋਂ ਉਸ ਦੌਰ ਦੀ ਗੱਲ ਕਰੀਏ, ਉਸ 82, 83, 84 ਦੀ ਗੱਲ ਕਰੀਏ, ਮੈਨੂੰ ਲੱਗਦਾ ਉਹ ਬੜਾ ਕਰੂਸ਼ੀਅਲ ਟਾਈਮ ਸੀਗਾ ਪੰਜਾਬ ਦੇ ਲਈ, ਅਤੇ ਬੜੀਆਂ ਸਾਰੀਆਂ ਚੀਜ਼ਾਂ, ਬੜੀਆਂ ਸਾਰੇ ਅਪਸ ਐਂਡ ਡਾਊਨ ਪੰਜਾਬ ਨੇ ਦੇਖੇ। ਉਸ ਵੇਲੇ ਤੁਹਾਨੂੰ ਲੱਗਿਆ ਕਿ ਸਿਆਸਤ ਨੇ ਵੀ ਕੁਛ ਇੱਦਾਂ ਦਾ ਰੋਲ ਅਦਾ ਕੀਤਾ ਜਿਹਦੇ ਕਰਕੇ ਪੰਜਾਬ ਦਾ ਨੁਕਸਾਨ ਜ਼ਿਆਦਾ ਹੋਇਆ ਜੀ। ਸਿਆਸਤ ਦਾ ਵੀ ਰੋਲ ਰਿਹਾ। ਇੱਕ ਨਾ ਬਹੁਤ ਵੱਡੀ ਪਲਾਨ ਰਹੀ ਹੈ ਪੰਜਾਬ 'ਤੇ, ਜਿਹੜੀ ਬ੍ਰਿਟਿਸ਼ ਟਾਈਮ ਤੋਂ ਚੱਲਦੀ ਹੈ। ਉਹਦੇ 'ਚ ਕਿਉਂਕਿ ਸਿੱਖ ਕਮਿਊਨਿਟੀ ਪਰਟੀਕੂਲਰ ਐਂਡ ਪੰਜਾਬੀ ਇਨ ਜਨਰਲ ਵਾਈਬਰੈਂਟ ਕੌਮ ਹੈ। ਇਹ ਡੈਸ਼ਿੰਗ ਹੈ, ਅਗਰੈਸਿਵ ਹੈ, ਸਬਮਿਸ਼ਨ ਨਹੀਂ ਮੰਨਦੇ। ਸੋ ਇਹਨਾਂ ਨੂੰ ਕੰਟਰੋਲ ਕਰਨ ਲਈ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟ ਕੀਤੀ ਗਈ। ਅੰਗਰੇਜ਼ਾਂ ਨੇ ਡੇਰਾਵਾਦ ਪੈਦਾ ਕੀਤਾ, ਰਿਟਾਇਰਡ ਆਰਮੀ ਦੇ ਕਰਮਚਾਰੀਆਂ ਨੂੰ ਹੈਡਸ ਬਣਾਇਆ। ਸਾਰੇ ਦੇਖ ਲਓ ਇੱਕ ਡਿਜ਼ਾਈਨਡ ਪਲਾਨ ਹੈ। ਫਿਰ ਇਹ ਡਿਜ਼ਾਈਨਡ ਪਲਾਨ ਸਕਸੈਸਿਵ ਗਵਰਨਮੈਂਟਸ ਨੇ ਵੀ ਚਲਾਇਆ, ਹਾਊ ਟੂ ਵੀਕਨ ਦੀ ਪੰਜਾਬੀਜ਼ ਐਂਡ ਹਾਊ ਟੂ ਵੀਕਨ ਦ ਸਿੱਖਸ। ਉਸ ਪਲਾਨ ਦੇ ਵਿੱਚ ਫਿਰ ਇੱਕ ਸਟੇਜ ਆਈ 1978 ਦੇ ਵਿੱਚ, ਪਲੇਅਰਸ ਲਿਆ ਕੇ ਸੁੱਟੇ ਗਏ, ਐਕਟਰਸ ਸੁੱਟੇ ਗਏ ਪੰਜਾਬ 'ਚ, ਜਿਹੜੇ ਰੈਡੀਕਲਿਜ਼ਮ ਨੂੰ ਚੱਕਣ। ਫਿਰ ਉਹਦੇ 'ਚ ਗਿਆਨੀ ਜ਼ੈਲ ਸਿੰਘ ਜੀ ਦੀ ਅਤੇ ਬੂਟਾ ਸਿੰਘ ਜੀ ਦੀ ਲੜਾਈ ਉਸ ਡੋਮੀਨੀਅਸ ਦੇ ਵਿੱਚ, ਬਿਕੋਜ਼ ਦੋਨੇ ਨੌਨ ਜਾਟ ਸੀ ਐਂਡ ਪੰਜਾਬ ਦੇ ਵਿੱਚ ਜਾਟ ਡੋਮੀਨੀਅਸ ਸੀਗੀ ਜੱਟਾਂ ਦੀ। ਉਹਦੇ ਬਾਅਦ ਜਦ ਗਿਆਨੀ ਜ਼ੈਲ ਸਿੰਘ ਜੀ ਦਾ ਨਾਂ, ਫਿਰ ਗਿਆਨੀ ਗੈਲ ਸਿੰਘ ਜੀ ਨੇ ਆ ਕੇ ਉਸ ਲਾਈਨ ਨੂੰ ਫੜਨਾ, ਸਿੱਖ ਪੁਰਬ ਬਣਾਉਣੇ ਸ਼ੁਰੂ ਕੀਤੇ। ਫਿਰ ਰੈਲਿਕਸ ਲਿਆਏ ਬਾਹਰੋਂ, ਫਿਰ ਉਹ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ, ਉੱਥੇ ਉਹ ਚਲਾਏ, ਮਤਲਬ ਕਿ ਟੂ ਐਂਟਰ ਦੀ ਸਿੱਖ ਪੋਲੀਟਿਕਸ। ਫਿਰ ਉਸ ਟਾਈਮ ਭਿੰਡਰਾਂਵਾਲਿਆਂ ਜੀ ਨੂੰ ਵੀ ਹਵਾ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਥਿੰਗਸ ਵੈਂਟ ਆਊਟ ਆਫ ਹੈਂਡ ਐਂਡ ਫਿਰ ਜੋ ਅਸੀਂ ਦੇਖਿਆ, ਜੋ ਬਲੂ ਸਟਾਰ ਕੀਤਾ, ਉਹ ਪੰਜਾਬ ਨੇ ਭੋਗਿਆ। ਸਰ, ਇਹ ਬੜੀ ਅਹਿਮ ਚੀਜ਼ ਹੈ ਤੁਸੀਂ ਜ਼ਿਕਰ ਕਰ ਰਹੇ ਹੋ, ਜਿਸ ਤਰੀਕੇ ਨਾਲ ਹਵਾ ਦਿੱਤੀ ਗਈ ਸਿਆਸੀ ਤੌਰ 'ਤੇ। ਇਹ ਮੰਨਿਆ ਜਾਂਦਾ ਸੀਗਾ ਕਿ ਉਸ ਵੇਲੇ ਠੀਕ ਸੀਗਾ, ਸਾਰਾ ਮਾਹੌਲ ਪੰਜਾਬ ਦੇ ਹੱਕ ਦੇ ਵਿੱਚ ਸੀਗਾ, ਇਸ ਕਰਕੇ ਇੱਦਾਂ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਕਿ ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਪਾੜ ਪਾਇਆ ਜਾਵੇ ਤਾਂ ਉਸ ਦਾ ਬਾਅਦ ਵਿੱਚ ਰਾਜਨੀਤਿਕ ਫਾਇਦਾ ਲਿਆ ਜਾਵੇ। ਤੁਹਾਡੇ ਸਾਹਮਣੇ ਤੁਸੀਂ ਮੰਨਦੇ ਹੋ ਕਿ ਇਹ ਚੀਜ਼ ਪ੍ਰਤੱਖ ਹੋਈ ਉਸ ਵੇਲੇ? ਅਪ ਟੂ ਕੈਰੋਂ ਸਾਹਿਬ ਕੋਈ ਦਿੱਕਤ ਨਹੀਂ ਆਈ। ਉਹਦੇ ਬਾਅਦ ਫਿਰ ਇਹ ਹੋਇਆ ਕਿ ਜਦ ਪੰਜਾਬ ਦੀ ਪੋਲਿਟੀ ਦੇ ਵਿੱਚ ਮੋਡਰੇਟ ਸਿੱਖਸ ਨੇ ਕੰਟਰੋਲ ਕਰ ਲਿਆ। ਸੋ ਮੋਡਰੇਟ ਸਿੱਖਸ ਨੂੰ ਮਾਰਨ ਲਈ ਜਿਹੜੇ ਪੋਲੀਟੀਕਲ ਐਂਬੀਸ਼ੀਅਸ ਬੰਦੇ ਸੀ, ਉਹਨਾਂ ਨੇ ਰੈਡੀਕਲਿਜ਼ਮ ਨੂੰ ਹਵਾ ਦੇ ਕੇ ਉਹਨਾਂ ਨੂੰ ਕੱਟ ਕਰਨ ਦੀ ਕੋਸ਼ਿਸ਼ ਕੀਤੀ, ਅਨਮਾਈਂਡਫੁਲ ਕਿ ਤੁਸੀਂ ਕਿੰਨਾ ਡੈਮੇਜ ਕਰੋ। ਅੱਜ ਵੀ ਉਹੀ ਹੋ ਰਿਹਾ। ਅੱਜ ਜਿਹੜਾ ਜੋ ਹਾਲਾਤ 1975 ਟੂ 1995 ਹੋਏ, ਦੈਟ ਇਜ਼ ਰਿਪੀਟਿੰਗ ਨਾਓ। ਅੱਜ ਵੀ ਉਹੀ ਮਾਹੌਲ ਕੀਤਾ ਜਾ ਰਿਹਾ। ਅੱਜ ਵੀ ਉਹੀ ਮੋਡਰੇਟ ਜਿਹੜੇ ਸਿੱਖ ਲੀਡਰਸ਼ਿਪ ਹੈ, ਉਹਨੂੰ ਕਿਲ ਕਰਕੇ ਰੈਡੀਕਲ ਨੂੰ ਅੱਗੇ ਲਿਆ ਕੇ ਉਹਨੂੰ ਵੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਪੋਲੀਟੀਕਲ ਇਨਰੋਡਸ ਪੰਜਾਬ 'ਚ ਬਣਾਉਣੀਆਂ ਜਾਣ। ਇਹ ਬਹੁਤ ਹੋਰ ਡੈਮੇਜ ਕਰੂਗਾ ਪੰਜਾਬ ਨੂੰ। ਐਂਡ ਇਹ ਪੰਜਾਬ ਦੇ ਅੱਗੇ ਚੈਲੰਜਸ ਹੈ, ਪੰਜਾਬ ਦੇ ਅੱਗੇ ਚੈਲੰਜਸ ਰਹਿਣਗੇ। ਐਂਡ ਪੰਜਾਬੀਆਂ ਨੂੰ ਸੋਚਣਾ ਪੈਣਾ ਕਿ ਅਸੀਂ ਇਸ ਗੇਮ ਪਲਾਨ 'ਚੋਂ ਬਚਣਾ ਕਿਵੇਂ ਹੈ। ਪਹਿਲਾਂ ਅਸੀਂ ਬਚੇ ਹਾਂ, ਪਹਿਲਾਂ ਅਸੀਂ ਫਸੇ ਨਹੀਂ, ਸਾਡੀ ਕਮਿਊਨਿਟੀ ਵੋਰ ਨਹੀਂ ਹੋਈ। ਅਸੀਂ ਚਾਹੇ ਟੈਰਰਿਸਟ ਪੁਲਿਸ ਨੇ ਮਾਰੇ, ਚਾਹੇ ਟੈਰਰਿਸਟ ਨੇ ਕੋਈ ਹੋਰ ਮਾਰੇ, ਸਿਵਿਆਂ ਦੇ ਉੱਤੇ ਹਿੰਦੂ ਸਿੱਖ ਇਕੱਠੇ ਗਏ, ਕਦੇ ਅੜਪਾੜਾ ਨਹੀਂ ਪਿਆ। ਅੱਜ ਵੀ ਇਹਦੇ 'ਤੇ ਤਰਜੀਹ ਕਮਿਊਨਿਟੀ ਨੂੰ ਦੇਣੀ ਪੈਣੀ ਹੈ।
ਟਰੈਪ ਹੁੰਦੇ ਜਾ ਰਹੇ ਹਾਂ ਅਸੀਂ ਨਾ, ਜਿਹੜਾ ਰੈਡੀਕਲਿਜ਼ਮ ਹੈ, ਐਕਸਟ੍ਰੀਮ ਹਿੰਦੂਇਜ਼ਮ ਹੈ, ਐਕਸਟ੍ਰੀਮ ਹਿੰਦੂਇਜ਼ਮ ਨੂੰ ਇੱਕ ਨਾਅਰਾ ਜਿਹਾ ਦੇ ਕੇ ਇੱਕ ਨੈਸ਼ਨਲਿਜ਼ਮ ਫੀਲਿੰਗ, ਨਵੀਂ ਨੈਸ਼ਨਲਿਸਟ ਫੀਲਿੰਗਸ ਕੰਟਰੀ 'ਚ ਪੈਦਾ ਕੀਤੀ ਜਾ ਰਹੀਆਂ। ਇੰਡੀਆ ਨੇਸ਼ਨ, ਅਨਮਾਈਂਡਫੁਲ ਕਿ ਇੰਡੀਆ ਇਜ਼ ਨੇਸ਼ਨ, ਰਾਈਟ, ਬਟ ਇੰਡੀਆ ਇਜ਼ ਰਿਪਬਲਿਕ, ਇਟਸ ਅ ਯੂਨੀਅਨ ਆਫ ਸਟੇਟਸ। ਤੁਸੀਂ ਜਿਹੜਾ ਫੈਡਰਲ ਸਟਰਕਚਰ ਦੇ ਵਿੱਚ ਕਾਂਗਰਸ ਵੱਲੋਂ ਵੀ ਉਹੀ ਰਿਹਾ, ਮੌਜੂਦਾ ਰਜੀਮ ਵੱਲੋਂ ਵੀ ਇਹੀ ਰਿਹਾ ਕਿ ਜਿਹੜੀ ਸੈਂਟਰ ਹੈ ਉਹਨੂੰ ਸਟਰੋਂਗ ਕਰਕੇ ਗ੍ਰਿਪ ਕਰ ਲਈਏ, ਸਟੇਟਸ ਨੂੰ ਨੱਪ ਲਈਏ ਕਿ ਇਟ ਇਜ਼ ਅ ਵਨ ਕੰਟਰੀ। ਉਹਦੇ ਨਾਲ ਜਿਹੜੀਆਂ ਸਟੇਟ ਦੀਆਂ ਐਂਬੀਸ਼ਨਸ ਹੈ ਉਹ ਡੈਮੇਜ ਹੁੰਦੀਆਂ, ਡੈਮੇਜ ਹੋ ਕੇ ਫਿਰ ਸੈਪਰੇਟਿਜ਼ਮ ਸ਼ੁਰੂ ਹੁੰਦਾ ਐਂਡ ਉਹਨੂੰ ਕੰਟਰੋਲ ਕਰਨਾ, ਮਤਲਬ ਪ੍ਰੋਪਰ ਸਮੂਥ ਫੈਡਰਲ ਰਿਲੇਸ਼ਨਸ ਹੈ ਜਿਹੜੇ ਉਹ ਅਸੀਂ ਡਿਵੈਲਪ ਨਹੀਂ ਕੀਤੇ ਟਾਈਮ ਨਾਲ, ਜਿਸ ਢੰਗ ਨਾਲ ਅਮਰੀਕਾ ਦੇ ਵਿੱਚ ਡਿਵੈਲਪ ਹੋਏ ਆ। ਉਹ ਵੀ ਇੱਕ ਫੈਡਰਲ ਸਟਰਕਚਰ ਆ ਉਹਨਾਂ ਦਾ ਵੀ, ਉਹ ਵੀ ਇੱਕ ਯੂਨਾਈਟਿਡ ਸਟੇਟਸ ਆਫ ਅਮਰੀਕਾ, ਸਟੇਟ ਆਪਣਾ ਝੰਡਾ ਵੀ ਲਹਿਰਾਉਂਦੀ ਹੈ ਉੱਥੇ, ਆਪਣੇ ਹਿਸਾਬ ਨਾਲ ਚੱਲਦੀ ਹੈ। ਹਾਂ, ਇਟਸ ਨਾਟ ਵਨ ਨੇਸ਼ਨ, ਅਸੀਂ ਵੀ ਵਨ ਨੇਸ਼ਨ ਨਹੀਂ ਹੈ। ਪਿੱਛੇ ਸ਼ੁਰੂ ਕੀਤਾ ਸੀਗਾ ਇੱਕ ਜਗ੍ਹਾ 'ਤੇ ਕਿ ਸੈਪਰੇਟ ਝੰਡਾ, ਉਹਦਾ ਵੀ ਏਕ ਝੰਡਾ ਏਕ ਦੇਸ਼, ਮਤਲਬ ਠੀਕ ਹੈ, ਫਾਈਨ, ਵਾਈ ਕਾਂਟ ਸਟੇਟ ਹੈਵ ਅ ਝੰਡਾ, ਵਾਈ ਕਾਂਟ ਸਟੇਟ ਆਪਣੇ ਫੋਰਨ ਰਿਲੇਸ਼ਨਸ ਵੀ ਕਿਤੇ ਨਾ ਕਿਤੇ ਟ੍ਰੇਡ ਦੇ ਕਮ ਸੇ ਕਮ ਆਪਣੇ ਕਰ ਸਕਦੀ ਹੈ, ਉਹਦੇ 'ਤੇ ਫੈਸਲੇ ਲੈ ਸਕਦੀ ਹੈ। ਫਿਰ ਤੁਸੀਂ ਜਿਹੜੀਆਂ ਡੈਵੋਲੂਸ਼ਨ ਆਫ ਐਸੈਟਸ ਹੈ, ਡੈਵੋਲੂਸ਼ਨ ਆਫ ਟੈਕਸ ਹੈ ਸੈਂਟਰ ਦਾ ਜਿਹੜਾ ਸਟੇਟ ਨੂੰ ਆਉਂਦਾ, ਉਹਨੂੰ ਵੀ ਤੁਸੀਂ ਸਟ੍ਰਿੰਗਸ ਲਗਾ ਕੇ ਦਿੰਦੇ ਹੋ, 60-40 ਰੇਸ਼ੋ। ਉਹਦੇ 'ਚ ਵੀ ਫਿਰ ਤੁਸੀਂ ਡਿਸਾਈਡ ਕਰਨਾ ਐਜੂਕੇਸ਼ਨ ਦੇ ਕਿਹੜੇ ਸੈਕਟਰ ਚਲਾਓਗੇ, ਹੈਲਥ ਦੇ ਕਿਹੜੇ ਸੈਕਟਰ ਚਲਾਓਗੇ, ਤੁਸੀਂ ਪਾਵਰ ਦੇ ਲਾਣਾ ਕਿਹੜੇ ਸੈਕਟਰ ਚਲਾਓਗੇ। ਯਾਨੀ ਕਿ ਗਾਹੇ ਬਗਾਹੇ ਸਾਰੀ ਪਾਵਰ ਆਪਣੇ ਹੱਥ ਲੈ ਕੇ ਸਟੇਟਸ ਦੀ ਜਿਹੜੀ ਪਾਵਰ ਹੁੰਦੀ ਉਹਨੂੰ ਡਿਲੂਟ ਕਰ ਦੇਣਾ, ਉਹਨੂੰ ਡਿਲੂਟ ਕਰਨਾ। ਐਂਡ ਫਿਰ ਸਾਡੇ ਲੀਡਰਸ ਦੀ ਵੀ ਕਮੀ ਹੈ। ਮੈਂ MLA ਰਿਹਾ, ਉਦੋਂ ਮੈਨੂੰ ਯਾਦ ਹੈ ਮੈਡਮ ਭੱਠਲ ਤੇ ਹੋਰ ਲੀਡਰਸ ਨੇ ਅਟੈਕ ਕਰਨਾ ਸਾਡੇ 'ਤੇ, ਤੁਸੀਂ ਤਾਂ ਕੰਗਾਲ ਹੋ, ਸੈਂਟਰ ਦੀ ਏਡ ਨਾਲ ਤੁਸੀਂ ਜੀਂਦੇ ਹੋ, ਸੈਂਟਰ ਦੀ ਏਡ ਨਾ ਹੋਵੇ, ਜੇ ਅੱਜ ਅਸੀਂ ਏਡ ਨਾ ਦਈਏ ਐਜ਼ ਇਫ ਕਾਂਗਰਸ ਏਡ ਦਿੰਦੀ ਹੈ। ਮਤਲਬ ਲੋਕੀ ਰਿਅਲਾਈਜ਼ ਨਹੀਂ ਕਰਦੇ ਕਿ ਇੰਸਟੀਟਿਊਸ਼ਨਸ ਨੂੰ ਤੁਸੀਂ ਸਟਰੋਂਗ ਕਿਵੇਂ ਕਰਨਾ, ਬਿਲਡ ਕਿਵੇਂ ਕਰਨਾ। ਹੁਣ ਉਸੇ ਮਤਲਬ ਸੈਂਟਰ ਕੋਈ ਖਰੈਤ ਨਹੀਂ ਦਿੰਦੀ, ਸੈਂਟਰ ਰੋਕ ਨਹੀਂ ਸਕਦੀ, ਸੈਂਟਰ ਹੈਜ਼ ਟੂ ਗਿਵ। ਸਟੇਟ ਦਾ ਰਾਈਟ ਹੈ, ਤੁਸੀਂ ਸਟੇਟ ਤੋਂ ਟੈਕਸ ਲਗਾਏ ਹੋ, ਉਹ ਸਿਸਟਮ ਹੈ, ਉਹਦੇ ਨਾਲ ਪਾਰਟ ਆਫ ਦ ਟੈਕਸ ਹੈਜ਼ ਟੂ ਕਮ ਬੈਕ ਟੂ ਦ ਸਟੇਟ। ਪਰ ਉਹਨੂੰ ਤੁਸੀਂ ਜਦ ਗੰਢਾ ਮਾਰ ਕੇ ਦਿੰਦੇ ਹੋ ਤੇ ਫਿਰ ਤੁਸੀਂ ਸਟੇਟ ਦੀ ਵਰਕਿੰਗ ਦੇ ਉੱਤੇ ਘੁੰਮ ਕੇ ਕੈਪਚਰ ਕਰਦੇ ਹੋ, ਡਿਕਟੇਟ ਕਰਦੇ ਹੋ। ਦਿਸ ਇਜ਼ ਰੋਂਗ ਐਂਡ ਸਟੇਟਸ ਨੇ ਵੀ ਮਾੜਾ ਕੀਤਾ ਹੋਇਆ, ਸਾਡੀ ਪੰਜਾਬ ਨਹੀਂ ਸਾਰੇ ਕੰਟਰੀ 'ਚ ਹੀ ਹੈ ਕਿ ਜਿਹੜਾ ਤੁਸੀਂ ਥਰਡ ਫੈਡਰਲ ਸਟਰਕਚਰ ਦਾ ਪਾਰਟ ਹੈ, ਜਿਹੜੀ ਪੰਚਾਇਤੀ ਰਾਜ ਹੈ ਤੇ ਲੋਕਲ ਬਾਡੀਜ਼ ਹੈ, ਉਹਦੇ 'ਤੇ ਤਾਂ ਤੁਸੀਂ ਖਤਮ ਹੀ ਕਰਤਾ। ਮੈਂ ਸਰ ਕਿਉਂਕਿ ਇਹ ਵਕਾਲਤ ਵਾਲੇ ਪਾਸੇ ਵੀ ਆਉਣਾ ਆਪਾਂ, ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਇੰਨੇ ਜ਼ਿਆਦਾ ਪੱਧਰ 'ਤੇ ਕੇਸਿਸ ਲਗਾਤਾਰ ਵੱਧਦੇ ਜਾ ਰਹੇ ਨੇ ਕਿ ਅਦਾਲਤਾਂ ਵੀ ਚੋਕ ਹੋਈਆਂ ਪਈਆਂ, ਬੜੇ ਕੇਸ ਵੱਧਦੇ ਜਾ ਰਹੇ ਨੇ। ਪਰ ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਜ਼ਿਕਰ ਇਹ ਤੁਹਾਡੇ ਤੋਂ ਜ਼ਰੂਰ ਕਰਾਂ, ਤੁਹਾਡੇ ਤੋਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂ, ਕਿਉਂਕਿ ਤੁਸੀਂ ਉਸ ਦੌਰ ਨੂੰ ਦੇਖਿਆ ਹੈਗਾ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਹੋ ਰਹੀਆਂ ਸੀਗੀਆਂ, ਪਰ ਪਾਲਿਸੀਜ਼ ਬਹੁਤ ਮੈਟਰ ਕਰਦੀਆਂ ਹੁੰਦੀਆਂ ਕਿ ਇੱਕ ਸਟੇਟ ਕਿੱਦਾਂ ਦੀਆਂ ਪਾਲਿਸੀਜ਼ ਲਿਆ ਰਹੀ ਹੈ, ਉਹਨੇ ਹੀ ਅੱਗੇ ਭਵਿੱਖ ਜਿਹੜਾ ਆ ਤੈਅ ਕਰਨਾ ਹੁੰਦਾ। ਤੁਹਾਨੂੰ ਕੀ ਲੱਗਾ ਕਿ ਉਸ ਸਮੇਂ ਦੇ ਦੌਰਾਨ ਜਦੋਂ ਅਸੀਂ 80s ਤੋਂ ਬਾਅਦ ਦੀ ਗੱਲ ਕਰਦੇ ਹਾਂ ਤੇ ਸਰਕਾਰਾਂ ਨਵੀਆਂ ਆਪਣੇ ਪੈਰਾਂ 'ਤੇ ਬਣਨੀਆਂ ਸ਼ੁਰੂ ਹੋਈਆਂ, ਕਿਹੜੀਆਂ ਪਾਲਿਸੀਜ਼ ਤੁਹਾਨੂੰ ਇੱਦਾਂ ਦੀਆਂ ਲੱਗੀਆਂ ਜਿਹੜੀਆਂ ਪੰਜਾਬ 'ਚ ਹੋਈਆਂ, ਲਿਆਂਦੀਆਂ ਗਈਆਂ, ਜਿਨ੍ਹਾਂ ਨੇ ਪੰਜਾਬ ਦਾ ਭਲਾ ਤਾਂ ਕੀ ਕਰਨਾ ਸੀਗਾ, ਉਲਟਾ ਨੁਕਸਾਨ ਕੀਤਾ? ਦੇਖੋ, ਇੱਕ ਹਰ ਗਵਰਨਮੈਂਟ ਨੇ, ਆਈ ਵਿਲ ਬੀ ਨਾਨ ਪੋਲੀਟੀਕਲ ਓਵਰ ਹੇਅਰ, ਹਰ ਸਕਸੈਸਿਵ ਗਵਰਨਮੈਂਟ ਜਿਹੜੀ ਪੰਜਾਬ 'ਚ ਆਈ ਹੈ ਉਹਨੇ ਕਦੇ ਪੰਜਾਬ ਨੂੰ ਬਿਲਡ ਕਰਨ ਦਾ ਪ੍ਰਯਾਸ ਨਹੀਂ ਕੀਤਾ। ਠੀਕ ਹੈ, ਟਾਈਮ ਟੂ ਟਾਈਮ ਆਏ ਹੈ, ਇਨਫਰਾਸਟ੍ਰਕਚਰ 'ਤੇ ਬਹੁਤ ਅਕਾਲੀ ਦਲ ਨੇ ਧਿਆਨ ਦਿੱਤਾ ਹੈ, ਕਾਂਗਰਸ ਨੇ ਵੀ ਕਈ ਵਾਰ ਕੀਤਾ ਹੈ, ਇਹ ਵੀ ਗਵਰਨਮੈਂਟ ਕਰੂਗੀ ਜਿਹੜੀ ਮੌਜੂਦਾ ਗਵਰਨਮੈਂਟ ਹੈ। ਪਰ ਜਿਹੜਾ ਬੇਸਿਕ ਫਲॉज ਹੈ, ਫਾਲਟ ਲਾਈਨਸ ਹੈ, ਉਹਨੂੰ ਅਸੀਂ ਕਰੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਦ ਸਾਡਾ ਟੈਰਰਿਜ਼ਮ ਡੇਜ਼ ਆਏ ਹੈ, ਉਦੋਂ ਸਾਡੀ ਇਕੋਨਮੀ ਨੂੰ ਢਾਹ ਬਹੁਤ ਲੱਗੀ, ਉਦੋਂ ਤੱਕ ਪੰਜਾਬ 'ਤੇ ਕੋਈ ਡੈਟ ਨਹੀਂ ਸੀਗਾ। ਦੇਅਰ ਆਫਟਰ ਡੈਟ ਵਧਿਆ। ਹੁਣ ਡੈਟ ਕੀ ਹੈ? ਪਹਿਲੀ ਗੱਲ ਤਾਂ ਸਾਰੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਜੀ, ਇਹ 3 ਲੱਖ ਕਰੋੜ ਹੋ ਗਿਆ, ਫਲਾਨਾ ਹੋ ਗਿਆ ਜੀ, ਇਹਦੇ ਟਾਈਮ ਵੱਧ ਗਿਆ। ਡੈਟ ਗਵਰਨਮੈਂਟ ਦੀ ਪਾਲਿਸੀ ਹੈ, RBI ਚਲਾਉਂਦੀ ਹੈ ਡੈਟ ਨੂੰ, ਰਿਜ਼ਰਵ ਬੈਂਕ ਆਫ ਇੰਡੀਆ ਚਲਾਉਂਦਾ ਹੈ। ਐਂਡ ਇਹ ਡੈਟ ਦੇਣ ਮੈਡਮ ਇੰਦਰਾ ਗਾਂਧੀ ਤੋਂ ਸ਼ੁਰੂ ਹੋਈ, ਐਂਡ ਇਹਨੂੰ ਮੈਂ ਨੈਗੇਟਿਵ ਨਹੀਂ ਕਹੂੰਗਾ, ਇੱਕ ਵਰਲਡ ਇਕਨੋਮਿਕ ਸਿਸਟਮ ਹੈ ਕਿ ਤੁਸੀਂ ਡੈਫਿਸਿਟ ਫਾਈਨੈਂਸ ਕਰਕੇ, ਲੋਨ ਰੇਜ਼ ਕਰਕੇ ਜੇ ਤੁਸੀਂ ਆਪਣੀ ਇਕੋਨਮੀ ਨੂੰ ਗਰੋ ਕਰਦੇ ਹੋ, ਉਹ ਜ਼ਿਆਦਾ ਇੰਪਿਊਟਸ ਦਊਗਾ, ਤੁਹਾਡੀ ਇਕੋਨਮੀ ਗਰੋ ਕਰੂਗੀ, ਸੋ ਯੂ ਕੈਨ ਰਿਟਰਨ ਆਊਟ ਆਫ ਇਟ ਦੀ ਲੋਨ। ਪਰ ਜਦ ਡੈਟ ਟਰੈਪ 'ਚ ਫਸ ਜਾਈਏ ਅਸੀਂ ਕਿ ਜਿਹੜਾ ਡੈਟ ਲੈ ਰਹੇ ਹਾਂ ਉਹ ਡੈਟ ਇਨਫਰਾਸਟ੍ਰਕਚਰ ਡਿਵੈਲਪਮੈਂਟ 'ਤੇ ਨਹੀਂ ਲੱਗ ਰਿਹਾ, ਉਹ ਡੇ ਟੂ ਡੇ ਕੰਮਕਾਜ 'ਤੇ ਜਾਂ ਡੈਟ ਸਰਵਿਸ ਕਰਨ ਨੂੰ, ਡੈਟ ਮੋੜਨ ਲਈ, ਵਿਆਜ ਮੋੜਨ ਲਈ ਲੱਗਦੇ ਪਏ, ਫਿਰ ਤੁਸੀਂ ਟਰੈਪ 'ਚ ਫਸ ਗਏ। ਹੁਣ ਪੰਜਾਬ ਉਸ ਸਿਚੁਏਸ਼ਨ 'ਚ ਫਸ ਚੁੱਕਾ ਹੈ। ਹੁਣ ਜਿਹੜੀ
ਸਕਸੈਸਿਵ ਗਵਰਨਮੈਂਟਸ ਨੇ ਜਿਹੜੀ ਫ੍ਰੀ ਵਾਈਬਸ ਦਿੱਤੇ ਆ, ਫ੍ਰੀ ਵਾਈਬਸ ਆਰ ਨਾਟ ਸੂਟੇਬਲ। ਬਟ ਹੁਣ ਪੋਲੀਟੀਕਲ ਵੈਪਨ ਹੀ ਇਹ ਰਹਿ ਗਿਆ। ਅਕਾਲੀ ਦਲ ਨੇ ਵੀ ਦਿੱਤੀਆਂ, ਕਾਂਗਰਸ ਨੇ ਵੀ ਦਿੱਤੀਆਂ, ਹੁਣ ਆਮ ਆਦਮੀ ਪਾਰਟੀ ਵੀ ਉਸੇ ਆਧਾਰ ਤੇ ਸਾਰਿਆਂ ਨੇ। ਆਈ ਡੋਂਟ ਸਪੇਅਰ ਪਾਰਟੀਜ਼। ਤੁਸੀਂ ਫ੍ਰੀ ਵਾਈਬਸ ਨਹੀਂ ਦੇ ਸਕਦੇ, ਇਸ ਨੂੰ ਐਜ਼ ਅ ਟੂਲ ਟੂ ਵਿਨ ਵੋਟਸ ਯੂਜ਼ ਕਰੋਗੇ, ਯੂ ਆਰ ਅ ਐਨੀਮੀ ਆਫ ਅ ਸਟੇਟ। ਤੁਸੀਂ ਦੁਸ਼ਮਣ ਹੋ, ਤੁਸੀਂ ਵੋਟ ਲੋਕਾਂ ਦੀ ਲੁਭਾ ਕੇ ਖਰੀਦ ਰਹੇ ਹੋ। ਹੁਣ ਮੇਰੇ ਤੋਂ ਹਾਊਸ ਟੈਕਸ ਪ੍ਰਾਪਤ ਲਿਆ ਜਾਵੇ, ਪ੍ਰਾਪਤ ਲੈ ਕੇ ਮੈਨੂੰ ਇਨਫਰਾਸਟ੍ਰਕਚਰ ਰੋਡਸ ਦਾ ਮਿਲੇ, ਮੈਨੂੰ ਸਟਰੀਟ ਲਾਈਟਸ ਮਿਲਣ, ਮੈਨੂੰ ਪਾਰਕਸ ਡਿਵੈਲਪਮੈਂਟ ਮਿਲਣ, ਮੈਨੂੰ ਗ੍ਰੀਨਰੀ ਮਿਲੇ। ਮੇਰੇ ਤੋਂ ਤੁਸੀਂ ਸਫੀਸ਼ੀਐਂਟ ਵਾਟਰ ਰੇਟ ਲਓ, ਮੈਨੂੰ ਪੋਰਟੇਬਲ ਵਾਟਰ ਤਾਂ ਦਿਓ। ਹੁਣ ਪੰਜਾਬ ਦੇ ਵਿੱਚ ਲੈ ਲਈਏ, ਕੰਟਰੀ ਦਾ ਹੀ ਹੈ, ਖੈਰ ਆਪਾਂ ਹੁਣ ਪੰਜਾਬ ਤੇ ਸੈਂਟਰਿਕ ਰਹਿੰਦੇ ਹਾਂ। ਪੰਜਾਬ ਤੇ ਜਿੰਨੀਆਂ ਵਾਟਰਬੋਰਨ ਡਿਜ਼ੀਜ਼ਸ ਹੈ, ਹਸਪਤਾਲ ਭਰੇ ਪਏ ਹੁੰਦੇ ਆ। ਡੇਂਗੂ ਹੁੰਦਾ, ਤੁਹਾਨੂੰ ਟਾਈਫਾਇਡ ਹੁੰਦਾ, ਤੁਹਾਨੂੰ ਪੀਲੀਆ ਹੁੰਦਾ, ਹਸਪੀਟਲਸ ਭਰੇ ਪਏ ਆ। ਜੇ ਇੱਕਾ ਤੇ ਭਰੇ ਹੋਏ ਆ ਬਿਕੋਜ਼ ਤੁਸੀਂ ਹਾਈਜੈਨਿਕ ਕੰਡੀਸ਼ਨਸ ਨਹੀਂ ਦਿੱਤੀਆਂ ਹੋਈਆਂ, ਪੋਰਟੇਬਲ ਵਾਟਰ ਸਾਫ਼ ਨਹੀਂ ਲੋਕਾਂ ਕੋਲ। ਜੇ ਸਾਫ਼ ਹੋਵੇ ਤੁਹਾਡੇ ਹਸਪੀਟਲ 70% ਆਕੂਪੇਸ਼ਨ ਘਟ ਜਾਵੇ ਹਸਪੀਟਲ ਦੀ, ਹਸਪੀਟਲ ਤੁਹਾਡੇ ਕੋਲ ਹੈ ਨਹੀਂ, ਤੁਸੀਂ ਕ੍ਰੀਏਟ ਕਰ ਰਹੇ ਹੋ। ਫ੍ਰੀ ਪਾਣੀ ਦੇ ਰਹੇ ਹੋ ਲੋਕਾਂ ਨੂੰ, ਕਿਉਂ ਫ੍ਰੀ ਪਾਣੀ ਦੇ ਰਹੇ ਹੋ? ਚਾਰਜ ਕਰੋ ਪਾਣੀ ਦਾ। ਤੁਸੀਂ ਘਰਾਂ ਦੇ ਵਿੱਚ ਇੱਕ ਇਸ ਕਿਸਮ ਦਾ ਟੈਪ ਵੀ ਦਿਓ ਜਿਹੜਾ ਪੋਰਟੇਬਲ, ਜਿਹੜਾ ਪੀ ਸਕਣ ਸਿੱਧਾ ਟੂਟੀ 'ਚੋਂ ਪਾਣੀ। ਆਹ ਜਿਹੜੀਆਂ ਬੋਤਲਾਂ ਚੜੀਆਂ ਫਿਰਦੀਆਂ, ਦੇਖੋ ਕਿੰਨਾ ਲੋਕਾਂ ਦੀ ਇਕੋਨਮੀ ਨੂੰ ਢਾਹ ਲੱਗਦਾ ਹੈ। ਤੁਸੀਂ ਬੋਟਲਡ ਵਾਟਰ ਪੀਂਦੇ ਹੋ, ਫਿਰ ਬੋਟਲਡ ਵਾਟਰ ਤੇ ਪਲਾਸਟਿਕ ਸੁੱਟਦੇ ਹੋ, ਫਿਰ ਉਹ ਪਲਾਸਟਿਕ ਸੁੱਟਦੇ ਹੋ, ਉਹਦੀ ਪੋਲਿਊਸ਼ਨ ਹੁੰਦੀ ਹੈ। ਮਤਲਬ ਇਟਸ ਚੇਨ ਰਿਐਕਸ਼ਨਸ ਹੈ। ਇਹਨੂੰ ਚੇਨ ਰਿਐਕਸ਼ਨ ਨੂੰ ਰੋਕ ਸਕਦੇ ਹੋ ਤੁਸੀਂ, ਪਰ ਉਹਦੇ ਲਈ ਤੁਹਾਨੂੰ ਲੋਕਾਂ ਨੂੰ ਟੈਕਸ ਲਾਣਾ ਪਊਗਾ। ਹੁਣ ਤੁਸੀਂ ਆਟਾ ਦਾਲ ਹੈ, ਲੈਟਸ ਅਸਿਊਮ ਆਟਾ ਦਾਲ ਤੁਸੀਂ ਅਫੋਰਡੇਬਲ ਦਿਓ ਲੋਕਾਂ ਨੂੰ, ਵਾਈ ਫ੍ਰੀ? ਹੁਣ ਇਹਦਾ ਕਿੰਨਾ ਅਸਰ ਹੋਇਆ ਹੈ ਕਿ ਜਿਹੜੀ ਪਿੰਡਾਂ ਦੇ ਵਿੱਚ ਲੇਬਰ ਛੁੱਟੀ ਲੈ ਕੇ ਜਾਂਦੀ ਸੀ, ਵਾਢੀ ਦੀ ਛੁੱਟੀ ਮਿਲਦੀ ਸੀ, ਗਵਰਨਮੈਂਟ ਮੁਲਾਜ਼ਮਾਂ ਨੂੰ ਮਿਲਦੀ ਸੀ, ਸਾਲ ਭਰ ਦੇ ਦਾਣੇ ਇਕੱਠੇ ਕਰ ਲੈਂਦੇ ਸੀ ਨਾਨ ਫਾਰਮਿੰਗ ਕਮਿਊਨਿਟੀ, ਉਹਨੇ ਇਕੱਠੇ ਕਰਨੇ ਬੰਦ ਕਰਤੇ। ਹੁਣ ਫਾਰਮਰ ਨੂੰ ਲੇਬਰ ਨਹੀਂ ਮਿਲ ਰਹੀ ਵਾਢੀ ਕਰਨ ਲਈ। ਦੇਖੋ ਕਿੰਨਾ ਕਾਊਂਟਰ ਪ੍ਰੋਡਕਟਿਵ ਹੋ ਰਿਹਾ ਸਿਸਟਮ। ਬਿਲਕੁਲ, ਇਹ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੁਣ ਨੇ। ਤੁਸੀਂ ਪੰਜਾਬ ਨੂੰ ਇੰਡਸਟਰੀਅਲ ਲੇਬਰ ਨਹੀਂ ਮਿਲ ਰਹੀ, ਯੂਪੀ ਬਿਹਾਰ 'ਚੋਂ ਬੰਦੇ ਆਣੇ ਬੰਦ ਹੋ ਗਏ, ਉਹਨਾਂ ਨੂੰ ਉੱਥੇ ਨਾਲੇ ਨਰੇਗਾ ਮਿਲ ਗਈ ਤੇ ਨਾਲੇ ਉਹਨਾਂ ਨੂੰ ਮੁਫਤ ਦਾਣੇ ਮਿਲ ਗਏ। ਫਿਰ ਤੁਸੀਂ ਮੁਫਤ ਦਾਣੇ ਨਹੀਂ ਖਤਮ ਕਰਦੇ, ਫਿਰ ਤੁਸੀਂ ਮਿਡ ਡੇ ਮੀਲ ਸ਼ੁਰੂ ਕਰਤੀ ਲੁਭਾਉਣ ਨੂੰ, ਵੋਟਾਂ ਲੁਭਾਉਣ ਨੂੰ। ਹੁਣ ਮਨਰੇਗਾ ਇਜ਼ ਅ ਡਿਜ਼ਾਸਟਰ। ਦੇਖੋ ਅਬ ਇਹਨੂੰ ਬੜੇ ਲੋਕੀ ਕਰਨਗੇ, ਦ ਵੇ ਇਟ ਇਜ਼ ਇੰਪਲੀਮੈਂਟਡ ਇਟ ਇਜ਼ ਡਿਜ਼ਾਸਟਰ। ਤੁਹਾਨੂੰ 1 ਲੱਖ ਕਰੋੜ ਸਾਲ ਦਾ ਤੁਸੀਂ ਬਰਡਨ ਐਕਸਚੈਕਰ ਤੇ ਪਾਉਂਦੇ ਹੋ, ਖੁਰਪੇ ਲੈ ਕੇ ਬੱਟਾਂ ਸਾਫ਼ ਕਰਤੇ, ਟੋਭੇ ਸਾਫ਼ ਕਰਤੇ, ਕਿਹੜੀ ਪ੍ਰੋਡਕਸ਼ਨ ਹੁੰਦੀ ਹੈ? ਤੁਸੀਂ ਜੇ ਨਰੇਗਾ ਨੂੰ ਅਟੈਚ ਕਰ ਦਿਓ ਐਮਪਲੋਇਮੈਂਟ ਨਾਲ, ਤੁਸੀਂ ਫੈਕਟਰੀ 'ਚ ਕੰਮ ਕਰਦਾ ਬੰਦਾ ਅਟੈਚ ਵਿਦ ਨਰੇਗਾ, ਉਹਨੂੰ ਕੋਲ ਨਰੇਗਾ ਦੇ ਪੈਸੇ ਵੀ ਮਿਲਣਗੇ। ਇਫ ਯੂ ਵਰਕ ਇਨ ਅ ਫੈਕਟਰੀ, ਲੈ ਪੈਸੇ ਉਹਦੇ, ਉਸ ਪੈਸਿਆਂ ਦੇ ਵਿੱਚੋਂ ਕੁਝ ਪੈਸੇ ਦਿਓ, ਕੁਛ ਨਹੀਂ ਉਹਨੂੰ ਸਰਵਿਸਿਜ਼ ਦੀ ਇੰਸ਼ੋਰੈਂਸ ਕਰੋ, ਉਹਦੀ ਐਜੂਕੇਸ਼ਨ ਦੀ ਇੰਸ਼ੋਰੈਂਸ ਕਰੋ, ਉਹਦੀ ਹੈਲਥ ਦੀ ਇੰਸ਼ੋਰੈਂਸ ਕਰੋ। ਆਪਾਂ ਇੱਕ ਲੋਟ ਇੰਪਰੂਵ ਕਰਨਾ ਨਾ ਬੰਦਿਆਂ ਦਾ, ਤਾਂ ਕਿ ਤੁਹਾਡੀ ਮੈਨ ਪਾਵਰ ਹੈਲਦੀ ਹੋਵੇ, ਐਜੂਕੇਟਿਡ ਹੋਵੇ, ਕੰਟਰੀਬਿਊਟਿੰਗ ਹੋਵੇ। ਪਰ ਨਰੇਗਾ ਤਾਂ ਇਹ ਵੀ ਕਹਿੰਦੀ ਹੈ ਕਿ ਜੇ ਕਿਸਾਨ ਆਪਣੇ ਖੇਤਾਂ 'ਚ ਵੀ ਕੰਮ ਕਰਦਾ ਤਾਂ ਉਹਦੇ ਲਈ ਵੀ ਨਰੇਗਾ ਤਹਿਤ ਪੈਸੇ ਲੈ ਸਕਦਾ। ਦਿੰਦੇ ਨਹੀਂ, ਦੇਣ। ਜਿਹੜੇ ਕਿਸਾਨ ਨੇ ਇੱਕ ਬੰਦਾ ਉਹਨੂੰ ਰੱਖਣ ਲਈ ਦੇਣ। ਇੱਕ ਬੰਦਾ ਕਿਸਾਨ ਜਿਹੜਾ ਮਾਰਜਨਲ ਫਾਰਮਰ ਹੈ, 3 ਏਕੜ ਤੋਂ ਘੱਟ ਹੈ, ਉਹਨੂੰ ਆਪਣੇ ਆਪ ਨੂੰ ਵੀ ਗਿਣਨ ਮਨਰੇਗਾ ਦਾ ਕਿ ਹੀ ਇਜ਼ ਆਲਸੋ ਵਰਕਰ, ਹੀ ਵਰਕਸ ਇਨ ਹਿਜ਼ ਓਨ ਫਾਰਮ, ਵਾਟ ਇਜ਼ ਦੀ ਪ੍ਰੋਬਲਮ? ਇੱਕ ਬੰਦਾ ਰੱਖਣ ਲਈ ਦੇਣ। ਤੇ ਜੇ ਇਸ ਕਿਸਮ ਦਾ ਦੇਣਗੇ ਤਾਂ ਪ੍ਰੋਡਕਟਿਵ ਨਰੇਗਾ ਦੀ ਇਨਵੈਸਟਮੈਂਟ ਹੋ ਗਿਆ। ਪ੍ਰੋਡਕਟਿਵ ਨਹੀਂ ਹੈ। ਨਾਓ ਦੀਜ਼ ਆਰ ਦੀ ਇਸ਼ੂਜ਼ ਵਿਚ ਆਰ ਈਟਿੰਗ ਅਪ। ਹੁਣ ਤੁਸੀਂ ਹਸਪਤਾਲ 'ਚ ਫ੍ਰੀ ਫੈਸਿਲਿਟੀ ਦਿੱਤੀ ਹੈ, ਹੁਣ ਫ੍ਰੀ ਫੈਸਿਲਿਟੀ ਤੁਸੀਂ ਦੇ ਕੇ ਉੱਥੇ ਤਾਂ ਨਾ ਦਵਾਈ ਹੁੰਦੀ ਹੈ ਨਾ ਕੁਛ ਹੁੰਦੀ ਹੈ। ਤੁਹਾਡੇ ਇਕੁਇਪਮੈਂਟਸ, ਕਰੋੜਾਂ ਦੀ ਇਕੁਇਪਮੈਂਟਸ ਪਈ ਹੈ ਜਿਹਨੂੰ ਚਲਾਉਣ ਨੂੰ ਬੰਦੇ ਨਹੀਂ ਹੈ, ਜਿਹਨੂੰ ਮੇਨਟੇਨੈਂਸ ਲਈ ਪੈਸੇ ਨਹੀਂ ਹੈ। ਕੀ ਫਾਇਦਾ ਕੀ ਹੋਇਆ ਫ੍ਰੀ ਦੇ ਕੇ? ਤੁਸੀਂ ਰਾਦਰ ਦੈਨ ਦੈਟ ਤੁਸੀਂ 50 ਰੁਪਏ ਇੱਕ ਤੋਂ ਪਰਚੀ ਕੱਟ ਦਿਓ, ਫੇਅਰ ਇਨਫ। ਤੁਸੀਂ 50 ਰੁਪਏ 'ਚ ਐਕਸਰੇ ਕਰ ਦਿਓ, 500 ਰੁਪਏ 'ਚ ਤੁਸੀਂ ਸਕੈਨਿੰਗ ਕਰ ਦਿਓ, ਫੇਅਰ ਇਨਫ ਲਓ। ਤੁਸੀਂ ਸਕੂਲਾਂ ਦੇ ਵਿੱਚ ਕਿਹੜਾ ਬੰਦਾ ਜਿਹੜਾ 50 ਰੁਪਏ ਫੀਸ ਨਹੀਂ ਦੇ ਸਕਦਾ ਮਹੀਨੇ ਦੀ? ਤੁਸੀਂ ਸਕੂਲਾਂ 'ਚ ਫ੍ਰੀ ਕਰਕੇ ਉਜਾੜਾ ਕੀਤਾ ਹੋਇਆ, ਤੁਹਾਡੇ ਟੀਚਰਸ ਰੱਖ ਨਹੀਂ ਹੁੰਦੇ, ਤੁਸੀਂ ਪੇਰੈਂਟ ਟੀਚਰ ਐਸੋਸੀਏਸ਼ਨ ਦੇ ਪੈਸੇ ਇਕੱਠੇ ਕਰਨ ਦੀ ਇਜਾਜ਼ਤ ਦਿਓ। ਉੱਥੇ ਜੇ ਟੀਚਰ ਨਹੀਂ ਹੈ ਤੇ ਪੇਰੈਂਟ ਟੀਚਰ ਐਸੋਸੀਏਸ਼ਨ ਇੱਕ ਟੈਂਪਰੇਰੀ ਟੀਚਰ ਇੰਪਲੋਈ ਕਰ ਲਵੇ। ਦੇਖੋ ਯੂ ਹੈਵ ਟੂ, ਇਹ ਜਿਹੜੀ ਫ੍ਰੀ ਦਾ ਆਲਮ ਹੈ ਇਹਨੇ ਉਜਾੜਤੀ ਕੰਟਰੀ, ਇਹ ਹੋਰ ਉਜਾੜੂਗੀ। ਹੁਣ ਇਹਨਾਂ ਨੇ ਪੈਨਸ਼ਨ ਸਕੀਮ ਦੇਣੀ ਹੈ, ਉਹ ਹੋਰ ਮਾਰਨਗੇ ਨਾ। ਇਹਦੇ ਤੇ ਰਿਵਰਸ ਦਾ ਕੀ ਹੋਣਾ? ਇਹ ਵੱਧਦਾ ਚਲਿਆ ਜਾ ਰਿਹਾ। ਹੁਣ ਮੌਜੂਦਾ ਗਵਰਨਮੈਂਟ ਹੈ, ਦੇ ਅਟੈਕਟ ਕਿ ਤੁਸੀਂ ਪੁਰਾਣੀ ਕਾਂਗਰਸ ਅਕਾਲੀ ਸਭ ਨੇ ਕਰਜ਼ਾ ਇਕੱਠਾ ਕਰਤਾ। ਹੁਣ ਇਹ ਸਾਲ 'ਚ 40,000 ਕਰੋੜ ਦਾ ਕਰਜ਼ਾ ਵੱਧ ਗਿਆ। ਹੁਣ ਇਰਵਰਸੇਬਲ ਨੂੰ ਰੋਕ ਨਹੀਂ ਸਕਦੇ। ਤੁਸੀਂ ਰੋਕੋਗੇ ਤਾਂ ਜੇ ਤੁਸੀਂ ਬੋਲਡ ਡਿਸੀਜਨਸ ਲਓਗੇ, ਜੇ ਤੁਸੀਂ ਸਟੇਟ ਨਾਲ ਪਿਆਰ ਕਰਦੇ ਹੋ, ਫਿਰ ਮੁਫਤ ਵਾਲੇ ਆਲਮ ਬੰਦ ਕਰੋ, ਲੋਕਾਂ ਨੂੰ ਕੁਆਲਿਟੀ ਲਿਵਿੰਗ ਆਫ ਲਾਈਫ ਦਿਓ ਐਟ ਅ ਰੀਜ਼ਨੇਬਲ ਕਾਸਟ। ਸਰ ਹੁਣ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ, ਇਹ ਤਾਂ ਉਹ ਚੀਜ਼ਾਂ ਹੋ ਗਈਆਂ ਜਿਹੜੀਆਂ ਸਮੇਂ ਦੇ ਨਾਲ ਹੁੰਦੀਆਂ ਰਹੀਆਂ, ਇਹਨਾਂ ਪਾਲਿਸੀਜ਼ ਵੱਲ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ।
ਮੁੱਖ ਉਹਨਾਂ ਦਾ ਏਜੰਡਾ ਇਹੀ ਰਿਹਾ ਕਿ ਅਸੀਂ ਮੁਫਤਖੋਰੀ ਵਧਾਈਏ ਤਾਂ ਲੋਕਾਂ ਦੀਆਂ ਵੋਟਾਂ ਵੱਧ ਤੋਂ ਵੱਧ ਸਾਨੂੰ ਪੈਣ। ਜਦੋਂ ਅਸੀਂ ਅਦਾਲਤਾਂ ਵਾਲੇ ਪਾਸੇ ਆਉਂਦੇ ਹਾਂ, ਕਹਿੰਦੇ ਕਿ ਇੱਧਰਲੇ ਪਾਸੇ ਵੀ ਇਸ ਵੇਲੇ ਬੜਾ ਨੁਕਸਾਨ ਹੋਇਆ ਪਿਆ ਤੇ ਸਮੇਂ ਦੀਆਂ ਸਰਕਾਰਾਂ ਨੇ ਇਦਾਂ ਦੀਆਂ ਕੁਝ ਨੀਤੀਆਂ ਲਿਆਂਦੀਆਂ ਹੀ ਨਹੀਂ ਕਿ ਇਹਨਾਂ ਦੇ ਹੱਲ ਹੋ ਸਕਣ। ਜੇ ਅਸੀਂ ਸ਼ੁਰੂਆਤ NDPS ਐਕਟ ਤੋਂ ਹੀ ਕਰ ਲਈਏ ਤਾਂ ਕਹਿੰਦੇ ਬੁਰਾ ਹਾਲ ਹੈ ਅਦਾਲਤਾਂ ਦੇ ਵਿੱਚ। ਦੇਖੋ ਪ੍ਰੋਬਲਮ ਇਹ ਹੈ ਕਿ NDPS ਐਕਟ ਇੰਡੀਆ ਨੂੰ ਸੂਟ ਨਹੀਂ ਕਰਦਾ। ਇਹ ਐਕਟ ਅਸੀਂ ਅਮਰੀਕਾ ਦੀ ਤੇ ਵੈਸਟ ਦੇ ਪ੍ਰੈਸ਼ਰ ਅੰਡਰ ਲੈ ਕੇ ਆਏ ਹਾਂ। ਐਂਡ NDPS ਐਕਟ ਦੇ ਬਾਅਦ ਦਾ ਕੁਐਸਚਨ ਇਜ਼ ਕਿ ਹਿੰਦੁਸਤਾਨ 'ਚ ਰਿਸਰਚ ਕੀਤੀ ਕਿਸੇ ਨੇ ਕਿ NDPS ਐਕਟ ਦੇ ਬਾਅਦ ਨਸ਼ਿਆਂ ਦੀ ਤਸਕਰੀ ਘਟੀ ਕਿ ਵਧੀ? ਜੇ ਵਧੀ ਹੈ ਇਹਦਾ ਮਤਲਬ ਕਾਊਂਟਰ ਪ੍ਰੋਡਕਟਿਵ ਐਕਟ, ਜੇ ਘਟ ਗਈ ਹੈ ਫਿਰ ਐਕਟ ਬਹੁਤ ਵਧੀਆ ਹੈ। ਹੁਣ ਤੁਸੀਂ ਐਡੀਆਂ ਸਖਤ ਪ੍ਰੋਵੀਜ਼ਨਸ ਕਰਤੀਆਂ, ਮੋਰ ਦੀ ਰਿਸਕ ਮੋਰ ਦੀ ਪ੍ਰੋਫਿਟ। ਉਹਦੇ ਬਾਅਦ ਵੱਡੇ ਪਲੇਅਰ ਆ ਗਏ। ਅੱਗੇ ਕੌਣ ਸੀ? ਪਿੰਡਾਂ 'ਚ ਛੋਟੇ ਮੋਟੇ ਬੰਦੇ ਡੋਡੇ ਭੁੱਕੀ ਫੀਮ ਦੀ ਤਸਕਰੀ ਕਰਦੇ ਸੀ, ਫੜੇ ਗਏ 6 ਮਹੀਨੇ ਸਜ਼ਾ ਕੱਟ ਜਾਂਦੇ ਸੀ, ਠੀਕ ਹੈ ਨਾ। ਉਹਦੇ 'ਚ ਮਾਰਜਨ ਆਫ ਪ੍ਰੋਫਿਟਸ ਵਰ ਲੈਸ, ਸੋ ਇੰਨਾ ਜ਼ਿਆਦਾ ਰੌਲਾ ਨਹੀਂ ਸੀ। ਹੁਣ ਕੀ ਹੈ? ਹੁਣ ਮਾਰਜਨ ਆਫ ਪ੍ਰੋਫਿਟਸ ਆਰ ਮਿਲੀਅਨਸ। ਹੁਣ ਉਹ ਮਿਲੀਅਨਸ ਦੇ ਵਿੱਚ ਜਦ ਚੱਲੂਗਾ 20-20 ਸਾਲ ਦੀ ਸਜ਼ਾ, ਮਰਦੇ ਗਰੀਬ ਆਦਮੀਆਂ ਨਸ਼ੇੜੀਆਂ ਨੂੰ ਤੁਸੀਂ ਅੰਦਰ ਕਰ ਦਿੰਦੇ ਉਹਨਾਂ ਤੋਂ ਕਰਕੇ। ਇਹ ਕਾਊਂਟਰ ਪ੍ਰੋਡਕਟਿਵ ਹੈ ਕਿਉਂਕਿ ਜਿਹੜੀ ਸਟੇਟਸ ਹੈ ਸਾਡੀਆਂ ਸਕਸੈਸਿਵ ਗਵਰਨਮੈਂਟਸ ਪੰਜਾਬ ਦੀਆਂ, ਉਹਨਾਂ ਨੇ ਕਦੇ ਨਹੀਂ ਸੋਚਿਆ ਕਿ ਲਾਅ ਇਜ਼ ਯੋਰ ਸਬਜੈਕਟ, ਲਾਅ ਇਜ਼ ਨਾਟ ਅ ਸਬਜੈਕਟ ਆਫ ਅ ਹਾਈ ਕੋਰਟ। ਲਾਅ ਦੀ ਅਮੈਂਡਮੈਂਟ ਕਰਨੀ ਆ, ਲਾਅ ਨੂੰ ਹਾਨੀ ਬਣਾਉਣਾ ਸਮੇਂ ਦਾ, ਲਾਅ ਦੇ ਅਨੁਸਾਰ ਵਿਧੀ ਦੇ ਵਿੱਚ ਤਰਤੀਬੀਆਂ ਕਰਨੀਆਂ ਤਾਂ ਕਿ ਸਿੰਪਲੀਫਾਈ ਹੋਵੇ। ਤੁਸੀਂ ਡਿਸਕ੍ਰਿਸ਼ਨਰੀ ਰਿਲੀਫ ਉਡਾਓ ਅਦਾਲਤਾਂ ਦੇ ਵਿੱਚ ਤਾਂ ਕਰਪਸ਼ਨ ਦੂਰ ਹੋਊਗੀ। ਅਦਾਲਤਾਂ ਕਰਪਟ ਹੈ, ਬੁਰਾ ਹਾਲ ਹੈ। ਵਿਧਾਨ ਸਭਾ ਤਾਂ ਹੀ ਹੁੰਦੀ ਹੈ, ਉਹਦੇ ਵਿੱਚ ਬੈਠੇ ਜਿਹੜੇ ਲੋਕ ਹੁੰਦੇ ਨੇ, ਜਿਹੜੇ ਨੀਤੀ ਘਾੜੇ ਹੁੰਦੇ ਨੇ, ਉਹਨਾਂ ਦੀ ਨੀਤੀ ਘੜਨੀ ਹੁੰਦੀ ਹੈ। ਵਿਧਾਨ ਸਭਾ ਤਾਂ ਹੁਣ ਇਸ ਲਈ ਰਹਿ ਗਈ, ਇੱਕ ਅਖਬਾਰ ਦੀ ਕਟਿੰਗ ਲੈ ਆਓ, ਰੌਲਾ ਪਾਓ, ਖਬਰ ਬਣਾਓ, ਬਾਹਰ ਆ ਜਾਓ, ਵਾਕ ਆਊਟ ਹੋਏ 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 ਕਰ ਦਿਓ, ਪਵਿੱਤਰ ਸਦਨ ਕਹਿ ਦਿਓ, ਉੱਥੇ ਮਹਾ ਅਪਵਿੱਤਰ ਸਦਨ ਬਣਾ ਦਿਓ। ਉੱਥੇ ਕੀ ਆ ਗੱਲਾਂ ਹੋਈਆਂ? ਵਟ ਹੈਜ਼ ਹੈਪਨਡ? ਐਂਡ ਡੀ ਜਨਰੇਸ਼ਨ ਹੈ ਜਿਹੜੀ, ਮੈਂ ਪਿਛਲੇ 60 ਸਾਲਾਂ ਦੀ ਦੇਖਦਾ ਆਉਂਦਾ। ਮੈਂ MLA ਸੀਗਾ, ਮੈਂ ਉਦੋਂ ਪੜ੍ਹੇ ਪਿਛਲੀਆਂ ਡਿਬੇਟਸ, ਕਿਆ ਕਮਾਲ ਦੀਆਂ ਡਿਬੇਟਸ ਸੀਗੀਆਂ। ਫਿਰ ਉਹ ਸਾਡੇ ਸਮੇਂ ਦੀਆਂ ਡਿਬੇਟਸ ਦੇਖੀਆਂ, ਬਹੁਤ ਨੀਚੀਆਂ ਪੱਧਰ ਦੀਆਂ ਡਿਬੇਟਸ। ਹੁਣ ਹੋਰ ਗਰਕ ਗਿਆ, ਇਸ ਵਾਰ ਹੋਰ ਗਰਕ ਗਿਆ। ਮਤਲਬ ਹਰ ਵਾਰ ਵੀ ਆਰ ਸਲਿਡ ਨੀਚੇ ਦੀ ਨੀਚੇ ਗਰਕਦੀ ਜਾ ਰਹੀ ਹੈ। ਵੀ ਨੀਡ ਲਾਜ਼, ਵੀ ਨੀਡ ਆ ਬਿੱਲਾਂ ਦੇ ਸਿੰਪਲੀਫਾਈ ਲਾਅ ਕਰੋ। ਹਾਈ ਕੋਰਟ ਬਿੱਲਾਂ ਨਾਲ ਹੀ ਭਰਿਆ ਪਿਆ, ਸੁਪਰੀਮ ਕੋਰਟ ਬਿੱਲਾਂ ਨਾਲ ਭਰਿਆ ਪਿਆ। ਲਾਹਨਤ ਹੈ ਸਾਰੀ ਇਸ ਮੁਲਕ ਦੇ ਵਿੱਚ। ਜਿੱਥੇ ਤੁਸੀਂ ਅਮਰੀਕਾ ਦੇ ਸੁਪਰੀਮ ਕੋਰਟ ਜਾ ਕੇ ਦੇਖੋ, ਇੰਗਲੈਂਡ ਦੇ ਸੁਪਰੀਮ ਕੋਰਟ ਜਾ ਕੇ ਦੇਖੋ, ਕੋਈ ਕੰਮ ਨਹੀਂ, ਵਿਹਲੇ ਆ ਜੱਜ। ਬਿਕੋਜ਼ ਐਕਸਟਰਾ ਆਰਡੀਨਰੀ ਕੇਸ ਆਣਾ ਜਿਹਦੇ 'ਚ ਲਾਅ ਇਨਵੋਲਡ ਹੈ। ਜਣੇ ਕਣੇ ਦੀ ਇੱਥੇ ਕੀ ਹੈ ਕਿ ਉਹ ਇੱਕ ਖਾਰਾ ਕਿ ਖੇੜਾ ਕਾਂਗਰਸ ਦਾ, ਉਹਦੇ ਤੇ ਕੇਸ ਰਜਿਸਟਰ ਹੋ ਗਿਆ, ਉਹਦੀ ਬੇਲ ਸੁਪਰੀਮ ਕੋਰਟ ਕਰ ਰਿਹਾ, ਦੂਜੇ ਦੀ ਬੋਲ ਸੁਪਰੀਮ ਕੋਰਟ ਹੈ। ਸੁਪਰੀਮ ਕੋਰਟ ਤਾਂ ਆਇਆ, ਟੋਪੀ ਡਿੱਗ ਜਾਵੇ ਤਾਂ ਸੁਪਰੀਮ ਕੋਰਟ ਪਹੁੰਚ ਜਾਂਦੇ ਆ, ਅਤੇ ਉਹ ਜਿਹੇ ਉੱਥੇ ਜੱਜ ਬੈਠੇ ਆ ਜਿਹੜੇ ਸੁਣੀ ਜਾਂਦੇ ਆ। ਇਹ ਕਰੈਕਟਿਵ ਮੈਜਰਸ ਕਿਹਨੇ ਕਰਨੇ ਆ? ਗਵਰਨਮੈਂਟ ਨੇ ਕਰਨੇ ਆ। ਹੁਣ ਜਿਹੜਾ ਸੁਪਰੀਮ ਕੋਰਟ, ਹਾਈ ਕੋਰਟ ਆਪਣੇ ਆਪ ਨੂੰ ਸਿਲੈਕਟ ਕਰਦੇ ਆ। ਹੁਣ ਇੱਥੇ ਨਹੀਂ ਹਟੇ। ਹੁਣ ਪੰਜਾਬ ਦੇ ਵਿੱਚ ਤਾਂ PCS ਜੁਡੀਸ਼ੀਅਲ ਵੀ ਹਾਈ ਕੋਰਟ ਨੇ ਆਪਣੇ ਕਬਜ਼ੇ 'ਚ ਲਿਆ ਹੋਇਆ। ਕਬਜ਼ੇ 'ਚ ਲੈ ਕੇ ਉਹਦੇ ਬਾਅਦ ਚਾਚਾ ਭਤੀਜਾਵਾਦ ਵਧਿਆ ਹੋਇਆ। ਫਿਰ ਇਹੀ ਨਹੀਂ, ਫਿਰ ਐਡੀਸ਼ਨਲ ਸੈਸ਼ਨ ਪ੍ਰਮੋਟ ਕਰਨੇ ਆ, ਉਹਦੇ 'ਚ ਧਾਂਦਲੀਆਂ ਸ਼ੁਰੂ ਹੋ ਗਈਆਂ। ਉਹ ਵੀ ਦੇਖਣ ਲੱਗ ਗਏ ਕਿ ਕਿਹਨੂੰ ਪ੍ਰਮੋਟ ਕਰਕੇ ਮੈਂ ਹਾਈ ਕੋਰਟ ਲੈ ਕੇ ਜਾਣਾ। ਇਟਸ ਟੂ ਮੱਚ, ਇਟਸ ਗੋਨ। ਇੰਨਾ ਮਾੜਾ ਹੈ ਕਿ ਸੂਬੇ ਦੀਆਂ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ। ਮੈਂ ਗਿਆ ਉੱਥੇ MLA, ਮੈਂ ਹੈਲਪਲੈਸ ਸੀ, ਇਕੱਲਾ ਬੰਦਾ ਕੀ ਕਰੇ। ਮੈਂ ਕਈ ਗੱਲਾਂ ਤੇ ਲੜਿਆ, ਮੈਰਿਜ ਰਜਿਸਟ੍ਰੇਸ਼ਨ ਤੇ ਆਇਆ, ਮੈਂ ਸਟਾਲ ਕੀਤਾ, ਮੈਂ ਰੌਲਾ ਪਾਇਆ। ਮੈਨੂੰ ਉਪਿੰਦਰਜੀਤ ਕੌਰ ਨੇ ਕਿਹਾ ਨਹੀਂ ਤੁਹਾਨੂੰ ਅਸੀਂ ਇਹਨੂੰ ਅਮੈਂਡ ਕਰਾਂਗੇ। ਕਿਹਨੇ ਅਮੈਂਡ ਕਰਨਾ? ਫਿਰ ਚਿਤਕਾਰਾ ਯੂਨੀਵਰਸਿਟੀ ਆ ਗਈ, ਮੈਂ ਉਹਦੇ 'ਚ ਰੌਲਾ ਪਾਇਆ ਕਿ ਮੈਨੂੰ ਯੂਨੀਵਰਸਿਟੀ ਦੱਸੋ ਕਿ ਕਾਰਪਸ ਆਫ ਫੰਡ ਕੌਣ ਦੇ ਰਿਹਾ, ਕਿਹੜਾ ਦਾਨੀ ਹੈ ਇਹਨਾਂ ਦੇ ਵਿੱਚ ਜਿਹੜਾ ਟਰਸਟ ਬਣਾ ਰਿਹਾ। ਇਹ ਫੈਮਿਲੀ ਟਰਸਟ ਤਾਂ ਨਹੀਂ ਹੈ। ਉਹ ਫੈਮਿਲੀ ਹੋਈ ਸੀ ਸਾਰੀ, ਧੀ ਜਵਾਈ ਮੁੰਡਾ ਆਪ, ਇੱਕ ਬੰਦਾ ਹੋਰ ਲੈ ਲਿਆ। ਉਹ ਲੈ ਕੇ ਲੋਕਾਂ ਬੱਚਿਆਂ ਤੋਂ ਜੇ ਮੁੰਨ ਕੇ, ਉਹਨਾਂ ਦੇ ਸਿਰ ਮੁੰਨ ਕੇ ਉਹਨਾਂ ਨੂੰ ਪੜ੍ਹਾਉਣਾ, ਉਹਨਾਂ ਤੋਂ ਪੈਸੇ ਲੈ ਕੇ ਆਪਣੀ ਯੂਨੀਵਰਸਿਟੀ ਬਣਾਉਣੀ ਹੈ। ਫਿਰ ਤੁਸੀਂ ਗਵਰਨਮੈਂਟ ਹੀ ਬਣਾ ਲਵੇ ਇਹੋ ਜਿਹੀ, ਫਿਰ ਕਿਉਂ ਪਖੰਡ ਕਰਦੇ ਹੋ ਫ੍ਰੀ ਐਜੂਕੇਸ਼ਨ ਦਾ? ਛੱਡੋ। ਰਾਦਰ ਦੈਨ ਲਵਲੀ ਯੂਨੀਵਰਸਿਟੀ ਔਰ ਚਿਤਕਾਰਾ ਯੂਨੀਵਰਸਿਟੀ ਔਰ ਰਿਆਤ ਬਾੜਾ ਯੂਨੀਵਰਸਿਟੀ ਔਰ ਚੰਡੀਗੜ੍ਹ ਯੂਨੀਵਰਸਿਟੀ, ਇਹ ਯੂਨੀਵਰਸਿਟੀਆਂ ਬੱਚਿਆਂ ਤੋਂ ਪੈਸੇ ਲੈ ਕੇ ਬੱਚਿਆਂ ਦੇ ਪੈਸੇ ਨਾਲ ਆਪਣਾ ਇਨਫਰਾਸਟਰਕਚਰ ਬਣਾ ਰਹੀਆਂ, ਤਾਂ ਗਵਰਨਮੈਂਟ ਵੀ ਬਣਾ ਲਵੇ। ਗਵਰਨਮੈਂਟ ਨੇ ਜਿੰਨੇ ਕੁ ਪੈਸੇ ਪਾਣੇ ਉਹਨੇ ਕੁ ਪਾ ਲਵੇ। ਉੱਥੇ ਤੁਸੀਂ ਕਦੇ ਦੇਖਿਆ ਹੈ ਹਿੰਦੁਸਤਾਨ ਦਾ ਕੋਈ ਟੌਪ ਇੰਡਸਟਰੀਅਲਿਸਟ ਕੋਈ ਯੂਨੀਵਰਸਿਟੀ ਨੂੰ ਫੰਡ ਕਰ ਰਿਹਾ, ਕੋਈ ਯੂਨੀਵਰਸਿਟੀ ਕ੍ਰੀਏਟ ਕਰ ਰਿਹਾ? ਨੈਵਰ। ਯੂਨੀਵਰਸਿਟੀ ਤਾਂ ਇੱਕ ਪ੍ਰੋਫਿਟ ਦੇ ਅਦਾਰੇ ਬਣਾਤੇ। ਹੁਣ ਇਹ ਕਸੂਰ ਕਿਹਦਾ? ਕਸੂਰ ਸੂਬੇ ਦੀ ਸਰਕਾਰ ਦਾ। ਸਰ ਤੁਸੀਂ ਇੱਕ ਜ਼ਿਕਰ ਕਰ ਰਹੇ ਸੀ, ਕਿਉਂਕਿ ਅਸੀਂ ਜਦੋਂ ਦੇਖਦੇ ਹਾਂ ਅਦਾਲਤਾਂ ਦੇ ਵਿੱਚ ਰਹਿੰਦੇ ਹੋਏ ਬਹੁਤ ਸਾਰੇ ਤਰ੍ਹਾਂ ਦੇ ਕੇਸ ਹੁੰਦੇ, ਤੇ ਇਹ ਵੀ ਹਾਲਾਤ ਬਣੇ ਹੋਏ ਨੇ ਕਿ ਇਸ ਵੇਲੇ, ਅੱਗੇ ਤਾਂ ਪੰਜਾਬ ਦੇ ਵਿੱਚ ਭਾਈਚਾਰੇ ਦੀ ਗੱਲ ਹੁੰਦੀ ਸੀ, ਭਾਈਚਾਰਕ ਸਾਂਝ ਦੀ ਗੱਲ ਹੁੰਦੀ ਸੀ, ਲੜਕੀਆਂ ਬੱਚੇ ਉਹਨਾਂ ਦੇ ਆਪਸੀ ਇਤਫਾਕ ਦੀ ਗੱਲ ਹੁੰਦੀ ਸੀ। ਕਹਿੰਦੇ ਕਿ ਹੁਣ ਅਦਾਲਤਾਂ ਦੇ ਵਿੱਚ ਕੇਸ ਇੱਦਾਂ ਦੇ ਹੁੰਦੇ ਕਿ ਬੰਦਾ ਪਹਿਲਾਂ 2 ਵਾਰੀ ਸੋਚਦਾ ਕਿ ਇਹ ਕੇਸ ਹੈ ਕਿ ਭਰਾਵਾਂ ਦਾ ਭੈਣਾਂ ਦਾ ਪਿਆਰ ਨਹੀਂ ਰਿਹਾ ਆਪਸ ਦੇ ਵਿੱਚ, ਤੇ ਹਾਲਾਤ ਇੱਦਾਂ ਦੇ ਬਣੇ ਹੋਏ ਕਿ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ। ਕ੍ਰਾਈਸਿਸ ਆਫ ਕਰੈਕਟਰ ਹੈ ਸੋਸਾਇਟੀ 'ਚ। ਕੋਈ NRI ਨਹੀਂ ਜਿਹਨੇ ਆਪਣੀ ਜ਼ਮੀਨ ਛੱਡ ਗਿਆ ਤੇ ਉਹਦੇ ਰਿਸ਼ਤੇਦਾਰਾਂ ਨੇ ਨੱਪੀ ਨਾ ਹੋਵੇ, ਕੋਈ ਨਹੀਂ ਹੈ।
ਜਾਲੀ ਵਸੀਤਾਂ ਬਣਾਉਂਦੇ ਆ, ਮਤਲਬ ਬੇਈਮਾਨ। ਫਿਰ ਉਸ ਮੈਂ 2007 ਦੇ ਵਿੱਚ ਪ੍ਰੋਫੈਸ਼ਨ ਛੱਡ ਕੇ 2013 ਚ ਵਾਪਸ ਆਇਆ। 13 ਤੋਂ ਮੈਂ ਮੁੜ ਕੇ ਸ਼ੁਰੂ, ਐਕਟਿਵ ਮੈਂ 15 ਤੋਂ ਸ਼ੁਰੂ ਹੋਇਆ। ਜਦ ਮੈਂ ਉਦੋਂ ਪ੍ਰੋਫੈਸ਼ਨ ਸੀ, ਮੇਰੇ ਕੋਲ 1-2 ਕੇਸ ਸੀਗੇ ਮੈਟਰੀਮੋਨੀਅਲ ਡਿਸਪਿਊਟ ਦੇ। ਅੱਜ ਮੈਂ ਦੇਖਦਾ ਮੇਰੇ 40% ਆਫ ਲਿਟੀਗੇਸ਼ਨ ਇਜ਼ ਮੈਟਰੀਮੋਨੀਅਲ ਡਿਸਪਿਊਟ। ਐਂਡ ਇਸ ਕਿਸਮ ਦੇ ਡਿਸਪਿਊਟ ਹੈ ਆਈ ਸ਼ੌਕਿੰਗ, ਕਿਸ ਹੱਦ ਤੱਕ ਕੁੜੀਆਂ ਨੂੰ ਵੀ ਤੰਗ ਕੀਤਾ ਜਾਂਦਾ, ਕਿਸ ਹੱਦ ਤੱਕ ਕੁੜੀਆਂ ਐਕਸਪਲੋਇਟ ਕਰਕੇ ਤੰਗ ਕਰਦੀਆਂ ਮੁੰਡਿਆਂ ਨੂੰ। ਤੁਸੀਂ ਦੇਖੋ ਨਾ, ਤੁਸੀਂ ਲਾਅ ਅਨਮਾਈਂਡਫੁਲ ਬਣਾ ਲੈਂਦੇ ਹੋ। ਹੁਣ NDPS ਐਕਟ ਦੇ ਵਿੱਚ ਕਾਨੂੰਨ ਹੈ ਕਿ ਜੀ ਤੁਸੀਂ ਫੜੋਗੇ, ਫਿਰ ਬੰਦੇ ਨੂੰ ਪੁੱਛੋਗੇ ਭਾਈ ਸਾਹਿਬ ਤੁਹਾਡੀ ਤਲਾਸ਼ੀ ਮੈਂ ਲੈ ਲਾਂ, ਮੇਰੇ ਤੇ ਵਿਸ਼ਵਾਸ ਹੈ? ਇਜ਼ ਇਟ ਬਿਲੀਵੇਬਲ? ਮਜ਼ਾਕੀਆ ਕਾਨੂੰਨ ਬਣਾਇਆ ਹੋਇਆ ਸੀ। ਐਂਡ ਫਿਰ ਉਹ ਅੱਜ ਤੱਕ ਕਿਸੇ ਬੰਦੇ ਨੇ ਨਹੀਂ ਕਿਹਾ ਕਿ ਮੈਨੂੰ ਤੇਰੇ 'ਤੇ ਵਿਸ਼ਵਾਸ ਨਹੀਂ। ਸਾਰੇ ਲਿਖ ਦਿੰਦੇ ਆ ਜੀ ਮੈਨੂੰ ਤੇਰੇ 'ਤੇ ਵਿਸ਼ਵਾਸ ਹੈ, ਤੇ ਸਾਰਿਆਂ ਨਹੀਂ ਮੈਂ ਤਲਾਸ਼ੀ ਦੇਣੀ ਹੈ। ਕੋਈ ਨਹੀਂ ਕਹਿੰਦਾ ਮੈਂ ਤਲਾਸ਼ੀ ਤੈਨੂੰ ਨਹੀਂ ਦੇਣੀ। ਫਿਰ ਤਲਾਸ਼ੀ ਲੈ ਲੈਂਦੇ, ਤਲਾਸ਼ੀ 'ਚ ਫਿਰ ਕੱਢ ਲੈਂਦੇ ਆ। ਤਲਾਸ਼ੀ 'ਚ ਉਹ ਵੀ ਕੱਢ ਲੈਂਦੇ ਜਿਹੜਾ ਪੁਲਿਸ ਬਾਹਰੋਂ ਪਿੱਛੋਂ ਲਿਆਈ ਹੁੰਦੀ ਹੈ, ਲਿਆ ਕੇ ਉਹਦੇ 'ਤੇ ਪਾਇਆ ਹੁੰਦਾ, ਉਹ ਵੀ ਹੋ ਜਾਂਦਾ। ਝੂਠੇ ਕੇਸ ਬਣਾਉਂਦੇ ਆ। ਐਂਡ ਜਿੰਨੇ ਤੁਹਾਡੇ ਇਹਨਾਂ ਦੇ ਪੁਲਿਸ ਦੇ ਅਫਸਰ ਲਾਏ ਆ NDPS ਕੰਟਰੋਲ ਕਰਨ ਨੇ, ਦੇ ਆਰ ਮਲਟੀ ਮਿਲੀਅਨੀਅਰਸ, ਬਿਕੋਜ਼ ਇਸ ਦੇ ਵਿੱਚ ਇੰਨਾ ਪੈਸਾ ਇਨਵੋਲਡ ਹੈ, ਇੰਨੀ ਕਮਾਈ ਇਨਵੋਲਡ ਹੈ। ਉਹ ਜਿਹੜੇ ਬਣੇ ਹੋਏ ਨਾ ਐਕਸਪਰਟਸ ਕਿ ਜੀ ਇਹ ਨਸ਼ੇ ਫੜਦੇ ਬੜੇ ਆ, ਜਿੰਨਾ ਫੜਨ ਵਾਲਾ ਐਕਸਪਰਟ ਹੈ ਉਨਾ ਹੀ ਉਹ ਬੇਈਮਾਨ ਹੈ, ਉਨਾ ਹੀ ਫੜ ਕੇ ਪੈਸੇ ਇਕੱਠੇ ਕਰਦਾ ਹੈ। ਪਰ ਇਹਨੂੰ ਕਾਊਂਟਰ ਚੈੱਕ ਕੌਣ ਕਰੂਗਾ? ਮੈਨੂੰ ਇੱਕ ਚੀਜ਼ ਨਹੀਂ ਸਮਝ ਆਈ। ਮੈਂ ਤੁਹਾਡੇ ਚੈਨਲ ਰਾਹੀਂ ਸੁਨੇਹਾ ਦੇਣਾ ਚਾਹੁੰਦਾ। ਮੁੱਖ ਮੰਤਰੀ, ਮਿਨਿਸਟਰਸ, ਹਾਈ ਕੋਰਟ ਜੱਜਸ, ਹਾਈ ਪੁਲਿਸ ਅਫਸਰਸ, IAS ਅਫਸਰਸ, ਇਹਨਾਂ ਦੇ ਟੈਲੀਫੋਨ ਸਦਾ ਟੈਪ ਕਿਉਂ ਨਹੀਂ ਹੋਣੇ ਚਾਹੀਦੇ? ਇੱਕ ਏਜੰਸੀ ਬਣਨੀ ਚਾਹੀਦੀ ਹੈ ਕੰਟਰੀ 'ਚ, ਉਹਨਾਂ ਦਾ ਟੈਲੀਫੋਨ ਟੈਪ ਕਰੋ, ਉਹਨਾਂ ਦੀ ਮੂਵਮੈਂਟ ਟੈਪ ਕਰੋ। ਭ੍ਰਿਸ਼ਟਾਚਾਰ ਇਹਨਾਂ 'ਚੋਂ ਤਾਂ ਨਿਕਲਦਾ ਹੈ ਕਿੱਥੇ? ਤੁਸੀਂ ਕੀ ਸੋਚਦੇ ਹੋ ਕਿ ਸਾਰੇ ਇਮਾਨਦਾਰ ਹੈ? ਤੁਸੀਂ ਪੰਜਾਬੀ ਤੁਰੇ ਫਿਰਦੇ ਹੋ, ਮੈਨੂੰ ਦੱਸੋ ਕਿਹੜਾ ਕੰਮ ਪੈਸੇ ਬਿਨਾਂ ਹੁੰਦਾ? ਆਹ ਗਵਰਨਮੈਂਟ ਕਹਿੰਦੀ ਇਮਾਨਦਾਰ ਗਵਰਨਮੈਂਟ ਆ ਗਈ, ਚਾਰ ਗੁਣੀ ਹੋ ਗਈ ਕਿਉਂਕਿ ਇਹਨਾਂ ਨੇ ਪ੍ਰੈਸ਼ਰ ਵਧਾਇਆ, ਕਰਪਸ਼ਨ ਮਹਿੰਗੀ ਹੋ ਗਈ। ਜਿਹਨੂੰ ਤੁਸੀਂ ਚੌਕਸੀ ਕਰਨ ਲਾਉਂਦੇ ਹੋ ਉਹ ਵੱਡਾ ਚੋਰ ਹੈ। ਜਿਹਨੂੰ ਜਿੱਡੀ ਪਾਵਰ ਦੇ ਦਿੰਦੇ ਦੂਜੇ ਫੜਨ ਲਈ, ਓਡੇ ਵੱਡੇ ਉਹਨੂੰ ਪੈਸੇ ਮਿਲਣ ਲੱਗ ਜਾਂਦੇ ਆ। ਮਤਲਬ ਹਾਲਾਤ ਨੂੰ ਅੰਡਰਸਟੈਂਡ ਕਰੋ। ਲੈਟ ਅਸ ਐਡਮਿਟ ਕਿ ਸਾਡੀ ਜਿਹੜੀ ਪੀਪਲ ਔਨ ਹੈਲਮ ਆਫ ਅਫੇਅਰਸ ਹੈ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਲਗਾਮਾਂ, ਉਹ ਬੇਈਮਾਨ ਹੈ। ਉਹਨਾਂ 'ਤੇ ਲਗਾਮ ਲਾਓ, ਫਿਰ ਲਗਾਮ ਲਾਓ। ਬੜੇ ਰੋਂਦੇ ਆ ਉਹ ਮੇਰੀ ਜੀ ਟੈਲੀਫੋਨ ਟੈਪ ਹੋ ਗਿਆ। ਤਾਂ ਕੀ ਹੋ ਗਿਆ? ਟੈਲੀਫੋਨ ਟੈਪ ਹੋ ਗਿਆ। ਟੈਲੀਫੋਨ ਟੈਪ ਕਰੋ ਸਭ ਦੇ। ਮੈਨੂੰ ਇੱਕ ਵਾਰ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਬਾਦਲ ਸਾਹਿਬ ਨੇ ਨੋਮੀਨੇਟ ਕਰਤਾ ਸੀ, ਮੈਨੂੰ ਲੱਗਣ ਨਹੀਂ ਦਿੱਤਾ, ਹਾਈ ਕੋਰਟ ਨੇ ਨਹੀਂ ਲੱਗਣ ਦਿੱਤਾ। ਚਲੋ ਇਹ ਰਲੇ ਮਿਲੇ ਸੀ ਕਾਫੀ ਬੰਦੇ, ਕੈਪਟਨ ਰਲਿਆ ਹੋਇਆ ਸੀ। ਕੈਪਟਨ ਸਾਹਿਬ ਤਾਂ ਮੰਨੇ ਕਿ ਹਾਂ ਤੈਨੂੰ ਮੈਂ ਨਹੀਂ ਲੱਗਣ ਦਿੱਤਾ। ਮੈਂ ਉਦੋਂ ਫੈਸਲਾ ਕੀਤਾ ਸੀ ਕਿ ਮੈਂ ਆਪਣੇ ਟੈਲੀਫੋਨ CBI ਨੂੰ ਤੇ ਵਿਜੀਲੈਂਸ ਨੂੰ ਦੇ ਦਿੰਦੇ ਆ ਕਿ ਮੇਰੇ ਟੈਪ ਕਰੋ, ਤਾਂ ਕਿ ਮੈਂ ਜੇ ਬੇਈਮਾਨ ਹੋਣਾ ਚਾਹਾਂ ਮੈਂ ਤਾਂ ਵੀ ਨਾ ਹੋਵਾਂ। ਮੈਨੂੰ ਪਤਾ ਹੋਵੇ ਮੈਂ ਸਰਵੀਲੈਂਸ 'ਚ। ਤੁਸੀਂ ਹਾਈ ਕੋਰਟ ਜੱਜ ਹੈ, ਕਿਤੇ ਘਰਾਂ 'ਚ ਜਾਂਦਾ, ਇਹ ਪਤਾ ਨਹੀਂ ਹੋਣਾ ਚਾਹੀਦਾ? IAS ਅਫਸਰ ਦੇ ਘਰ ਸ਼ਾਮ ਨੂੰ ਫਾਈਲਾਂ ਕਲੀਅਰ ਕੌਣ ਆਉਂਦਾ, ਇਹ ਪਤਾ ਨਹੀਂ ਹੋਣਾ ਚਾਹੀਦਾ? ਇਹ ਪੁਲਿਸ ਕਿੱਥੇ ਤੁਰੀ ਫਿਰਦੀ ਹੈ, ਕਿੱਥੇ ਖਾਂਦੇ ਆ, ਇਹ ਕਿੱਥੋਂ ਪੈਸੇ ਖਾਂਦੇ ਆ, ਇਹਦਾ ਸਰਵੀਲੈਂਸ ਨਹੀਂ ਹੋਣੀ ਚਾਹੀਦੀ? ਹੋਣੀ ਚਾਹੀਦੀ ਹੈ ਸਰਵੀਲੈਂਸ। ਤੁਹਾਡੀ ਮੂਵਮੈਂਟ ਤੇ ਸਰਵੀਲੈਂਸ ਹੋਊਗੀ, ਯੈਸ। ਉਹਨਾਂ ਦੀ ਪ੍ਰਾਈਵੇਟ ਲਾਈਫ ਦੇ ਵਿੱਚ ਇੰਟਰਫੀਅਰ ਨਾ ਕਰਨ। ਪਬਲਿਕ ਸਰਵੈਂਟ ਸੀਕ੍ਰੇਟ ਜੀ, ਪਬਲਿਕ ਸਰਵੈਂਟ ਆ ਤਾਂ ਉਹਨਾਂ ਤੇ ਨਜ਼ਰ ਤਾਂ ਹੋਣੀ ਚਾਹੀਦੀ। ਬਾਈ ਗॉड, ਆਰਮੀ ਜਨਰਲ ਤੇ ਵੀ ਸਰਵੀਲੈਂਸ। ਯੂ ਸ਼ੁੱਡ ਹੈਵ ਏਜੰਸੀ, ਸਟੇਟ ਸ਼ੁੱਡ ਹੈਵ ਇਟਸ ਓਨ ਏਜੰਸੀ। ਕੀ ਯਾਰ ਲੋਕਯੁਕਤ ਬਣਾਤਾ? ਕਾਹਦਾ ਲੋਕਯੁਕਤ ਬਣਾ ਕੇ ਉਹਨੂੰ ਨਾ ਕੇਸ ਦੇਣਾ, ਨਾ ਲੈਣਾ, ਨਾ ਦੇਣਾ, ਪਖੰਡ ਜਿਹਾ ਕਰ ਲੈਣਾ ਲੋਕਯੁਕਤ। ਹੁਣ ਤੁਸੀਂ ਕੀ ਸਮਝਦੇ ਹੋ ਕਿ ਇਹ ਤੁਹਾਡੀ ਨੌਕਰਸ਼ਾਹੀ ਇਮਾਨਦਾਰ ਹੈ? ਜੋ ਪੋਲੀਟੀਕਲ ਬੌਸ ਕਹਿੰਦੇ ਆ ਇੱਕ ਪੋਸਟ ਲੈਣ ਲਈ, ਕਿਸੇ ਨੂੰ ਕਮਿਸ਼ਨਰ ਲਾਤਾ ਤੇ ਕਿਸੇ ਨੂੰ ਕੁਛ ਲਾਤਾ, ਉੱਥੇ ਡਿੱਗ ਜਾਂਦੇ ਆ ਸਾਰੇ। ਗੰਦ ਖਾਂਦੇ ਆ, ਗੰਦ ਖਾ ਕੇ ਜੋ ਮਰਜ਼ੀ ਕਰਾ ਲਓ, ਜਿਹੜੇ ਮਰਜ਼ੀ ਅਫਸਰ ਦੇ ਖਿਲਾਫ ਚਲਾਨ ਦਵਾ ਲਓ, ਜਿਹਦੇ ਮਰਜ਼ੀ ਦਵਾ ਲਓ। ਮੈਂ ਤਾਂ ਦੇਖਦਾ ਆਇਆ, ਮਤਲਬ ਪਬਲਿਕ ਲਾਈਫ 'ਚ ਹੈ, ਇਹ ਗੁਲਾਮ ਹੈ ਵਿਚਾਰੇ। ਨੌਕਰਸ਼ਾਹੀ ਗੁਲਾਮਾਂ ਦੀ ਹੈ। ਇਮਾਨਦਾਰ ਉਹ ਹੈ ਜਿਹੜਾ ਕਿਤੇ ਕਹਿ ਦਿੰਦਾ ਸਰ ਇਹ ਕਰਨਾ ਔਖਾ ਹੈ, ਉਹ ਜਦ ਫੇਰ ਵੀ ਆਕਾ ਕਹਿੰਦਾ ਨਹੀਂ ਕਰੋ, ਅੱਛਾ ਸਰ। ਤੇ ਜਿਹੜਾ ਬੇਈਮਾਨ ਉਹ ਕਹਿੰਦਾ ਸਰ ਲਓ, ਉਹ ਸਰ ਲਓ ਕਹਿ ਕੇ ਕਰ ਦਿੰਦਾ, ਉਹ ਸ਼ਰਮਾਂਦਾ ਹੀ ਨਹੀਂ। ਇੰਨਾ ਫਰਕ ਹੈ ਇਮਾਨਦਾਰ ਤੇ ਬੇਈਮਾਨ 'ਚ, ਹੋਰ ਕੋਈ ਫਰਕ ਨਹੀਂ ਹੈ। ਸਰ ਬੜੀਆਂ ਚੀਜ਼ਾਂ ਸਮਝਣ ਵਾਲੀਆਂ ਨੇ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਵੱਖ-ਵੱਖ ਸਮੇਂ ਤੇ ਪੰਜਾਬ ਨਾਲ ਧੋਖਾ ਹੋਇਆ। ਤੁਸੀਂ ਬੜੀਆਂ, ਕਿਉਂਕਿ ਵਕਾਲਤ ਦੇ ਨਾਲ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਬਰੀਕੀ ਨਾਲ ਦੇਖਦੇ ਹੋ। ਇੱਕ ਬੜੀ ਅਹਿਮ ਚੀਜ਼ ਪੰਜਾਬ ਦੇ ਪਾਣੀਆਂ ਦਾ ਵੀ ਜ਼ਿਕਰ ਕਰ ਲਈਏ ਥੋੜ੍ਹਾ ਜਿਹਾ ਅਸੀਂ, ਕਿਉਂਕਿ ਅਕਸਰ ਇਹ ਕਹਿ ਦਿੱਤਾ ਜਾਂਦਾ ਕਿ ਕੇਸ ਅਦਾਲਤਾਂ 'ਚ ਹੈ, ਇਸ ਕਰਕੇ ਮਸਲੇ ਦਾ ਹੱਲ ਨਹੀਂ ਹੋ ਰਿਹਾ, ਜਾਂ ਦੋ ਸਰਕਾਰਾਂ ਦੀ ਆਪਸ ਅੰਡਰਸਟੈਂਡਿੰਗ ਨਹੀਂ ਬਣ ਰਹੀ, ਇਸ ਕਰਕੇ ਨਹੀਂ ਹੱਲ ਹੋ ਰਿਹਾ। ਤੁਸੀਂ ਕਿਸ ਤਰੀਕੇ ਨਾਲ ਸਮਝਦੇ ਹੋ ਕਿ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੁੱਟ ਹੋ ਰਹੀ ਹੈ, ਇਹ ਮਸਲਾ ਸਿਆਸੀ ਤੌਰ ਤੇ ਉਲਝਾ ਕੇ ਰੱਖਿਆ ਗਿਆ ਹਾਲੇ ਤੱਕ? ਦੇਖੋ ਪ੍ਰਿੰਸੀਪਲ ਹੈਗਾ ਇਹ ਰਾਈਪੇਰੀਅਨ ਸਿਸਟਮ, ਜਿਹੜਾ ਇੰਟਰਨੈਸ਼ਨਲੀ ਐਕਸੈਪਟਡ ਹੈ, ਕਿ ਜਿਹੜੇ ਰੀਪਾਂ ਨੂੰ ਕੰਢੇ ਨੂੰ ਕਹਿੰਦੇ ਆ, ਜਿਹੜਾ ਕੰਢੇ ਤੇ ਲੋਕ ਰਹਿੰਦੇ ਆ ਉਹ ਦਰਿਆ ਦਾ ਰੋਹ ਬਰਦਾਸ਼ਤ ਕਰਦੇ ਆ। ਸੋ ਪਾਣੀ ਤੇ ਵੀ ਪਹਿਲਾ ਹੱਕ ਉਹਨਾਂ ਦਾ। ਇਹ ਨੈਚੁਰਲ ਸਰੋਤ ਹੈ।
ਤੇ ਲੋਕੀ ਜਿੱਥੇ ਜਿੱਥੇ ਪਾਣੀ ਵਗਦਾ ਸੀ ਉੱਥੇ ਆ ਕੇ ਬਸੇ। ਨਹਿਰਾਂ ਦੇ ਕੰਢੇ ਸ਼ਹਿਰ ਤਾਂ ਹੀ ਆਏ ਨਾ ਜੀ, ਦਰਿਆਵਾਂ ਦੇ ਕੰਢੇ ਸ਼ਹਿਰ ਬਸੇ, ਸਿਵਲਾਈਜੇਸ਼ਨਸ ਬਸੀਆਂ। ਇੰਡਸ ਵੈਲੀ ਸਿਵਲਾਈਜੇਸ਼ਨ, ਇੰਡਸ ਤੋਂ ਗੰਗਾ ਜਮਨਾ ਹੈ, ਇਹ ਸਿਵਲਾਈਜੇਸ਼ਨਸ ਹੀ ਇਸ 'ਤੇ ਬਣੀਆਂ। ਰਿਵਰ ਨਾਈਲ ਸਿਵਲਾਈਜੇਸ਼ਨ ਤੁਸੀਂ ਪੂਰੀ ਵਰਲਡ ਚਲਾਓ। ਹੁਣ ਕੀ ਹੈ ਕਿ ਜਦ ਅਨਨੈਚੁਰਲ ਪਾਰਟੀਸ਼ਨ ਪੰਜਾਬ ਦਾ ਕੀਤਾ ਗਿਆ, ਜੀਓਗ੍ਰਾਫੀਕਲ ਬਾਰਡਰਸ ਡਰਾ ਕੀਤੇ ਗਏ, ਜਦ ਡਰਾ ਕਰਕੇ ਬਣਾਇਆ, ਫਿਰ ਪਾਣੀ ਦਾ ਸਿਲਸਿਲਾ ਆਇਆ। ਨਾਓ ਪਾਣੀ ਦੇ ਸਿਲਸਿਲੇ ਦੇ ਵਿੱਚ ਫਿਰ ਵਰਲਡ ਬੈਂਕ ਨੇ ਇੰਟਰਵੀਨ ਕਰਕੇ 60,000 ਪਾਊਂਡ ਪਾਕਿਸਤਾਨ ਨੂੰ ਦਿੱਤੇ ਗਏ। ਉਹ ਇਸ ਲਈ ਦਿੱਤੇ ਗਏ ਕਿ ਉਹਨਾਂ ਦਾ ਇਰੀਗੇਸ਼ਨ ਸਿਸਟਮ ਜਿਹੜਾ ਸੀਗਾ ਉਹ ਇਹ ਨਹਿਰਾਂ 'ਤੇ ਬੇਸਡ ਸੀ ਜਿਹੜੀਆਂ ਪੰਜਾਬ 'ਚੋਂ ਜਾਂਦੀਆਂ। ਉਹ ਕਹਿੰਦੇ ਅਸੀਂ ਚੇਂਜ ਕਰਾਂਗੇ, ਹੁਣ ਉੱਪਰਲੀਆਂ ਦਰਿਆਵਾਂ 'ਚੋਂ ਪਾਣੀ ਲਿਆਵਾਂਗੇ। ਫਿਰ 3 ਦਰਿਆ ਪੰਜਾਬ ਨੂੰ ਮਿਲ ਗਏ, 2 ਉਹਨਾਂ ਨੂੰ ਮਿਲ ਗਏ। ਪੈਸਾ ਉਸ ਲਈ ਦਿੱਤਾ ਸੀ। ਹੁਣ ਗਵਰਨਮੈਂਟ ਆਫ ਇੰਡੀਆ ਨੇ ਇਹ ਬਣਾ ਲਿਆ ਕਿ ਅਸੀਂ ਪੈਸਾ ਦੇ ਕੇ ਖਰੀਦਿਆ ਪਾਣੀ। ਨਹੀਂ, ਖਰੀਦਿਆ ਨਹੀਂ ਹੈ। ਤੁਸੀਂ 2 ਪੰਜਾਬ ਦੇ ਪਾਣੀ ਵੰਡੇ, ਕੰਟਰੀ ਦੇ ਨਹੀਂ ਵੰਡੇ। ਤੁਸੀਂ ਉਹ 60,000 ਜਿਹੜਾ ਦਿੱਤਾ ਪਾਉਂਡ ਸਟਰਲਿੰਗ ਦਿੱਤਾ, ਉਹ ਇਸ ਲਈ ਦਿੱਤਾ ਮਿਲੀਅਨ, ਕਿ ਉਹ ਪਾਕਿਸਤਾਨ ਨੂੰ ਨਵਾਂ ਕਨਾਲ ਸਿਸਟਮ ਕ੍ਰੀਏਟ ਕਰਨਾ ਪਊਗਾ। ਇਰੀਗੇਸ਼ਨ ਨਹੀਂ, ਇੱਕ ਦਰਿਆ 'ਚੋਂ ਦੂਜੇ ਦਰਿਆ ਵੱਲ ਨੂੰ ਮੋੜਾ ਦੇਣਾ ਪੈਣਾ। ਐਂਡ ਫਿਰ ਤੁਸੀਂ ਉਹ ਪਾਣੀ, ਉਸ ਟਾਈਮ ਪੰਜਾਬ ਦਾ ਹਾਲ ਇਹ ਸੀ ਕਿ ਪੰਜਾਬ ਦੀਆਂ ਬੈਰਨ ਲੈਂਡਸ ਬਹੁਤ ਪਈਆਂ ਸੀ। ਪੰਜਾਬ ਦੇ ਵਿੱਚ ਸੇਮ ਦੀ ਦਿੱਕਤ ਸੀ, ਸੇਮ ਦੇ ਨਾਲੇ ਬੜੇ ਬਣਾਏ ਗਏ ਸੀ। ਐਂਡ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਪਾਣੀ ਦੀ ਸਕੇਅਰਸਿਟੀ ਆ ਜੂ। ਝੋਨਾ ਤਾਂ ਪੰਜਾਬ 'ਚ ਕਦੇ ਸੋਚਦਾ ਹੀ ਨਹੀਂ ਸੀ। ਅੰਗਰੇਜ਼ਾਂ ਨੇ ਤਾਂ ਬੈਨ ਲਾਇਆ ਹੋਇਆ ਸੀ ਝੋਨੇ 'ਤੇ। ਦੇਰ ਵਾਜ਼ ਅ ਬੈਨ ਝੋਨੇ 'ਤੇ ਕਮਾਦ 'ਤੇ ਬੈਨ ਸੀਗਾ ਕਿ ਜਿੱਥੇ ਨੈਚੁਰਲ ਸੋਰਸ ਉੱਥੇ ਹੀ ਲਾ ਸਕਦੇ ਹੋ, ਅਦਰਵਾਈਜ਼ ਨਹੀਂ ਲਾ ਸਕਦੇ ਤੁਸੀਂ। ਮਤਲਬ ਨੈਚੁਰਲ ਪਾਣੀ ਆਵੇ। ਮੈਨੂੰ ਲੱਗਦਾ ਇਹ ਸਕੀਮ ਜ਼ਿਆਦਾ ਵਧੀਆ ਸੀ ਗੋਰਿਆਂ ਦੇ ਹਿਸਾਬ ਨਾਲ। ਫਿਰ ਗੋਰਾ ਲੋਕ ਸਮਝਦਾ ਸੀ। ਗੋਰੇ ਨੇ ਤੁਹਾਡਾ ਜ਼ਮੀਨਾਂ 'ਤੇ ਲਾਇਆ ਕਿ ਤੁਸੀਂ ਕੰਢੀ ਦੇ ਪਹਾੜ ਨਹੀਂ ਢਾਹ ਸਕਦੇ, ਉੱਥੇ ਬੋਤਾਂ ਨਹੀਂ ਲਿਜਾ ਸਕਦੇ, ਭੇਡਾਂ ਨਹੀਂ ਲਿਜਾ ਸਕਦੇ, ਬੱਕਰੀਆਂ ਨਹੀਂ ਲਿਜਾ ਸਕਦੇ। ਅਸੀਂ ਉਹ ਵੀ ਤੋੜਤਾ। ਅਸੀਂ ਪੱਧਰ ਨਹੀਂ ਕਰ ਸਕਦੇ, ਅਸੀਂ ਪੱਧਰ ਵੀ ਕਰੀ ਜਾਂਦੇ ਹਾਂ ਰੋਜ਼। ਅੰਗਰੇਜ਼ ਦਾ ਕਾਨੂੰਨ ਸਹੀ ਸੀ। ਉਹਦੇ ਬਾਅਦ ਗ੍ਰੀਨ ਰੈਵੋਲੂਸ਼ਨ ਜਦ ਆਈ ਹੈ, ਇੰਡੀਆ ਸਕੇਅਰਸਿਟੀ ਸੀ, ਗ੍ਰੇਨਸ ਦਾ ਬੁਰਾ ਹਾਲ ਸੀ। 1975 ਦੇ ਵਿੱਚ ਸਾਡੇ ਕੋਲ ਅੰਨ ਖਾਣ ਨੂੰ ਹੈ ਨਹੀਂ ਸੀਗਾ। ਫਿਰ ਦੈਨ ਗ੍ਰੇਨ ਡਿਪਲੋਮੈਸੀ ਮੈਡਮ ਇੰਦਰਾ ਗਾਂਧੀ ਨੇ ਕੀਤੀ, ਕਿਸਿੰਜਰ ਨਾਲ ਮੀਟਿੰਗ ਕੀਤੀ, ਉਹਨੇ ਤੁਹਾਨੂੰ ਘਾਹ ਨਹੀਂ ਪਾਇਆ। ਫਿਰ ਅਸੀਂ ਗ੍ਰੀਨ ਰੈਵੋਲੂਸ਼ਨ 'ਚ ਪੰਜਾਬ ਨੂੰ ਕਿਹਾ ਅਤੇ ਪੰਜਾਬੀਆਂ ਨੇ ਕੀਤਾ ਕੰਮ। ਅਸੀਂ ਪਹਿਲਾਂ ਹਲਟ ਲਾਏ, ਫਿਰ ਪੰਜਾਬ 'ਚ ਬੋਤਿਆਂ ਨੇ ਰੈਵੋਲੂਸ਼ਨ ਲਿਆ ਕੇ ਦਿੱਤੀ ਹਲਟ ਚਲਾ ਕੇ। ਫਿਰ ਅਸੀਂ ਟਿਊਬਲ ਲਾਏ, ਫਿਰ ਅਸੀਂ ਪਿੰਡ ਪਿੰਡ ਬਿਜਲੀ ਪਹੁੰਚਾ ਕੇ ਟਿਊਬਲਸ ਦੇ ਸਿਰ 'ਤੇ ਝੋਨਾ ਕਰਤਾ। ਜਿੱਥੇ ਟਿੱਬੇ ਸੀ ਉਹ ਕਰਾ ਕੇ ਰੇਤਾ ਨੀਚੇ ਨੱਪਤਾ, ਨੀਚਲੀ ਮਿੱਟੀ ਉੱਤੇ ਲਿਆ ਕੇ। ਮਤਲਬ ਅਨਇਮੈਜੀਨੇਬਲ ਪੰਜਾਬ ਦੇ ਵਿੱਚ, ਅਨਇਮੈਜੀਨੇਬਲ। ਤੁਸੀਂ ਪੰਜਾਬ ਤੇ ਹਰਿਆਣਾ ਇੱਕ ਸਟੇਟ ਦੇ ਇਲਾਵਾ ਬਾਹਰ ਜਾਓਗੇ, ਤੁਹਾਨੂੰ ਕਿਤੇ ਨਜ਼ਰ ਨਹੀਂ ਆਊਗਾ ਕਿ ਬੰਨੇ ਟੂ ਬੰਨੇ ਖੇਤੀ ਹੋ ਰਹੀ ਹੈ। ਇਹ ਕਿਤੇ ਨਜ਼ਰ ਨਹੀਂ ਆਊਗਾ। ਉਹ ਅਸੀਂ ਕਰਤਾ। ਉਦੋਂ ਰਿਅਲਾਈਜ਼ ਹੋਇਆ ਕਿ ਹੁਣ ਪਾਣੀ ਕਿੰਨਾ ਯੂਜ਼ ਕਰ ਰਹੇ ਹਾਂ ਅਸੀਂ। 5000 ਗੈਲਨ ਪਾਣੀ 1 ਕਿਲੋ ਝੋਨੇ ਲਈ ਕਰ ਰਹੇ ਹਾਂ। ਹੁਣ ਉਹ ਪਾਣੀ ਸਾਡਾ ਜਿੱਥੇ ਸੇਮ ਸੀ ਉੱਥੇ ਹੁਣ 180 ਫੁੱਟ 'ਤੇ ਪਹੁੰਚ ਗਿਆ। ਜਿੱਥੇ 3 ਹਾਰਸ ਪਾਵਰ ਦੀ ਮੋਟਰ ਪਾਣੀ ਕੱਢਦੀ ਸੀ 4 ਇੰਚੀ ਦਾ, ਉਹ 5 ਕੱਢਣ ਲੱਗੀ, ਫਿਰ 8 ਕੱਢਣ ਲੱਗੀ, ਹੁਣ 20 ਦੀ ਕੱਢਦੀ ਹੈ, 20 ਹਾਰਸ ਪਾਵਰ ਦੀ। ਹੁਣ ਪਾਣੀ ਪੰਜਾਬ ਦਾ ਜਿਹੜਾ ਨਜਾਇਜ਼ ਤਰੀਕੇ ਨਾਲ ਰਾਜਸਥਾਨ ਨੂੰ ਦਿੱਤਾ ਹੈ, ਹੁਣ ਸਮਝ ਆਉਂਦਾ। ਦੇਖੋ, ਦਿੱਤਾ ਨਜਾਇਜ਼ ਹੈ, ਹਰਿਆਣੇ ਨੂੰ ਦਿੱਤਾ ਨਜਾਇਜ਼ ਹੈ। ਹਰਿਆਣਾ ਚਾਹੇ ਪੰਜਾਬ 'ਚੋਂ ਪਾਰਟੀਸ਼ਨ ਹੋਇਆ, ਬਟ ਹਰਿਆਣਾ ਸਾਡੇ ਰਿਵਰ ਸਿਸਟਮ ਦਾ ਹਿੱਸੇਦਾਰ ਨਹੀਂ ਹੈ। ਘੱਗਰ ਡਿਵਾਈਡ ਕਰ ਦਿੰਦਾ। ਘੱਗਰ ਤੋਂ ਉਰੇ ਇੰਡਸ ਹੈ, ਉਦੋਂ ਅੱਗੇ ਜਮਨਾ ਡੈਲਟਾ ਆ ਜਾਂਦਾ। ਹੁਣ ਉਹ ਪਾਣੀ ਮੁੜਨਾ ਨਹੀਂ, ਇਹ ਵੀ ਸਾਨੂੰ ਪਤਾ ਹੈ। ਹੁਣ ਪਰ ਪੰਜਾਬ ਨੂੰ ਕੰਪਨਸੇਟ ਤਾਂ ਕਰੋ ਕਿਸੇ ਢੰਗ ਨਾਲ, ਕਿ ਤੁਸੀਂ ਸਾਡਾ ਨੈਚੁਰਲ ਰਿਸੋਰਸ ਲੈ ਗਏ, ਸਾਨੂੰ ਕੰਪਨਸੇਟ ਕਰੋ ਕਿਸੇ ਢੰਗ ਨਾਲ, ਸਾਨੂੰ ਰਾਇਲਟੀ ਦਿਓ। ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਗੰਗ ਸਿੰਘ ਨੇ ਪਾਣੀ ਲੈ ਕੇ ਗਿਆ ਰਾਜਸਥਾਨ, ਗੰਗ ਕਨਾਲ ਜਿਹਨੂੰ ਰਾਇਲਟੀ ਮਿਲਦੀ ਸੀ। ਪਟਿਆਲਾ ਸਟੇਟ ਦਿੰਦੀ ਸੀ ਰਾਇਲਟੀ। ਪਟਿਆਲੇ ਨੂੰ ਪਾਣੀ ਦਿੱਤਾ ਸੀਗਾ ਕਨਾਲ ਦਾ, ਅਤੇ ਪਟਿਆਲਾ ਸਟੇਟ ਰਾਇਲਟੀ ਦਿੰਦੀ ਸੀਗੀ। ਨੋ, ਇਹ ਪੰਜਾਬ ਦਾ ਧੱਕਾ, ਸ਼ਰੇਆਮ ਧੱਕਾ। ਸਾਡਾ ਇੱਕ ਨੈਚੁਰਲ ਰਿਸੋਰਸ ਹੈ, ਤੁਸੀਂ ਉਹ ਖਾ ਜਾਓ, ਤਾਂ ਧੱਕਾ ਕਿਵੇਂ ਨਹੀਂ ਹੈ? ਫਿਰ ਮੰਨ ਲਈਏ ਕਿ ਸਮੇਂ-ਸਮੇਂ ਦੇ ਜਿਹੜੇ ਹੁਕਮਰਾਨ ਰਹੇ ਨੇ ਪੰਜਾਬ ਦੇ ਵਿੱਚ ਵੀ, ਖਾਸ ਕਰਕੇ ਉਹ ਵੀ ਸਮਝੌਤਾ ਕਰਕੇ ਬੈਠੇ ਰਹੇ ਨੇ। ਉਹ ਹੈ ਮੈਂ ਨਾ ਜੀ, ਪਹਿਲਾਂ ਤਾਂ 1950 'ਚ ਪਾਣੀ ਦੇ ਦਿੱਤਾ, ਫਿਰ 1960 ਦੇ ਬਾਅਦ ਇਮੀਡੀਏਟਲੀ ਐਡਮਿਨਿਸਟ੍ਰੇਟਿਵ ਆਰਡਰ ਨਾਲ ਦੇ ਦਿੱਤਾ, ਗੁਲਜ਼ਾਰੀ ਲਾਲ ਨੰਦਾ ਜੀ ਨੇ ਦੇ ਦਿੱਤਾ। ਫਿਰ ਇੰਦਰਾ ਗਾਂਧੀ ਜੀ ਦੇ ਸਮੇਂ ਕਮਿਸ਼ਨ ਬਿਠਾ ਦਿੱਤੀ ਗਈ। ਉਹ ਕਮਿਸ਼ਨ ਕਹਿੰਦੇ, ਉਹਨਾਂ ਨੇ ਕਹਿ ਦਿੱਤਾ ਜੀ ਇੱਥੋਂ ਪਾਣੀ ਵਧਾ ਲਿਆ ਪੰਜਾਬ ਦਾ, ਨਾਲਿਆਂ ਦਾ ਕਾਗਜ਼ਾਂ 'ਚ ਐਂ ਸ਼ੋ ਕੀਤਾ ਜਿਵੇਂ ਪਾਣੀ ਦਾ ਹਿੱਸਾ ਵਧਾ ਰਹੇ ਹੁੰਦੇ ਆ। ਪੰਜਾਬ ਦੇ ਪਾਣੀ ਕੱਢ ਕੇ ਤਰੀਕੇ ਨਾਲ ਵਧਾ ਦਿੱਤਾ ਉਹਨਾਂ ਨੂੰ। ਬਿਕੋਜ਼ ਇਹ ਨਹੀਂ ਹੈ ਕਿ 1 ਰੁਪਈਆ ਚੁਆਨੀ ਵੰਡਣੀ ਹੈ। ਇਹ ਹੈ ਕਿ ਰੁਪਈਆ ਪੰਜਾਬ ਕੋਲ ਹੈ, ਮੀਂਹ ਵੱਧ ਪਵੇ ਘੱਟ ਪਵੇ, 60 ਪੈਸੇ ਤੂੰ ਹਰਿਆਣੇ ਤੇ ਰਾਜਸਥਾਨ ਨੂੰ ਦੇਣੇ। ਉਨਾ ਪਾਣੀ ਜਾਣਾ ਹੀ ਜਾਣਾ ਹੈ, ਚਾਹੇ ਪੰਜਾਬ ਦਾ ਪਾਣੀ ਸੁੱਕ ਜਾਵੇ, ਦੇਣਾ ਹੀ ਦੇਣਾ। ਉਹਨਾਂ ਦਾ ਫਿਕਸ ਕੀਤਾ ਹੋਇਆ। ਇਹ ਵੀ ਜ਼ਿਕਰ ਆਉਂਦਾ ਕਿ ਜਦੋਂ ਇਹ ਕਾਨੂੰਨ ਬਣਿਆ ਜਾਂ ਜਦੋਂ ਇਹ ਵੰਡ ਹੋਈ ਪਾਣੀ ਦਾ ਜ਼ਿਕਰ ਵੀ ਚੱਲਦਾ ਹੈਗਾ, ਤਾਂ ਇਹ ਵੀ ਵਿੱਚ ਲਿਖਿਆ ਗਿਆ ਸੀ ਕਲੌਜ਼ ਕਿ ਸਮੇਂ-ਸਮੇਂ 'ਤੇ ਪੰਜਾਬ ਦੇ ਵਿੱਚ ਕਿੰਨਾ ਪਾਣੀ ਹੈ ਉਹਦੇ ਬਾਰੇ ਵੀ ਜਾਂਚ ਕੀਤੀ ਜਾਣੀ ਚਾਹੀਦੀ, ਤਾਂ ਹੀ ਅੱਗੇ ਪਾਣੀ ਵੰਡਿਆ ਜਾਣਾ ਹੈ। ਇਹ ਕਹਿੰਦੇ ਹੋਈ ਨਹੀਂ ਮੁੜ ਕੇ। ਉਹ ਤਾਂ ਕੀ ਕਰਨੀ ਇਹਨਾਂ ਨੇ? ਇਹਦੇ 'ਤੇ ਨਲਾਇਕੀ ਸਾਡੀ ਯੂਨੀਅਨ ਗਵਰਨਮੈਂਟ ਦੀ ਵੀ ਹੈ, ਸੁਪਰੀਮ ਕੋਰਟ ਦੀ ਵੀ ਹੈ।
ਸਾਡੀ ਸਕਸੈਸਿਵ ਸਟੇਟ ਗਵਰਨਮੈਂਟਸ ਦੀ ਵੀ ਹੈ। ਸਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਇੱਕ ਅਸੀਂ ਸੂਟ ਫਾਈਲ ਕੀਤਾ ਸੀ ਸੁਪਰੀਮ ਕੋਰਟ 'ਚ, ਉਹ ਦਰਬਾਰਾ ਸਿੰਘ ਜੀ ਆਏ, ਉਹ ਵਿਡਰਾਅ ਕਰਾਤਾ। ਹੁਣ ਉਹ ਵਿਡਰਾਅ ਹੋਣ ਬਾਅਦ ਸਾਡੀ ਪੋਜੀਸ਼ਨ ਬੜੀ ਵੀਕ ਹੋ ਗਈ। ਹੁਣ ਕੈਪਟਨ ਅਮਰਿੰਦਰ ਜੀ ਨੇ ਕੀਤਾ ਸੈਕਸ਼ਨ 5, ਕਿਉਂਕਿ ਉਹਨਾਂ ਕੋਲ ਰਸਤਾ ਨਹੀਂ ਸੀ ਕੋਈ, ਉਹਨਾਂ ਨੇ ਕੀਤਾ ਕਿ ਅਸੀਂ ਰਿਵਰ ਟਰੀਟੀਜ਼ ਚੱਕਤੀਆਂ। ਹੁਣ ਉਹ ਚੱਕਣ ਦੇ ਨਾਲ ਜਿਹੜਾ ਪਹਿਲਾਂ ਜਾਂਦਾ ਸੀ ਉਹ ਅਸੀਂ ਐਡਮਿਟ ਕਰ ਲਿਆ, ਉਹਦੇ ਤੇ ਸਾਫ਼ ਤੌਰ ਤੇ ਮੋਹਰ ਲੱਗ ਗਈ ਵੀ ਜਿੰਨਾ ਪਾਣੀ ਜਾਂਦਾ ਜਿਹੜਾ ਜਾਂਦਾ ਉੱਤੇ ਮੋਹਰ ਲੱਗ ਗਈ, ਜਿਹੜਾ ਨਵਾਂ ਜਾਣਾ ਹੈ। ਹੁਣ ਨਵਾਂ ਜਾਣ ਦਾ ਸਾਡਾ ਸੂਟ ਡਿਕਰੀ ਹੋਇਆ ਸੁਪਰੀਮ ਕੋਰਟ ਦੇ ਵਿੱਚ ਕਿ ਬਣਾਓ ਕਨਾਲ। ਹੁਣ ਉਹ ਕਿਸੇ ਨਾ ਕਿਸੇ ਦਿਨ ਸੁਪਰੀਮ ਕੋਰਟ ਦੇਖੋ ਜਸਟਿਸ ਥੋੜ੍ਹਾ ਕਰਦਾ ਸੁਪਰੀਮ ਕੋਰਟ, ਇਹ ਵੀ ਸਾਡੇ ਡੰਗ ਟਪਾਉਂਦੇ ਆ, ਗੁੱਲੀ ਡੰਡਾ ਖੇਡਦੇ ਆ। ਇਹ ਜੇ ਉਹ ਆਰਡਰ ਕੀਤਾ ਐਗਜ਼ੀਕਿਊਟ ਕਰੋ, ਦਵਾਓ ਹਰਿਆਣੇ ਨੂੰ, ਉਹ ਪਤਾ ਲੈਂਡ ਆਰਡਰ ਪ੍ਰੋਬਲਮ ਹੋਊਗੀ। ਐਂਡ ਇਹਦੇ 'ਚ ਤੁਸੀਂ ਇਹ ਵੀ ਸੋਚੋ ਫਿਰ ਕਿ ਕਿਆ ਹਰਿਆਣੇ ਦਾ ਹੱਕ ਬਣਦਾ, ਕਿਆ ਰਾਜਸਥਾਨ ਦਾ ਹੱਕ ਬਣਦਾ। ਜੇ ਨਹੀਂ ਬਣਦਾ ਤਾਂ ਫਿਰ ਤੁਸੀਂ ਵਰਕ ਕਰੋ। ਹੁਣ ਤੁਸੀਂ ਨੈਸ਼ਨਲ ਗ੍ਰੇਨ ਸਿਕਿਉਰਿਟੀ ਤੇ ਪੰਜਾਬ ਖੜਿਆ ਹੋਇਆ, ਪੰਜਾਬ ਨੇ ਤੁਹਾਨੂੰ ਕਣਕ ਝੋਨਾ ਦਿੱਤਾ। ਅੱਜ ਪੰਜਾਬ ਉਸ ਤੁਹਾਡੀ ਪਾਲਿਸੀ ਕਰਕੇ ਪੰਜਾਬ ਦਾ ਬੁਰਾ ਹਾਲ ਹੈ। ਸਾਡੀ ਸੋਇਲ ਡਿਪਲੀਟ ਹੋ ਗਈ, ਸਾਡਾ ਵਾਟਰ ਡਿਪਲੀਟ ਹੋ ਗਿਆ, ਵਾਟਰ ਸਾਡਾ ਮਾੜਾ ਵੀ ਹੋ ਗਿਆ, ਡਿਪਲੀਟ ਤਾਂ ਕੀ ਹੋਣਾ, ਪੋਲਿਊਟਡ ਹੋ ਗਿਆ। ਹੁਣ ਤੁਸੀਂ ਅੱਜ ਪੰਜਾਬ ਨੂੰ ਕੁਝ ਦਿਓ ਤਾਂ ਅਸੀਂ ਬਦਲਵਾਂ ਕੋਈ ਚੀਜ਼ ਤਾਂ ਦਿਓ। ਹੁਣ ਅੱਜ ਮਿਲਟ ਤੇ ਲੱਗੇ ਆ, ਇਹ ਸਾਰੀ ਗਵਰਨਮੈਂਟ ਲੱਗੀ ਹੈ ਮਿਲਟ ਤੇ। ਦਿਨ ਨੂੰ ਨਜ਼ਰ ਆਉਂਦਾ ਫਿਊਚਰ 'ਚ ਸ਼ਾਇਦ ਕਣਕ ਵਾਈਬਲ ਗਲੋਬਲ ਵਾਰਮਿੰਗ। ਤੁਸੀਂ ਜ਼ਿਕਰ ਕਰ ਰਹੇ ਸੀ ਜਿਵੇਂ SYL ਦਾ ਜ਼ਿਕਰ ਆਉਂਦਾ ਵਿੱਚ ਸਾਰੇ ਤੌਰ ਤੇ ਕਿ ਅਦਾਲਤਾਂ ਨੇ ਵੀ ਹੁਕਮ ਕਰਤੇ ਬਣਾਓ, ਤਾਂ SYL ਦੇ ਨਾਲ ਹੁਣ ਇੱਕ ਨਵਾਂ ਜ਼ਿਕਰ ਵੀ ਛਿੜਿਆ ਕਿ YSL। ਇਹ ਤੁਹਾਨੂੰ ਲੱਗਦਾ ਕਿ ਇਹ ਇਸ ਵੇਲੇ ਇਹ ਵੈਲਿਡ ਚੀਜ਼ ਹੈਗੀ ਹੈ ਕਿ ਇਸ ਤਰੀਕੇ ਨਾਲ ਪਾਣੀ ਦੀ ਵੰਡ ਹੋਣੀ ਚਾਹੀਦੀ ਕਿ ਜਮਨਾ ਵਾਲੇ ਪਾਸੇ ਲਿੰਕ ਬਣਨਾ ਚਾਹੀਦਾ, ਨਾ ਕਿ ਸਤਲੁਜ ਵਾਲੇ ਪਾਸੇ? ਦੇਖੋ, ਪੰਜਾਬ ਦੇ ਐਸਟ 60-40 'ਚ ਵੰਡੇ, ਪਾਣੀ ਨੂੰ ਐਸਟ ਕਰਕੇ ਪਾਣੀ ਵੀ 40 ਹਰਿਆਣਾ ਨੂੰ ਦੇ ਦਿੱਤਾ। ਜਿਹੜਾ ਯਮੁਨਾ ਦਾ ਆਉਂਦਾ ਸੀ ਉਹਦੇ 60 ਪੰਜਾਬ ਦਾ ਸੀ। ਜੇ ਇਹੀ ਫਾਰਮੂਲਾ ਲਾ ਲਓ ਤਾਂ ਫਿਰ ਯਮੁਨਾ ਦੇ 'ਚ ਪੰਜਾਬ ਦਾ 60 ਸੀ, ਉਹ ਕਿੱਥੇ ਗਿਆ? ਦੇਖੋ, ਪੰਜਾਬ ਨਾਲ ਫੇਅਰਨੈਸ ਨਹੀਂ ਹੋਈ। ਅਸੀਂ 47 ਦਾ ਮੁਆਵਜ਼ਾ ਕਦੇ ਨਹੀਂ ਲਿਆ, ਕਿਸੇ ਨੇ ਸਾਨੂੰ ਦਿੱਤਾ ਬਟ ਟੁੱਕ ਹੋਈ ਹੈ, ਕਿਸੇ ਕੰਟਰੀ ਨੇ ਸਾਨੂੰ ਦਿੱਤਾ ਕਦੇ। ਪੰਜਾਬ 'ਚ ਹੜ੍ਹ ਆਏ, ਅਸੀਂ ਕਦੇ ਕੰਟਰੀ ਤੋਂ ਨਹੀਂ ਲਿਆ। ਪਰ ਜੇ ਭੁੱਜ ਦੇ ਵਿੱਚ ਭੁਚਾਲ ਆ ਗਿਆ, ਅਸੀਂ ਉੱਥੇ ਜਾ ਕੇ ਲੰਗਰ ਵੀ ਲਾਏ, ਪੈਸੇ ਵੀ ਭੇਜੇ। ਕੰਟਰੀ ਦੇ ਵਿੱਚ ਕੋਈ ਕਲਾਈਮੇਟੀ ਆ ਗਈ, ਉਹਦੇ 'ਚ ਪੰਜਾਬੀਆਂ ਨੇ ਕੰਟਰੀਬਿਊਟ ਕੀਤਾ। ਜਦ ਸੋਨਾ ਮੰਗਿਆ ਗਿਆ ਪੰਜਾਬੀਆਂ ਤੋਂ ਕਿ ਸਾਨੂੰ ਚਾਹੀਦੀ ਆ ਆਰਮੀ ਬਿਲਡ ਕਰਨੀ ਆਫਟਰ ਪਾਰਟੀਸ਼ਨ, ਤੁਹਾਨੂੰ ਪਤਾ 80% ਸੋਨਾ ਪੰਜਾਬ ਨੇ ਦਿੱਤਾ ਪੂਰੀ ਕੰਟਰੀ ਦਾ ਕੰਪੇਅਰ ਕਰਕੇ। ਵੀ ਹੈਵ ਬੀਨ ਕੰਟਰੀਬਿਊਟਿੰਗ। ਪਾਰਟੀਸ਼ਨ ਦਾ ਸਾਨੂੰ ਰੁਪਈਏ ਦੇ 30 ਪੈਸੇ ਮਿਲੇ ਇੱਧਰ, ਬੜੀ ਹੈਰਾਨੀ ਦੀ ਗੱਲ ਹੈ। ਸਾਡੀਆਂ ਪ੍ਰੋਪਰਟੀਜ਼ ਸ਼ਰਿੰਕ ਕਰਤੀਆਂ, ਜਿਹੜੀ ਕੰਪਨਸੇਸ਼ਨ ਮਿਲੀ 30% ਮਿਲੀ, ਬਿਕੋਜ਼ ਪੈਕੇਜ ਆਫ ਪ੍ਰੋਪਰਟੀ ਪੰਜਾਬ ਦੀ ਬਣਾਈ, ਕੰਟਰੀ ਦੀ ਨਹੀਂ। ਕਿ ਜਿਹੜੇ ਉਧਰੋਂ ਪ੍ਰੋਪਰਟੀ ਛੱਡ ਕੇ ਆਏ ਆ ਉਹ ਉਹਨਾਂ ਨੂੰ ਚਲੇਗੀ, ਜਿਹੜੇ ਇੱਧਰੋਂ ਛੱਡ ਕੇ ਗਏ ਉਹ ਜਿਹੜੇ ਉਧਰੋਂ ਆਏ ਉਹਨਾਂ ਨੂੰ ਮਿਲ ਗਈ। ਅਸੀਂ ਜਿਹੜੀ ਛੱਡ ਕੇ ਆਏ ਸੀ ਉਹ ਮੱਚ ਮੋਰ ਸੀ, ਕਿਉਂਕਿ ਸਾਡੇ ਬੰਦੇ ਉੱਧਰ ਵਸੇ ਸੀ। ਜਿਹੜੇ ਇੱਧਰੋਂ ਗਏ ਮੱਚ ਲੈਸ ਸੀ। ਐਂਡ ਮੁਸਲਿਮਸ ਇਕਨੋਮਿਕਲੀ ਪੂਅਰ ਸੀ। ਮੁਸਲਿਮਸ ਕੋਲ ਲੈਂਡ ਹੋਲਡਿੰਗਸ ਬਹੁਤ ਘੱਟ ਸੀਗੀਆਂ, ਪ੍ਰੋਪਰਟੀਜ਼ ਬਹੁਤ ਘੱਟ ਸੀਗੀਆਂ ਅਦਰਵਾਈਜ਼ ਵੀ। ਤੇ ਉਹਦਾ ਹਾਲਾਤ ਕੀ ਹੋਇਆ ਕਿ ਸਾਨੂੰ ਕਿਸੇ ਨੇ ਕੰਪਨਸੇਟ ਕੀਤਾ, 70 ਪੈਸੇ ਸਾਡੇ ਉੱਡ ਗਏ। ਤੁਸੀਂ ਪਾਰਟੀਸ਼ਨ ਤੁਸੀਂ ਕਰ ਲਿਆ, 70 ਪੈਸੇ ਸਾਡੇ ਉੱਡ ਗਏ। 70 ਪੈਸੇ ਉੜਨ ਦੇ ਬਾਅਦ ਕਿਸੇ ਨੇ ਸਾਨੂੰ ਕੋਈ ਡੱਕਾ ਦਿੱਤਾ? ਇਸ ਮੁਲਕ ਦੇ ਬੰਦਿਆਂ ਨੇ ਸਾਨੂੰ 20,000 ਬੰਦਾ ਸਾਡਾ ਇਵੈਕੂਏਟ ਹੋ ਕੇ ਪੰਜਾਬ 'ਚੋਂ ਮਦਰਾਸ ਚਲੇ ਗਿਆ ਸੀ। ਉਹ ਮਦਰਾਸ ਨੇ ਕਹਿ ਦਿੱਤਾ ਸੀ 20 ਦਿਨ ਤੋਂ ਉੱਤੇ ਨਹੀਂ ਰੱਖ ਸਕਦੇ, ਤੋਰੋ ਇੱਥੋਂ ਤੌਰ 'ਤੇ। ਫਿਰ ਤੁਸੀਂ ਪੰਜਾਬ ਦਾ ਪਾਰਟੀਸ਼ਨ ਜੇ ਯੂਪੀ 'ਚ ਕੋਈ ਛੱਡ ਗਿਆ, ਉਹ ਪ੍ਰਾਪਰਟੀਆਂ ਸਾਨੂੰ ਕਿਉਂ ਨਹੀਂ ਦਿੱਤੀਆਂ? ਉਹ ਕਿਉਂ ਨਹੀਂ ਕੰਪਨਸੇਟ ਕੀਤਾ ਸਾਨੂੰ? ਮਤਲਬ ਪੰਜਾਬ ਦਾ ਪਾਰਟੀਸ਼ਨ ਬਣਾਇਆ, ਕੰਟਰੀ ਦਾ ਪਾਰਟੀਸ਼ਨ ਨਹੀਂ ਬਣਾਇਆ। ਨਾਓ ਇਹ ਸਿਚੁਏਸ਼ਨ ਹੈ ਜਿਹੜੀ, ਇਸ ਸਿਚੁਏਸ਼ਨ 'ਚ ਫਿਰ ਸ਼ੱਕ ਦੀ ਸ਼ੁਭਾ ਹੋਣਾ ਹੋਊ ਨਹੀਂ। ਫਿਰ ਤੁਸੀਂ ਕਹਿੰਦੇ ਹੋ ਕਿ ਸਿੱਖ ਬਾਗੀ ਹੈ, ਫਿਰ ਬਾਗੀ ਨਹੀਂ ਹੋਣਗੇ ਤਾਂ ਹੋਰ ਕੀ ਕਰਨਗੇ? ਟਾਂਡਾ ਸਾਹਿਬ, ਆਹੀ ਜ਼ਿਕਰ ਆਉਂਦਾ ਕਿ ਫਿਰ ਜਦੋਂ ਇੰਨਾ ਧੱਕਾ ਹੋ ਰਿਹਾ ਹੋਵੇ, ਫਿਰ ਇੱਕ ਵੱਖਰੇ ਰਾਜ ਦੀ ਗੱਲ ਕਿਉਂ ਨਹੀਂ ਹੋਵੇ, ਵੱਖਰੀ ਸਟੇਟ ਦੀ ਗੱਲ ਕਿਉਂ ਨਾ ਹੋਵੇ? ਜਦ ਇੰਨਾ ਧੱਕਾ ਹੋ ਰਿਹਾ ਹੋਵੇ, ਸਟੇਟ ਸ਼ਰੇਆਮ ਸਮੇਂ-ਸਮੇਂ ਤੇ ਜਿਹੜੀ ਸੈਂਟਰ ਦੀ ਤਾਕਤ ਰਹੀ ਹੈ ਉਹ ਪੰਜਾਬ ਨਾਲ ਸਮੇਂ-ਸਮੇਂ ਤੇ ਧੱਕਾ ਕਰਦੀ ਰਹੀ ਹੋਵੇ, ਇੱਕ ਖਾਲਿਸਤਾਨ ਦੀ ਮੰਗ ਉੱਠਦੀ ਹੈ, ਉਹ ਵੱਖਰੇ ਤੌਰ ਤੇ ਲੋਕੀ ਦੇਖਦੇ ਨੇ, ਪਰ ਕਹਿੰਦੇ ਪੰਜਾਬ ਨੂੰ ਪੰਜਾਬ ਦਾ ਹੱਕ ਕਿਉਂ ਨਾ ਮਿਲੇ? ਜਦ ਦੇਖੋ, ਲਾਰਡ ਡੈਨਿੰਗ ਕਹਿੰਦੇ ਆ ਕਿ ਜਦ ਇਨਜਸਟਿਸ ਹੁੰਦਾ, ਵੈਨ man is deprived of his due, then rebellion comes. ਇਸੇ ਤਰ੍ਹਾਂ ਜਿਸ ਫੈਕਟਰੀ ਦੇ ਵਿੱਚ ਵਰਕਰਾਂ ਨੂੰ ਤੁਸੀਂ ਉਹਨਾਂ ਦੇ ਰਾਈਟਸ ਤੋਂ ਵਾਂਝੇ ਰੱਖੋਗੇ, ਉਹ ਟ੍ਰੇਡ ਯੂਨੀਅਨ ਬਣਾਉਣਗੇ। ਤੁਸੀਂ ਟੀਚਰਸ ਦੀ ਸ਼ੋਸ਼ਣ ਕਰੋਗੇ, ਉਹਨਾਂ ਨੂੰ ਕੰਟਰੈਕਟ ਤੇ ਰੱਖੋਗੇ, ਪੱਕੇ ਨਹੀਂ ਕਰੋਗੇ, ਫਿਰ ਐਜੀਟੇਸ਼ਨ ਕਰਨਗੇ, ਫਿਰ ਉਹ ਮੁੱਖ ਮੰਤਰੀ ਦਾ ਘਰ ਘੇਰਨਗੇ। ਇਹ ਜਦ ਇਨਜਸਟਿਸ ਹੁੰਦਾ, ਫਿਰ ਡਿਮਾਂਡ ਇਹੋ ਜਿਹੀ ਉੱਠਦੀ ਹੈ। ਆਪਾਂ ਹੁਣ ਮੋਇਸਟ ਮੂਵਮੈਂਟ ਕਿਉਂ ਚੱਲ ਰਹੀ ਹੈ? ਤੁਸੀਂ ਟਰਾਈਬਲਸ ਸਦੀਆਂ ਤੋਂ ਰਹਿ ਰਹੇ ਹੈ, ਉਹ ਜੰਗਲਾਂ 'ਤੇ ਉਹਨਾਂ ਦਾ ਹੱਕ ਹੈ,
ਉਹ ਝੁੱਗੀਆਂ 'ਚ ਹੀ ਰਹਿਣਾ ਚਾਹੁੰਦੇ ਆ, ਉਹ ਜੜ੍ਹਾਂ ਪੱਟ ਕੇ ਹੀ ਖਾਣਾ ਚਾਹੁੰਦੇ ਆ, ਉਹ ਜੜੀਆਂ ਬੂਟੀਆਂ ਖਾਣਾ ਚਾਹੁੰਦੇ ਆ, ਉਹ ਲੋਕਲ ਸ਼ਰਾਬ ਕੱਢ ਕੇ ਉਹ ਬਾਂਸ ਦੇ ਵਿੱਚ ਪਾ ਕੇ ਉਹ ਪੀਣਾ ਚਾਹੁੰਦੇ ਆ। ਤੁਸੀਂ ਉੱਥੇ ਇੰਡਸਟਰੀਲਾਈਜੇਸ਼ਨ ਕਰਨੀ ਆ, ਤੁਸੀਂ ਮਾਈਨਿੰਗ ਕਰਨੀ ਆ, ਕਰੋ, ਪਰ ਜਦੋਂ ਉਹਨਾਂ ਨੂੰ ਡਿਪਰਾਈਵ ਕਰਦੇ ਹੋ ਉਹਨਾਂ ਨੂੰ ਕੰਪਨਸੇਟ ਵੀ ਤਾਂ ਕਰੋ ਨਾ। ਕਿੱਥੇ ਜਾਣ ਉਹ? ਹੁਣ ਤੁਸੀਂ ਪੰਜਾਬ ਦੇ ਵਿੱਚ ਜੇ ਪੰਜਾਬ ਨਾਲ ਧੱਕਾ ਕੀਤਾ, ਪਾਣੀ ਲੈ ਕੇ ਗਏ, ਉਹ ਕੰਪਨਸੇਟ ਵੀ ਤਾਂ ਕਰੋ ਨਾ। ਕੰਪਨਸੇਟ ਅਸ ਜੇ ਤੁਸੀਂ ਕੰਪਨਸੇਟ ਨਹੀਂ ਕਰੋਗੇ ਤਾਂ ਫਿਰ ਆਵਾਜ਼ ਸੈਪਰੇਸ਼ਨ ਦੀ ਕਿਉਂ ਨਹੀਂ ਉੱਠੂਗੀ? ਤੁਸੀਂ ਮਾਹੌਲ ਕ੍ਰੀਏਟ ਕਰਕੇ ਦਿੰਦੇ ਹੋ। ਹੁਣ ਪਾਕਿਸਤਾਨ ਦਾ ਕੀ ਹਾਲ ਅੱਜ? ਪਾਕਿਸਤਾਨ ਦਾ ਬੰਗਲਾਦੇਸ਼ ਲੱਗ ਕਿਉਂ ਹੋਇਆ? ਮਾਹੌਲ ਦਿੱਤਾ ਉਹਨਾਂ ਨੇ, ਇਨਜਸਟਿਸ ਕੀਤਾ ਵੈਸਟ ਬੰਗਾਲ ਨਾਲ। ਹੁਣ ਤੁਸੀਂ ਇਨਜਸਟਿਸ ਬਲੋਚਿਸ ਨਾਲ ਕਰ ਰਹੇ ਹੋ, ਹੁਣ ਤੁਸੀਂ ਇਨਜਸਟਿਸ ਵਜ਼ੀਰਿਸਤਾਨ ਨਾਲ ਕਰ ਰਹੇ ਹੋ, ਹੁਣ ਤੁਸੀਂ ਇਨਜਸਟਿਸ ਕਸ਼ਮੀਰੀਆਂ ਨਾਲ ਕਰ ਰਹੇ ਹੋ, ਤੁਸੀਂ ਇਨਜਸਟਿਸ ਸਿੰਧੀਆਂ ਨਾਲ ਕਰ ਰਹੇ ਹੋ। ਅੱਜ ਤੇ ਉਹ ਮੁਹਾਜਿਰ ਹੈ, ਇੰਡੀਆ 'ਚੋਂ ਗਏ, ਅਲੀਗੜ੍ਹ ਯੂਨੀਵਰਸਿਟੀ 'ਚੋਂ ਆਵਾਜ਼ ਉੱਠੀ ਪਾਕਿਸਤਾਨ ਦੀ, ਉਹ ਸਾਰੇ ਦੇ ਸਾਰੇ ਜਿਹੜੇ ਯੂਪੀ ਬਿਹਾਰ 'ਚੋਂ ਗਏ ਉਹ ਬਸੇ ਕਰਾਚੀ 'ਚ, ਸਿੰਧ 'ਚ, ਉਹ ਅੱਜ ਵੀ ਮੁਹਾਜਿਰ ਹੈ। ਅੱਜ ਵੀ ਕੰਟਰੋਲ ਕਿਹਦਾ? ਗਲੇਵਾਂ ਕਿਹਦਾ? ਪੰਜਾਬੀਆਂ ਦਾ ਉੱਥੇ। ਜਦ ਪੰਜਾਬੀਆਂ ਦਾ ਗਲੇਵਾਂ ਕਿਉਂ ਨਹੀਂ ਰੋਣਗੇ? ਜੇ ਸਾਡੇ ਪੰਜਾਬ ਤੇ ਹਿੰਦੁਸਤਾਨੀਆਂ ਦਾ ਗਲੇਵਾਂ ਰਹੂਗਾ ਤਾਂ ਅਸੀਂ ਕਿਉਂ ਨਹੀਂ ਰਵਾਂਗੇ? ਸੋ ਦਿਸ ਇਜ਼ ਇਹ ਨੈਚੁਰਲ ਡਿਮਾਂਡ ਹੈ ਜਿਹੜੀ ਉੱਠੂਗੀ। ਐਂਡ ਇਹਨੂੰ ਕਹਿਣਾ ਕਿ ਜੇ ਸੈਪਰੇਟਿਸਟ ਹੈ ਫਲਾਣਾ, ਨਹੀਂ, ਉਹਨਾਂ ਦੀ ਐਸਪੀਰੇਸ਼ਨਸ ਪੂਰੀਆਂ ਕਰੋ। ਗਿਵ them freedom, give them freedom of voice, give them freedom of shaping Punjab the way they want. What is the problem? ਪੰਜਾਬ ਤਾਂ ਛੋਟਾ ਰਹਿ ਗਿਆ ਸਾਡਾ, ਤਾਂ ਮੇਜਰ ਪੰਜਾਬ ਤਾਂ ਉੱਧਰ ਗਿਆ, ਪ੍ਰੋਸਪਰਸ ਪੰਜਾਬ ਤਾਂ ਉੱਧਰ ਗਿਆ, ਇਹ ਤਾਂ ਅਨਪ੍ਰੋਸਪਰਸ ਪੰਜਾਬ ਸੀ, ਇਹਦਾ ਬੰਜਰ ਕਦੀਮ ਜ਼ਮੀਨਾਂ ਸੀਗੀਆਂ। ਫਿਰ ਵੀ ਪੂਰੇ ਦੇਸ਼ ਦਾ ਢਿੱਡ ਭਰਿਆ ਇਹਨਾਂ ਨੇ। ਹਾਂ, ਪੂਰਾ ਭਰਿਆ, ਪੂਰੇ ਦੇਸ਼ ਦਾ ਭਰਿਆ। ਐਂਡ ਉੱਧਰ ਵੀ ਐਵੇਂ ਹੀ ਹੈ। ਟੰਡ ਸਾਹਿਬ, ਬਹੁਤ ਸਾਰੀਆਂ ਚੀਜ਼ਾਂ ਨੇ, ਜਦੋਂ ਅਸੀਂ ਤੁਹਾਡੇ ਵਰਗੇ ਜਿਹੜੇ ਤਜਰਬੇਕਾਰ ਲੋਕ ਨੇ ਉਹਨਾਂ ਨਾਲ ਬਹਿੰਦੇ ਆ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਵੀ ਸਮਝ ਆਉਂਦੀਆਂ ਕਿ ਕਿੱਥੇ ਕਿੱਥੇ ਧੱਕਾ ਹੋਇਆ। ਪਰ ਸਮੇਂ ਦੀਆਂ ਸਰਕਾਰਾਂ ਤੇ ਵੀ ਭਰੋਸਾ ਨਹੀਂ ਰਹਿੰਦਾ ਲੋਕਾਂ ਨੂੰ। ਉਹ ਵੀ ਸੋਚਦੇ ਚਲੋ ਇੱਕ ਨਹੀਂ ਤੇ ਦੂਸਰੇ ਨੂੰ ਮੌਕਾ ਦਿੰਦੇ, ਦੂਜਾ ਨਹੀਂ ਤੇ ਤੀਜੇ ਨੂੰ ਮੌਕਾ ਦਿੱਤਾ ਹੈਗਾ। ਹੱਲ ਕੀ ਹੈਗਾ ਤੁਹਾਡੇ ਸਾਹਮਣੇ ਨਾਲ? ਕੀ ਹੋਣਾ ਕੀ ਚਾਹੀਦਾ ਹੈ? ਕਿ ਜਿਹੜੇ ਸਟੇਟ ਦੇ ਪੈਰੋਕਾਰ ਹੈ, ਜਿਹੜੇ ਸਾਡੇ ਪੋਲੀਟੀਕਲ ਲੀਡਰਸ ਹੈ, ਉਹਨਾਂ ਨੂੰ ਸਟੇਟਸਮੈਨ ਬਣਨਾ ਚਾਹੀਦਾ, ਉਹਨਾਂ ਨੂੰ ਦਰਿਆ ਦਿਲ ਰੱਖਣਾ ਚਾਹੀਦਾ। ਤੁਸੀਂ ਇੱਕ ਇਨਸੀਡੈਂਟ ਆਫ 2 person died in ਬਰਗਾੜੀ ਆਫਟਰਮਾਥ, ਤੁਸੀਂ ਉਹਦੇ ਤੇ ਕਿੰਨੀ ਵੱਡੀ ਸਿਆਸਤ ਕੀਤੀ ਤੇ ਉਹਦਾ ਨੁਕਸਾਨ ਪਤਾ ਕੀ ਹੋਇਆ? ਤੁਸੀਂ ਰਿਅਲਾਈਜ਼ ਕੀਤਾ ਕਿ ਪ੍ਰਾਈਮ ਮਿਨਿਸਟਰ ਆਇਆ ਇੰਡੀਆ 'ਚ, ਤੁਸੀਂ ਉਹਦੀ ਸਿਕਿਉਰਿਟੀ ਕੰਪਰੋਮਾਈਜ਼ ਕੀਤੀ। ਅੱਜ ਰਿਪੋਰਟ ਆ ਗਈ। ਹੁਣ ਦੇਖੋ, ਉਸ ਸਮੇਂ ਦਾ DGP ਚੱਟੋਪਾਧਿਆ ਹੈਲਪਲੈਸ, ਮਿਸਟਰ ਅਗਰਵਾਲ ਹੈਲਪਲੈਸ, SSP ਹੈਲਪਲੈਸ। ਉਹ ਕਹਿੰਦੇ ਅਸੀਂ ਇਹਨਾਂ ਨੂੰ ਹਟਾਈਏ ਕਿਵੇਂ? ਕਿਉਂ? ਜੇ ਹਟਾਇਆ, ਕਿਤੇ ਲਾਠੀ ਚਾਰਜ ਹੋ ਗਈ, ਕਿਤੇ ਫਾਇਰਿੰਗ ਹੋ ਗਈ, ਕੋਈ ਮਰ ਗਿਆ ਤਾਂ ਉਹੋ ਜਿਹਾ ਇਸ਼ੂ ਬਣ ਜੂ ਜਿਹੜਾ ਅਸੀਂ ਚੱਕਿਆ, ਜਿਹੜੀ ਅਸੀਂ ਅੱਗ ਲਾ ਕੇ ਤੇਲ ਪਾ ਕੇ ਬੰਬੜ ਉਠਾ ਕੇ ਪੰਜਾਬ ਦੇ ਵਿੱਚ ਚੱਕਿਆ ਤੇ ਸਰਕਾਰ ਬਦਲੀ ਹੈ। ਕੈਪਟਨ ਨੇ ਆਪਣਾ ਰਾਜ ਕੀਤਾ, ਇਹਨਾਂ ਨੇ ਆਪਣਾ ਰਾਜ ਕੀਤਾ। ਉਹਦਾ ਫਿਰ ਓਰੀਜਨਲ 'ਚ ਕੀ ਹੋਇਆ? ਫਿਰ ਤੁਸੀਂ ਇਹ ਦੇਖੋ ਕਿੰਨਾ ਰੈਡੀਕਲਿਜ਼ਮ ਆ ਗਿਆ ਤੁਹਾਡੇ 'ਚ। ਹੁਣ ਹਰ ਛੋਟੀ ਜਿਹੀ ਗੱਲ ਤੇ ਬੇਅਦਬੀ ਹੋ ਜਾਂਦੀ ਹੈ। ਤੁਸੀਂ ਰੋਜ਼ ਦੇਖ ਲਓ ਕਿਹੜੀ ਗੱਲ ਤੁਸੀਂ ਇਨਸੀਡੈਂਟਸ ਕਿਵੇਂ ਹੁੰਦੇ ਆ, ਕਿਸ ਤਰ੍ਹਾਂ ਲਿੰਚਿੰਗ ਹੋਣ ਲੱਗ ਗਈ। ਉਹ ਲਿੰਚਿੰਗ ਐਕਸੈਪਟੇਬਿਲਿਟੀ ਹੈ। ਦੇਰ ਵਾਜ਼ ਅ ਲਿੰਚਿੰਗ ਇਨ ਦੀ Darbar Sahib complex, there was a lynching in Anandpur Sahib, there was a lynching in many other places. Lynching is happening throughout the country. ਅਸੀਂ ਜਿਹੜਾ ਇਸ ਕਿਸਮ ਦਾ ਮਾਹੌਲ ਦਿੱਤਾ ਨਾ ਕਿ ਤੁਸੀਂ ਹੀ ਜਸਟਿਸ ਕਰ ਲਓ, ਕੋ ਵਿਜੀਲੈਂਸ, ਉਹ ਫੜ ਕੇ ਅੱਗ ਲਾਤੀ, ਬੰਦੇ ਮਾਰਤੇ। ਵਿਚ ਸੌਰਟ ਆਫ ਗਵਰਨਮੈਂਟ ਦਿਸ ਇਜ਼? ਬੰਦੇ ਨੂੰ ਟਰਾਈ ਕਰੋ, ਜੋ ਮਰਜ਼ੀ ਕਰੋ, ਪਰ ਕੋਰਟਸ ਦੀ ਵੀ ਐਕਸੈਪਟੇਬਿਲਿਟੀ ਹੁੰਦੀ ਜਾਂਦੀ ਹੈ। ਕੋਰਟਸ ਆਪ ਉਵੇਂ ਰਿਐਕਟ ਕਰਨ ਲੱਗ ਗਈਆਂ। ਉਹ ਬਲਵਿੰਦਰ ਸੇਖੋਂ ਦੇ ਕੇਸ ਦੇਖੋ, ਕੋਰਟ ਨੇ ਕਿਵੇਂ ਰਿਐਕਟ ਕੀਤਾ। ਇਟ ਇਜ਼ ਅ ਜੁਡੀਸ਼ੀਅਲ ਐਨਕਾਊਂਟਰ ਕਰਕੇ ਮਾਰਤਾ। ਮਤਲਬ ਡਿਫਰੈਂਸ ਕੀ ਹੈ ਦੋ ਚੀਜ਼ਾਂ ਦੇ ਵਿੱਚ? ਤੁਸੀਂ ਜਸਟਿਸ ਜਦ ਤੱਕ ਨਹੀਂ ਦਿਓਗੇ ਲੋਕਾਂ ਨੂੰ, ਫੇਅਰਨੈਸ ਕੱਲੀ ਨਜ਼ਰ ਨਾ ਆਵੇ, ਲੋਕੀ ਬਲੀਵ ਕਰਨ ਕਿ ਉਹਨਾਂ ਨੂੰ ਜਸਟਿਸ ਮਿਲ ਰਿਹਾ। ਤਾਂ ਆਹ ਅਦਾਲਤਾਂ ਜਸਟਿਸ ਮਿਲਦਾ, ਥਾਣਿਆਂ 'ਚ ਜਸਟਿਸ ਮਿਲਦਾ। ਜਾਂਦੇ ਆ ਉੱਥੇ ਛਿੱਤਰ ਮਾਰ ਕੇ ਕੰਮ ਕਰਾ ਲੈਂਦੇ ਆ, ਉੱਥੇ ਇੰਸਟੈਂਟ ਸੈਟਲਮੈਂਟ ਕਰ ਦਿੰਦੇ ਆ, ਤਲਾਕ ਲਿਖਾ ਕੇ ਭੇਜ ਦਿੰਦੇ ਆ। ਇੱਥੇ ਇਹੋ ਜਿਹੇ ਪੋਲੀਟੀਕਲ ਲੀਡਰ ਪੈਦਾ ਹੋ ਗਏ ਜਿਹੜੇ ਆਪਣੇ ਦਰਬਾਰ ਲਾਉਂਦੇ ਆ। ਉਹਨੂੰ ਕਹਿੰਦਾ ਕਚਹਿਰੀ 'ਚ ਨਹੀਂ ਜਾਣਾ, ਤੂੰ ਮੇਰੇ ਕੋਲ ਆ ਜਾ, ਬਦਮਾਸ਼ੀ ਦੇ ਨਾਲ ਆ ਕੁੜੀ ਛੱਡਤੀ, ਲੈ ਜਾ ਇਹਨੂੰ, ਬੱਚੇ ਇਹਨੂੰ ਦੇ ਦਿੱਤੇ। ਪਤਾ ਇਸ ਕਿਸਮ ਕਿਉਂ? ਕਿਉਂਕਿ ਕੋਰਟਸ ਦੇ ਵਿੱਚ ਫੇਥ ਨਹੀਂ ਹੈ। ਕੋਰਟਸ ਡਿਲੇ ਜਸਟਿਸ ਕਰਦੀਆਂ, ਕੋਰਟਸ 'ਚ ਬੇਈਮਾਨੀ ਹੈ। ਲੋਕੀ ਸਮਝਦੇ ਜੱਜ ਪੈਸੇ ਖਾ ਕੇ ਫੈਸਲੇ ਕਰਦੇ ਆ। ਇਹ ਬਲੀਫ ਨਹੀਂ ਹੈ, ਇਹਦੇ 'ਚ ਹੈ। ਇੱਥੋਂ ਤੱਕ ਕਿ ਜਦ ਮੈਂ ਵਕਾਲਤ ਜੁਆਇਨ ਕੀਤੀ, ਉਦੋਂ ਜੇ ਕੋਈ ਪੁੱਛੇ ਨਾ ਕਿ ਬੇਈਮਾਨ ਕੌਣ ਹੈ ਤਾਂ ਕਿ ਸੋਚ ਕੇ ਦੱਸੀਦਾ ਵੀ ਆਹ ਜੱਜ ਬੇਈਮਾਨ ਹੈ। ਹੁਣ ਕੋਈ ਪੁੱਛੇ ਨਾ ਇਮਾਨਦਾਰ ਕੌਣ ਹੈ, ਸੋਚ ਕੇ ਸਮਝ ਨਹੀਂ ਆਉਂਦੀ ਕਿਹਦਾ ਨਾਮ ਲਈਏ। ਮਤਲਬ ਦੇਖੋ ਨਾ ਕਿੰਨਾ ਚੇਂਜ ਹੋ ਗਿਆ ਤੁਹਾਡਾ ਫੇਥ। ਹਾਈ ਕੋਰਟ ਦੇ ਸਿਸਟਮ ਮਾਈ ਲਾਰਡ ਕਹਾਣ ਨਾਲ ਥੋੜ੍ਹਾ ਤੁਸੀਂ ਮਾਲਕ ਬਣ ਜਾਓਗੇ ਲੋਕਾਂ ਦੇ। ਮਾਈ ਲਾਰਡ ਦੀ ਬਜਾਏ ਤਾਂ ਮਾਈ ਗੋਡ ਕਹਿ ਲਓ ਤਾਂ ਵੀ ਕੀ ਹੋ ਜਾਊਗਾ।
ਮਾਈ ਲਾਰਡ ਵਰਗੇ ਲਕਸ਼ਣ ਵੀ ਤਾਂ ਹੋਣੇ ਚਾਹੀਦੇ ਆ, ਉਹ ਜੀ ਡਿਲੀਵਰੀ ਸਿਸਟਮ ਵੀ ਹੋਣਾ ਚਾਹੀਦਾ, ਉਹ ਦੀ ਪਾਇਸਨੈਸ ਵੀ ਹੋਣੀ ਚਾਹੀਦੀ ਹੈ। ਤੁਹਾਡੇ ਹੱਥ ਦੇ ਵਿੱਚ ਲੋਕਾਂ ਨੂੰ ਐ ਮਹਿਸੂਸ ਹੋਵੇ ਕਿ ਇਹ ਤਾਂ ਰੱਬ ਦਾ ਰੂਪ ਹੈ, ਇਹ ਤਾਂ ਕਦੇ ਗਲਤ ਕਰਦਾ ਹੀ ਨਹੀਂ, ਫਲॉलेस ਹੋਣਾ ਚਾਹੀਦਾ। ਤਾਂ ਇਸ ਕਿਸਮ ਦੀ ਸਿਸਟਮ ਜਦ ਤੱਕ ਨਹੀਂ ਬਣਾਵਾਂਗੇ, ਸਾਡੀ ਸਾਰੇ ਸਿਸਟਮ ਐਡ ਕਰਨਗੇ, ਇਕੱਲੇ ਇਹਦੇ 'ਚ ਇਹ ਨਹੀਂ ਹੈ ਕਿ ਅਸੀਂ ਸਿਰਫ ਅਦਾਲਤਾਂ ਨਹੀਂ, ਅਦਾਲਤਾਂ ਬਾਕੀ ਹਰੇਕ ਪੋਲੀਟੀਕਲ ਲੀਡਰਸ ਹੈ, ਸਾਡੀ ਪਬਲਿਕ ਹੈ, ਇਲੈਕਟੋਰੇਟ ਬੇਈਮਾਨ ਹੈ। ਇਲੈਕਟੋਰੇਟ ਕਹਿੰਦਾ ਇਲੈਕਸ਼ਨਾਂ ਦੇ ਵਿੱਚ ਮੈਨੂੰ ਭੁੱਕੀ ਦੇ, ਆ ਸਾਡੀ ਬਾਹਰ ਦੀ ਇਲੈਕਸ਼ਨ ਹੋਈ ਹੈ ਪਿਛਲੀ, ਫਸਟ ਟਾਈਮ ਇਨ ਮਾਈ ਲਾਈਫ ਫੀਮ ਵੀ ਵੰਡੀ ਇੱਕ ਬੰਦੇ ਨੇ। ਇਟਸ ਸ਼ੌਕਿੰਗ ਕਿ ਕਿਹੜੇ ਪਾਸੇ ਨੂੰ ਅਸੀਂ ਤੁਰੇ ਹੋਏ ਹਾਂ। ਦਿਸ ਇਜ਼ ਦੀ ਸਿਚੁਏਸ਼ਨ। ਇਹਦੇ 'ਚ ਇਹਨੂੰ ਕਿਵੇਂ ਮਰਜ ਕਰਨਾ, ਇਹ ਤਾਂ ਐਲਡਰਸ ਦਾ ਕੰਮ ਆ। ਹੁਣ ਗਵਰਨਮੈਂਟਸ ਦੇ ਬਸ ਨਹੀਂ ਆ, ਹੁਣ ਤਾਂ ਪੀਪਲ ਹੈਵ ਟੂ ਜਨਰੇਟ ਗੁੱਡ ਮਾਈਂਡ ਐਂਡ ਗੁੱਡ ਫੀਲਿੰਗਸ ਅਮੰਗ ਪੀਪਲ ਕਿ ਤੁਸੀਂ ਉੱਠੋ ਭਾਈ, ਉੱਭਰੋ। ਮੰਦਰ ਗੁਰਦੁਆਰੇ ਮਸਜਿਦਾਂ ਜਾ ਕੇ ਨਹੀਂ ਸਰਨਾ, ਆਤਮਾਵਾਂ ਸਾਫ਼ ਕਰੋ। ਉੱਥੇ ਤੁਸੀਂ ਸੰਗਮਰਮਰ ਲਾਈ ਚੱਲੋ, ਧਾਰਮਿਕ ਥਾਵਾਂ ਤੇ ਨਹੀਂ, ਆਪਣੇ ਅੰਦਰ ਸੰਗਮਰਮਰ ਲਾਓ, ਆਪਣਾ ਆਪਾ ਸਾਫ਼ ਕਰੋ, ਫੇਰ ਗੱਲ ਬਣਨੀ। ਐਂਡ ਛੋਟੇ ਸੋੜੇ ਨਾ ਬਣੋ ਕਿ ਮਾੜੀ ਜੀ ਗੱਲ ਤੇ ਬੇਅਦਬੀ ਹੋ ਗਈ। ਜਿਸ ਨੂੰ ਤੁਸੀਂ ਰੱਬ ਮੰਨਦੇ ਹੋ, ਜਿਸ ਨੂੰ ਤੁਸੀਂ ਇੰਨੀ ਮਹੱਤਤਾ ਦਿੰਦੇ ਹੋ, ਜਿਹਦੇ ਤੋਂ ਤੁਸੀਂ ਸਭ ਕੁਝ ਮੰਗਦੇ ਹੋ, ਉਹਦੀ ਬੇਅਦਬੀ ਕੌਣ ਕਰ ਦੂ? ਇਹ ਤਾਂ ਉਹ ਪਾਕਿਸਤਾਨ ਵਾਲਾ ਹਾਲ ਨਹੀਂ ਹੈ ਜਿਹੜਾ ਪਿੱਛੇ ਦੇਖੋ ਤੁਸੀਂ, ਉੱਥੇ ਬੰਦੇ ਨੂੰ ਜਿਉਂਦੇ ਨੂੰ ਜਲਾ ਦਿੱਤਾ, ਬਰਨਟ ਅਲਾਈਵ। ਕਹਿੰਦੇ ਜੀ ਇਹਨੇ ਇਸਲਾਮ ਬਾਰੇ ਉਲਟ ਬੋਲਤਾ। ਮਤਲਬ ਕਿ ਇਸ ਕਿਸਮ ਦੇ ਤੁਸੀਂ ਅੰਦਰ ਲੋਕਾਂ ਦੇ ਅੰਧ ਵਿਸ਼ਵਾਸ ਕਿਉਂ ਪਾਉਂਦੇ ਹੋ? ਅੰਧ ਵਿਸ਼ਵਾਸਾਂ 'ਚੋਂ ਲੋਕਾਂ ਨੂੰ ਬਾਹਰ ਕੱਢੋ, ਤਾਂ ਹੀ ਹੱਲ ਹੋਊਗਾ। ਤਾਂ ਅਸੀਂ ਮਾੜੀ ਜਗ੍ਹਾ ਉਮਰ ਕੈਦ ਕਰ ਦਿਓ, ਫਾਂਸੀ ਦੇ ਦਿਓ ਜਿਹਨੇ ਬੇਅਦਬੀ ਕਰਤੀ। ਮਤਲਬ ਇੱਕ ਇਨਸੇਨ, ਆਮ ਤੌਰ 'ਤੇ ਇਨਵੇਰੀਏਬਲੀ ਜਿਹੜਾ ਇਸ ਕਿਸਮ ਦੀਆਂ ਆਉਂਦੀਆਂ ਇਨਸੇਨ ਬੰਦੇ ਹੁੰਦੇ ਆ, ਮੈਂਟਲੀ ਡਿਜ਼ਾਈਨ ਜਾਂ ਮੈਂਟਲੀ ਸਿੱਖ, ਉਹ ਖੁੰਦਕ 'ਚ ਮੈਂਟਲੀ ਕਰਦੇ ਆ। ਤੁਸੀਂ ਉਹਨਾਂ ਨੂੰ ਬੜਾਵਾ ਦੇਣਾ? ਪਲੀਜ਼ ਟੋਲਰੈਂਸ ਦਿਖਾਓ, ਟੋਲਰੈਂਸ ਦਿਖਾ ਕੇ ਦੇਖੋ, ਕੰਪੈਸ਼ਨ ਨਾਲ ਡੀਲ ਕਰੋ ਉਹਨਾਂ ਨੂੰ। ਟਾਂਡਾ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਸਮਾਂ ਦਿੱਤਾ। ਤੇ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਲੋਕਾਂ ਨੂੰ ਇਦਾਂ ਦੀਆਂ ਪਤਾ ਲੱਗੀਆਂ ਹੋਣਗੀਆਂ ਜਿਹੜੀਆਂ ਅੱਜ ਤੱਕ ਸ਼ਾਇਦ ਲੋਕਾਂ ਤੱਕ ਇਸ ਤਰੀਕੇ ਨਾਲ ਨਹੀਂ ਪਹੁੰਚੀਆਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਨ ਹਰੀਸ਼ ਰਾਏ ਟਾਂਡਾ, ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਤਜਰਬੇ ਤੋਂ ਕਿ ਆਖਿਰਕਾਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਿਹੜੇ ਕਦਮ ਅਜਿਹੇ ਚੁੱਕੇ ਕਿ ਅਸੀਂ ਪੰਜਾਬ ਦੇ ਇਹਨਾਂ ਹਾਲਾਤਾਂ 'ਚ ਪਹੁੰਚੇ ਹੋਏ ਹਾਂ ਕਿ ਪੰਜਾਬ ਅੱਜ ਗੋਡਿਆਂ ਭਾਰ ਹੋਇਆ ਪਿਆ ਤੇ ਲਗਾਤਾਰ ਇਸ ਦੇ ਨਾਲ ਧੱਕਾ ਹੱਲੇ ਵੀ ਜਾਰੀ ਹੈਗਾ। ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ, ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਹੋ ਰਹੀਆਂ। ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਸ ਤਰੀਕੇ ਨਾਲ ਗੱਲ ਚੱਲਦੀ ਹੈ, ਜਾਂ ਪੰਜਾਬ ਦੇ ਵਿੱਚ ਕਾਨੂੰਨ ਸਿਸਟਮ ਜਿਹੜਾ ਹੈਗਾ ਉਹਨੂੰ ਲੈ ਕੇ ਜਿਸ ਤਰੀਕੇ ਨਾਲ ਸਵਾਲ ਖੜੇ ਹੁੰਦੇ ਨੇ, ਤਾਂ ਬੜੀਆਂ ਚੀਜ਼ਾਂ ਉਹਨਾਂ ਨੇ ਬਰੀਕੀ ਨਾਲ ਸਮਝਾਈਆਂ ਹੈਗੀਆਂ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸਮਝ ਆਈਆਂ ਹੋਣੀਆਂ ਕਿ ਕਿਸ ਤਰੀਕੇ ਨਾਲ ਸਮੇਂ-ਸਮੇਂ 'ਤੇ ਪੰਜਾਬ ਨਾਲ ਧੱਕਾ ਹੁੰਦਾ ਆ ਰਿਹਾ ਤੇ ਉਹ ਹਾਲੇ ਵੀ ਬਾਦਸਤੂਰ ਜਾਰੀ, ਤੇ ਇਸ ਤੋਂ ਹੱਲ, ਇਸ ਤੋਂ ਨਿਜਾਤ ਜਿਹੜੀ ਹੈ ਉਹ ਅਸੀਂ ਕਿਵੇਂ ਪਾ ਸਕਦੇ ਹਾਂ, ਉਹ ਵੀ ਉਹਨਾਂ ਨੇ ਕੁਝ ਚੀਜ਼ਾਂ ਦੱਸੀਆਂ ਨੇ। ਉਮੀਦ ਕਰਦੇ ਹਾਂ ਕਿ ਤੁਹਾਡੇ ਵੀ ਬਹੁਤ ਸਾਰੀਆਂ ਚੀਜ਼ਾਂ ਜ਼ਿਹਨ ਦੇ ਵਿੱਚ ਆਈਆਂ ਹੋਣਗੀਆਂ। ਤੁਸੀਂ ਵੀ ਆਪਣੀ ਟਿੱਪਣੀ, ਆਪਣੇ ਕਮੈਂਟਸ ਨਾਲ ਜ਼ਰੂਰ ਸਾਂਝੇ ਕਰੋ। ਤੁਹਾਡੇ ਤੋਂ ਅੱਗੇ ਲੈਣੀ ਹੈ। ਬਹੁਤ ਬਹੁਤ ਧੰਨਵਾਦ।